ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਤੁਹਾਡਾ ਸਾਰਿਆਂ ਨੂੰ ਮੈਂ ਨਮਸਕਾਰ ਕਰਦੀ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਚੱਲਣੀ ਹੈ, ਉਸ ਗੱਲਬਾਤ ਨੂੰ ਤੁਸੀਂ ਗੌਰ ਦੇ ਨਾਲ ਸੁਣਿਓ। ਜਿੱਥੇ ਕਿਤੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਤੁਸੀਂ ਆਪਣੀ ਇਨਪੁਟ ਪਾ ਸਕਦੇ ਹੋ, ਉਹ ਵੀ ਤੁਸੀਂ ਜ਼ਰੂਰ ਪਾਇਓ। ਅਤੇ ਜਦੋਂ ਕਦੇ ਤੁਹਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਤੁਹਾਡੇ ਮਨ 'ਚ ਕੁਝ ਸਵਾਲ ਉੱਠ ਰਹੇ ਨੇ, ਤਾਂ ਤੁਸੀਂ ਸਵਾਲ ਵੀ ਜ਼ਰੂਰ ਕਰਨੇ ਨੇ। ਅੱਜ ਇਸ ਪ੍ਰੋਗਰਾਮ 'ਚ ਮੈਂ ਇਕੱਲੀ ਨਹੀਂ ਹਾਂ, ਮੇਰੇ ਨਾਲ ਇੱਕ ਮਹਿਮਾਨ ਮੌਜੂਦ ਹੋਣਗੇ। ਅਤੇ ਅੱਜ ਗੱਲ ਕਰਨੀ ਇੱਕ ਵਾਰੀ ਫਿਰ ਅਸੀਂ ਭਾਰਤ ਦੀ ਅਤੇ ਪੰਜਾਬ ਦੀ। ਭਾਰਤ ਦੇ ਵਿੱਚ ਇਸ ਵੇਲੇ ਜਿਹੜੀ ਸੋਸ਼ਲ, ਇਕਨੋਮਿਕ, ਪੋਲੀਟੀਕਲ ਸਿਚੁਏਸ਼ਨ ਹੈ, ਉਹਦੇ ਬਾਰੇ ਜਿੰਨੇ ਵੀ ਸਾਡੇ ਕੋਲ ਇੰਡੀਆ ਤੋਂ ਇੰਟਲੈਕਚੁਅਲਸ ਆਉਂਦੇ ਨੇ, ਜਿਹੜੇ ਸਾਰੇ ਸਿਸਟਮ ਨੂੰ ਬਹੁਤ ਗੌਰ ਦੇ ਨਾਲ ਨੇੜਿਓਂ ਦੇਖ ਰਹੇ ਹੁੰਦੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸੇ ਕੋਸ਼ਿਸ਼ ਤਹਿਤ, ਇਸੇ ਲੜੀ ਤਹਿਤ ਅੱਜ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਮਹਿਮਾਨ ਸ਼ਾਮਿਲ ਕੀਤੇ ਨੇ, ਉਹਨਾਂ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਇੱਕ ਪੰਜਾਬ ਦੇ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ ਬਣਿਆ ਹੋਇਆ, ਜਿਹਦਾ ਛੋਟਾ ਨਾਮ ਤੁਸੀਂ ਪਲਸ ਕਰਕੇ ਜਾਣਦੇ ਹੋ, ਪਲਸ ਮੰਚ। ਉਸ ਦੇ ਇਹ ਜਨਰਲ ਸੈਕਟਰੀ ਨੇ। ਇਸ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ, ਉਸ ਸੰਸਥਾ ਦੇ ਵੀ ਇਹ ਜਨਰਲ ਸੈਕਟਰੀ ਨੇ। ਇਨਕਲਾਬੀ ਕੇਂਦਰ ਪੰਜਾਬ ਜਿਹੜਾ ਹੈ, ਉਹ ਗੁਰਸ਼ਰਨ ਸਿੰਘ ਜਿਹੜੇ ਨਾਟਕਕਾਰ ਰਹੇ ਨੇ, ਜਿਨ੍ਹਾਂ ਨੂੰ ਬਹੁਤੇ ਸਾਡੇ ਸੁਣਨ ਵਾਲੇ ਯਾਦ ਕਰਦੇ ਹੋਣਗੇ। ਭਾਈ ਮੰਨਾ ਸਿੰਘ ਦਾ ਉਹਨਾਂ ਦਾ ਇੱਕ ਮੇਨ ਕੈਰੈਕਟਰ ਹੁੰਦਾ ਸੀ, ਉਹ ਪਲੇਅ ਕਰਿਆ ਕਰਦੇ ਸੀ। ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਉਸ ਇਨਕਲਾਬੀ ਕੇਂਦਰ ਪੰਜਾਬ ਦੀ। ਅਤੇ ਅੱਜ ਕੱਲ੍ਹ ਮੇਰੇ ਜਿਹੜੇ ਮਹਿਮਾਨ ਨੇ, ਉਸ ਇਨਕਲਾਬੀ ਕੇਂਦਰ ਪੰਜਾਬ ਦੇ ਵੀ ਇਹ ਜਨਰਲ ਸੈਕਟਰੀ ਨੇ। 1971 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਲੋਕਾਂ ਦੇ ਲਈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਹ ਕੰਮ ਕਰਦੇ ਰਹੇ ਨੇ। 1971 ਮੈਂ ਤਾਂ ਕਹਿ ਰਹੀ ਹਾਂ, ਦੇਖੋ ਤਕਰੀਬਨ ਅੱਧੀ ਸਦੀ, 50 ਸਾਲ ਦਾ ਜਿਹੜਾ ਸਮਾਂ ਹੈ, ਉਹਨਾਂ ਨੇ ਇਸ ਕੰਮ ਦੇ ਵਿੱਚ ਗੁਜ਼ਾਰਿਆ ਹੈ, ਲੋਕਾਂ ਲਈ ਸੰਘਰਸ਼ ਕਰਦਿਆਂ। ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਇਹ ਸ਼ਖਸੀਅਤ, ਕਮਲਜੀਤ ਖੰਨਾ ਜੀ। ਕਮਲਜੀਤ ਜੀ, ਜੀ ਆਇਆਂ ਨੂੰ। ਮੈਂ ਕਿਉਂਕਿ ਜਿਹੜਾ ਵੀ ਵਿਅਕਤੀ ਪੰਜਾਬ ਤੋਂ ਆਉਂਦਾ, ਆਪਾਂ ਹਮੇਸ਼ਾ ਜਦੋਂ ਇੱਕ ਦੂਸਰੇ ਨੂੰ ਮਿਲਦੇ ਹਾਂ, ਪਹਿਲੀ ਗੱਲ ਆਪਾਂ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਹਾਂ। ਉਸ ਤੋਂ ਬਾਅਦ ਅਸੀਂ ਆਪਣੇ ਉਸ ਮੁਲਕ ਦਾ ਹਾਲ ਚਾਲ ਪੁੱਛਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਤੁਸੀਂ ਇਸ ਮੁਲਕ ਦੇ ਵਿੱਚ ਹੁਣ ਆਏ ਹੋ, ਇੱਥੇ ਆ ਕੇ ਜਦੋਂ ਇਸ ਮੁਲਕ ਨੂੰ ਦੇਖ ਰਹੇ ਹੋ, ਓਬਜ਼ਰਵ ਕਰ ਰਹੇ ਹੋ, ਜ਼ਰੂਰ ਕਿਤੇ ਨਾ ਕਿਤੇ ਨਾਲ ਆਪਣੇ ਮੁਲਕ ਦੀ ਤਸਵੀਰ ਵੀ ਤੁਹਾਡੇ ਮਨ ਦੇ ਵਿੱਚ ਚੱਲਦੀ ਹੋਊਗੀ, ਕਿਉਂਕਿ ਕੁਝ ਦਿਨਾਂ ਦੇ ਵਿੱਚ ਤੁਸੀਂ ਫਿਰ ਵਾਪਸ ਚਲੇ ਜਾਣਾ, ਉੱਥੇ ਜਾ ਕੇ ਹੀ ਤੁਸੀਂ ਵਿਚਰਨਾ ਹੈ। ਇੱਥੇ ਦੇਖਦੇ ਹੋਏ ਅਤੇ ਉਹ ਜੋ ਕੁਝ ਤੁਸੀਂ ਉੱਥੋਂ ਲੈ ਕੇ ਆਏ ਹੋ, ਪੰਜਾਬ ਦਾ ਕੀ ਹਾਲ ਹੈ? ਪੰਜਾਬ ਦਾ ਹਾਲ ਬਹੁਤਾ ਚੰਗਾ ਨਹੀਂ ਹੈ, ਬਹੁਤਾ ਮਾੜਾ ਵੀ ਨਹੀਂ ਹੈ, ਕਿਉਂਕਿ ਅਸੀਂ ਪੰਜਾਬ ਔਰ ਦੇਸ਼ ਨੂੰ ਚੰਗਾ ਬਣਾਉਣ ਦੇ ਯਤਨਾਂ 'ਚ ਹਾਂ, ਕੋਸ਼ਿਸ਼ 'ਚ ਹਾਂ। ਉਹਦੇ ਲਈ ਜ਼ਿੰਦਗੀ ਦਾ ਪਲ ਪਲ ਸਮਰਪਿਤ ਕਰ ਰਹੇ ਹਾਂ। ਕੈਨੇਡਾ ਦੇ ਸਿਸਟਮ ਨੂੰ ਵੇਖਦਿਆਂ ਥੋੜ੍ਹਾ ਅਜੀਬ ਤਾਂ ਲੱਗਦਾ, ਖਾਸ ਤੌਰ 'ਤੇ ਸਰੀ ਦੇ ਅੰਦਰ ਜਿੱਥੇ ਪੰਜਾਬੀ ਵਸੋਂ ਕਾਫੀ ਜ਼ਿਆਦਾ ਹੈ ਜੀ, ਉੱਥੇ ਘੁੰਮ ਫਿਰ ਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪੰਜਾਬ ਸਾਰਾ ਕੈਨੇਡਾ ਨੂੰ ਜਾਂ ਵਿਦੇਸ਼ਾਂ ਨੂੰ ਜਾ ਰਿਹਾ ਹੈ, ਇਹਦੇ ਜਾਣ ਦੇ ਬੁਨਿਆਦੀ ਕਾਰਨ ਆਮ ਲੋਕ ਸਮਝਦੇ ਆ, ਅਸੀਂ ਵੀ ਸਮਝਦੇ ਹਾਂ, ਤੁਸੀਂ ਵੀ ਸ਼ਾਇਦ ਸਮਝਦੇ ਹੀ ਹੋ ਕਿ ਇਹ ਜਿਹੜਾ ਮਹਾਨ ਹੈ, ਇਹ ਜਿਹੜਾ ਸਾਡਾ ਪੰਜਾਬ ਇੱਕ ਤਰ੍ਹਾਂ ਦੇ ਨਾਲ ਹੌਲੀ ਹੌਲੀ ਖਾਲੀ ਹੋ ਰਿਹਾ ਹੈ, ਇਹਨੂੰ ਤਾਂ ਹੀ ਰੋਕਿਆ ਜਾ ਸਕਦਾ ਜੇ ਅਸੀਂ ਪੰਜਾਬ ਨੂੰ, ਆਪਣੇ ਦੇਸ਼ ਨੂੰ ਸਿਸਟਮ ਦੇ ਤੌਰ 'ਤੇ ਕੈਨੇਡਾ ਵਰਗਾ ਬਣਾਈਏ। ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਅਤੇ ਸਾਡਾ ਹਿੰਦੁਸਤਾਨ, ਭਾਰਤ, ਉਹ ਵੀ ਕੈਨੇਡਾ ਵਰਗਾ ਬਣੇ। ਉਹਦੇ ਲਈ ਅਸੀਂ ਯਤਨਸ਼ੀਲ ਹਾਂ। ਕਮਜ਼ੋਰੀਆਂ ਔਰ ਦਿੱਕਤਾਂ ਕੈਨੇਡੀਅਨ ਸਿਸਟਮ 'ਚ ਵੀ ਨੇ, ਇਹ 'ਚ ਕੋਈ ਰੌਲਾ ਹੀ ਨਹੀਂ ਹੈ, ਕਿਉਂਕਿ ਜਿਹੜੇ ਵੀ ਪੂੰਜੀਵਾਦੀ ਮੁਲਕ ਨੇ, ਉਹਨਾਂ ਦੀਆਂ ਅੰਤਰਨਿਹਿਤ ਜੋ ਦਿੱਕਤਾਂ ਨੇ, ਜੋ ਮੁਸ਼ਕਿਲਾਂ ਨੇ, ਉਹ ਵੀ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਅਸੀਂ ਜਿਹੜੇ ਗਰੀਬ, ਪਛੜੇ ਅਤੇ ਵਿਕਾਸਸ਼ੀਲ ਮੁਲਕ ਨੇ,
ਉਹਨਾਂ ਦੀਆਂ ਦਿੱਕਤਾਂ, ਸਮੱਸਿਆਵਾਂ, ਉਹਨਾਂ ਦੀਆਂ ਕਮਜ਼ੋਰੀਆਂ, ਉਹਨਾਂ ਨੂੰ ਵੀ ਬਹੁਤ ਬਰੀਕੀ ਨਾਲ ਸਮਝਦੇ ਬੁੱਝਦੇ ਹਾਂ। ਅਤੇ ਕੁੱਲ ਮਿਲਾ ਕੇ ਸਾਡਾ ਕਹਿਣਾ ਇਹ ਹੈ ਕਿ ਭਾਰਤ ਦੇਸ਼ ਦੇ ਲੋਕ ਵੀ ਪੂੰਜੀਵਾਦ ਤੋਂ ਪੀੜਿਤ ਨੇ, ਔਰ ਇੱਕ ਲੈਵਲ 'ਤੇ ਜੋ 2023 ਦੇ ਵਿੱਚ ਸਥਿਤੀ ਬਣਨ ਜਾ ਰਹੀ ਹੈ ਪੂਰੇ ਦੁਨੀਆ ਦੀ, ਜਿਹੜਾ ਘੋਰ ਆਰਥਿਕ ਸੰਕਟ ਦੇ ਵਿੱਚ ਦੁਨੀਆ ਦਾ ਸਾਮਰਾਜ, ਦੁਨੀਆ ਦਾ ਪੂੰਜੀਵਾਦ ਫਸਣ ਜਾ ਰਿਹਾ ਹੈ, ਉਹਦੇ 'ਚੋਂ ਕੈਨੇਡਾ ਵੀ ਬਚ ਨਹੀਂ ਸਕੇਗਾ। ਕੈਨੇਡਾ ਦੇ ਕਿਰਤੀ ਲੋਕ ਵੀ ਬਚ ਨਹੀਂ ਸਕਣਗੇ। ਭਾਰਤ ਦੇ ਲੋਕ ਤਾਂ ਪਹਿਲਾਂ ਹੀ ਉਹਦੀ ਮਾਰ 'ਚ ਬੁਰੀ ਤਰ੍ਹਾਂ ਆ ਚੁੱਕੇ ਹੈ, ਕਿਉਂਕਿ ਉੱਥੇ ਸਾਮਰਾਜੀ ਆਰਥਿਕ ਨੀਤੀਆਂ ਬੁਰੀ ਤਰ੍ਹਾਂ ਜਿਹੜੀਆਂ ਉਹ ਲਾਗੂ ਹੋ ਰਹੀਆਂ। ਸੋ ਤੁਸੀਂ ਇਹ ਗੱਲ ਕਹੀ ਹੈ ਕਿ ਭਾਰਤ ਦਾ ਹਾਲ ਚੰਗਾ ਹੈ, ਮਾੜਾ ਹੈ, ਦੋਨੇ ਚੀਜ਼ਾਂ ਤੁਸੀਂ ਕਿਹਾ ਵੀ ਓਨਾ ਬੁਰਾ ਵੀ ਨਹੀਂ ਹੈ ਪਰ ਓਨਾ ਚੰਗਾ ਵੀ ਨਹੀਂ ਹੈ। ਇਹਦੇ ਆਪਾਂ ਡਿਟੇਲ 'ਚ ਜਾਵਾਂਗੇ ਥੋੜ੍ਹੀ ਦੇਰ ਠਹਿਰ ਕੇ ਕਿ ਕਿਵੇਂ ਚੰਗਾ ਹੈ ਜਾਂ ਕਿੰਨਾ ਮਾੜਾ ਹੈ। ਉਸ ਤੋਂ ਪਹਿਲਾਂ ਜੇ ਥੋੜ੍ਹਾ ਜਿਹਾ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਬਰੀਫ ਕਰ ਸਕੋ ਕਿ ਤਕਰੀਬਨ 40 ਸਾਲ ਹੋ ਗਏ ਨੇ ਪਲਸ ਮੰਚ ਨੂੰ ਬਣਿਆ। ਪਲਸ ਮੰਚ ਕੀ ਕਰਦਾ, ਕਿਹੋ ਜਿਹੀਆਂ ਗਤੀਵਿਧੀਆਂ ਕਰਦਾ, ਅਤੇ ਇਨਕਲਾਬੀ ਕੇਂਦਰ ਪੰਜਾਬ ਉਹਨਾਂ ਦੀਆਂ ਜੇ ਗਤੀਵਿਧੀਆਂ ਬਾਰੇ ਦੱਸ ਸਕੋ, ਕਿਉਂਕਿ ਸਾਡੇ ਸੁਣਨ ਵਾਲਿਆਂ ਨੂੰ ਇੰਨਾ ਨਹੀਂ ਜ਼ਿਆਦਾ ਪਤਾ ਹੋਏਗਾ ਕਿ ਇਹ ਮੰਚ ਤਾਂ ਜ਼ਰੂਰ ਹੈਗੇ ਆ ਪਰ ਕਾਹਦੇ ਲਈ ਬਣੇ ਹੋਏ ਆ ਅਤੇ ਹੁਣ ਤੱਕ ਕੀ ਕਰਦੇ ਰਹੇ ਆ। ਪੰਜਾਬ ਲੋਕ ਸੱਭਿਆਚਾਰਕ ਮੰਚ ਹੈ ਜਿਹੜਾ, ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਉਹ ਨਿਰਮਿਤ ਹੋਇਆ ਸੀ। ਔਰ ਸਾਡੇ ਪੰਜਾਬ ਦੇ ਲੋਕ ਪੱਖੀ ਨਾਟਕਕਾਰ ਗੁਰਸ਼ਨ ਸਿੰਘ ਹੋਣਾ ਦਾ, ਔਰ ਪੰਜਾਬ 'ਚ ਕੰਮ ਕਰ ਰਹੀਆਂ ਜਿਹੜੀਆਂ ਨਾਟਕ ਟੀਮਾਂ ਸੀ, ਉਹਨਾਂ ਦਾ ਇਹ ਵਿਚਾਰ ਸੀ ਜਾਂ ਉਹਨਾਂ ਦਾ ਇੱਕ ਸੁਪਨਾ ਸੀ ਕਿ ਪੰਜਾਬ ਦੇ ਵਿੱਚ ਇੱਕ ਕਲਚਰਲ ਲੋਕ ਪੱਖੀ ਜਿਹੜੀ ਇੱਕ ਕਲਚਰਲ ਮੂਵਮੈਂਟ ਹੈ, ਸੱਭਿਆਚਾਰਕ ਮੂਵਮੈਂਟ ਹੈ, ਉਹ ਖੜੀ ਕਰਨ ਦੇ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਹ ਸਾਂਝੇ ਯਤਨਾਂ ਦੀ ਸਿੱਟੇ ਵਜੋਂ ਹੀ ਪੰਜਾਬ ਲੋਕ ਸੱਭਿਆਚਾਰਕ ਮੰਚ ਹੈ ਜਿਹੜਾ ਹੋਂਦ 'ਚ ਆਇਆ ਸੀ। ਇਸ ਵੇਲੇ ਸਾਡੇ ਮੰਚ ਕੋਲੇ ਦਰਜਨ ਦੇ ਕਰੀਬ ਨਾਟਕ ਟੀਮਾਂ ਨੇ ਔਰ ਦਰਜਨ ਦੇ ਕਰੀਬ ਹੀ ਗੀਤ ਸੰਗੀਤ ਟੀਮਾਂ ਨੇ। ਅਸੀਂ ਲਿਟਰੇਚਰ ਦੇ ਖੇਤਰ ਵਿੱਚ ਵੀ, ਨਾਟਕ, ਰੰਗਮੰਚ, ਗੀਤ ਸੰਗੀਤ ਦੇ ਖੇਤਰ ਦੇ ਵਿੱਚ ਵੀ ਪਿਛਲੇ 40 ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਨਰੋਇਆ ਸਾਹਿਤ, ਨਵਾਂ ਕਲਚਰ, ਔਰ ਉਸ ਕਲਚਰ ਦੇ ਰਾਹੀਂ, ਨਾਟਕਾਂ ਦੇ ਰਾਹੀਂ, ਗੀਤ ਸੰਗੀਤ ਦੇ ਰਾਹੀਂ ਉਹਨਾਂ ਦੀ ਜਿਹੜੀ ਜਮਾਤੀ ਤਬਕਾਤੀ ਚੇਤਨਾ ਹੈ ਉਹਨੂੰ ਜਾਣੀ ਬੁਲੰਦ ਕਰਨ ਦਾ, ਉਹਨੂੰ ਉਜਾਗਰ ਕਰਨ ਦਾ, ਉਹਨੂੰ ਤਿੱਖਾ ਕਰਨ ਦਾ ਇੱਕ ਬਹੁਤ ਸਾਰਥਕ ਯਤਨ ਹੈ ਜਿਹੜਾ ਪਿਛਲੇ ਅਰਸੇ ਤੋਂ ਅਸੀਂ ਕਰ ਰਹੇ ਹਾਂ। ਸੱਭਿਆਚਾਰ ਦੇ ਖੇਤਰ ਦੇ ਵਿੱਚ ਪੰਜਾਬ ਦੀ ਇੱਕ ਅਗਾਂਹਵਧੂ ਔਰ ਲੋਕ ਪੱਖੀ ਸੱਭਿਆਚਾਰਕ ਜਥੇਬੰਦੀ ਪੰਜਾਬ ਲੋਕ ਸੱਭਿਆਚਾਰਕ ਮੰਚ। ਇਨਕਲਾਬੀ ਕੇਂਦਰ ਪੰਜਾਬ ਹੈ ਜਿਹੜਾ, ਇਨਕਲਾਬੀ ਕੇਂਦਰ ਪੰਜਾਬ ਹੋਂਦ 'ਚ ਆਇਆ ਸੀ 1981 ਦੇ ਵਿੱਚ। ਸਾਡੇ ਪੰਜਾਬ ਦੇ ਨਾਟਕਕਾਰ ਗੁਰਸ਼ਨ ਸਿੰਘ ਹੋਣਾ ਦੀ ਇਹ ਦਿਲੀ ਤਮੰਨਾ ਸੀ ਕਿ ਪੰਜਾਬ ਦੀ ਇਨਕਲਾਬੀ ਮੂਵਮੈਂਟ ਹੈ ਜਿਹੜੀ, ਇਨਕਲਾਬੀ ਲਹਿਰ ਹੈ ਜਿਹੜੀ, ਇਹ ਇਕਜੁੱਟ ਹੋਵੇ। ਤਾਂ ਉਹਨਾਂ ਦੇ ਯਤਨਾਂ ਨੂੰ ਜਿਹੜਾ ਪੂਰਾ ਕਰਦਿਆਂ ਇਨਕਲਾਬੀ ਏਕਤਾ ਕੇਂਦਰ ਬਣਿਆ ਸੀ, ਜਿਹਦੇ ਵਿੱਚ ਪੰਜਾਬ ਦੀਆਂ 4 ਇਨਕਲਾਬੀ ਜਥੇਬੰਦੀਆਂ ਸ਼ਾਮਲ ਹੋਈਆਂ ਸੀਗੀਆਂ, ਇਨਕਲਾਬੀ ਧਿਰਾਂ ਸ਼ਾਮਲ ਹੋਈਆਂ ਸੀ। ਉਹਨਾਂ ਨੇ ਇਹ ਇਨਕਲਾਬੀ ਏਕਤਾ ਕੇਂਦਰ ਬਣਾਇਆ, ਪਰ ਵੱਖ-ਵੱਖ ਕਾਰਨਾਂ ਕਰਕੇ, ਵੱਖ-ਵੱਖ ਹਾਲਾਤ ਦੇ ਚੱਲਦਿਆਂ ਉਹਦੇ ਵਿੱਚ ਲਗਭਗ ਸਾਰੀਆਂ ਧਿਰਾਂ ਮਾਈਨਸ ਹੋ ਗਈਆਂ ਸੀ। ਇੱਕ ਸਾਡੇ ਵਾਲੀ ਧਿਰ ਬਚੀ ਸੀ ਜਿਹਨੇ ਇਹ ਇਨਕਲਾਬੀ ਕੇਂਦਰ ਪੰਜਾਬ ਹੈ ਜਿਹੜਾ ਉਹ ਕਾਇਮ ਰੱਖਿਆ ਹੋਇਆ। ਇਨਕਲਾਬੀ ਕੇਂਦਰ ਪੰਜਾਬ ਦੀ ਇੱਕ ਇਨਕਲਾਬੀ ਜਥੇਬੰਦੀ ਹੈ। ਇਸ ਇਨਕਲਾਬੀ ਜਥੇਬੰਦੀ ਰਾਹੀਂ ਅਸੀਂ ਲੋਕ ਮਸਲਿਆਂ 'ਤੇ ਲੋਕਾਂ ਨੂੰ ਚੇਤਨ ਕਰਨ ਦੇ ਲਈ, ਲੋਕਾਂ ਨੂੰ ਲੜਾਉਣ ਦੇ ਲਈ, ਉਹ ਚਾਹੇ ਮਹਿੰਗਾਈ ਦਾ ਮੁੱਦਾ ਹੈ, ਬੇਰੁਜ਼ਗਾਰੀ ਦਾ ਮੁੱਦਾ ਹੈ, ਸਾਮਰਾਜ ਦੇ ਹੱਲੇ ਦਾ ਮੁੱਦਾ ਹੈ, ਨਵੀਆਂ ਆਰਥਿਕ ਸੰਤੀ ਨੀਤੀਆਂ ਦਾ ਮੁੱਦਾ ਹੈ, ਉਹਦੇ ਖਿਲਾਫ ਅਸੀਂ ਆਪਣੀ ਇੱਕ ਅੰਦੋਲਨ ਆਪਣੇ ਤੌਰ 'ਤੇ ਔਰ ਇੱਕ ਸਾਂਝੇ ਤੌਰ 'ਤੇ, ਉਹ ਚਾਹੇ ਨਵੀਆਂ ਆਰਥਿਕ ਨੀਤੀਆਂ ਨੇ, ਉਹ ਚਾਹੇ ਫਾਸ਼ੀਵਾਦ ਦਾ ਹੱਲ ਹੈ, ਚਾਹੇ ਬੇਰੁਜ਼ਗਾਰੀ ਦਾ ਮਸਲਾ ਹੈ, ਉਹ ਮਹਿੰਗਾਈ ਦਾ ਮਸਲਾ ਹੈ, ਲੋਕ ਮਸਲਿਆਂ 'ਤੇ ਲੋਕਾਂ ਨੂੰ ਚੇਤਨ ਕਰਨ ਦੇ ਲਈ, ਲੋਕਾਂ ਨੂੰ ਲੜਾਉਣ ਦੇ ਲਈ ਅਸੀਂ ਇਹ ਇੱਕ ਪਲੇਟਫਾਰਮ ਹੈ ਜਿਹੜਾ ਇਨਕਲਾਬੀ ਕੇਂਦਰ ਪੰਜਾਬ ਉਹ ਖੜ੍ਹਾ ਕੀਤਾ ਹੋਇਆ। ਆਪਣੇ ਤੌਰ 'ਤੇ ਵੀ ਅਸੀਂ ਲੜਾਈ ਲੜਦੇ ਹਾਂ ਔਰ ਦੂਸਰੀਆਂ ਇਨਕਲਾਬੀ ਜਥੇਬੰਦੀਆਂ ਨਾਲ, ਜਨਤਕ ਜਥੇਬੰਦੀਆਂ ਨਾਲ ਰਲ ਕੇ ਵੀ ਅਸੀਂ ਲੜਾਈ ਲੜਦੇ ਹਾਂ। ਤਕਰੀਬਨ 50 ਸਾਲ ਹੋ ਗਏ ਇਸ ਇਨਕਲਾਬੀ ਕੇਂਦਰ ਪੰਜਾਬ ਨੂੰ ਬਣਿਆ ਵੀ, ਅਤੇ
ਜਿਹੜਾ ਇਨਕਲਾਬ ਸ਼ਬਦ ਆ ਇਹ ਬੜਾ ਵਧੀਆ ਲੱਗਦਾ, ਸੁਣਨ ਨੂੰ ਬਹੁਤ ਵਧੀਆ ਲੱਗਦਾ, ਪਰ ਬਹੁਤ ਵਾਰੀ ਕਿਸੇ ਸ਼ਬਦ ਦਾ ਇਸਤੇਮਾਲ ਇੰਨੀ ਵਾਰੀ ਕਈ ਵਾਰ ਕੀਤਾ ਜਾਂਦਾ, ਉਹ ਚੀਜ਼ ਜਿਹੜੀ ਉਹ ਘੱਸ ਜਾਂਦੀ ਆ ਅਤੇ ਉਹ ਜਿਹੜੀ ਅਸਲ ਦੇ ਵਿੱਚ ਉਹਦੀ ਜਿਸਟ ਹੁੰਦੀ ਆ, ਉਹਦਾ ਰਸ ਹੁੰਦਾ ਆ, ਜਾਂ ਉਸ ਸ਼ਬਦ ਦਾ ਅਰਥ ਕੀ ਹੈਗਾ, ਉਹ ਸ਼ਾਇਦ ਕੋਈ ਸਮਝਣ ਨੂੰ ਤਿਆਰ ਹੀ ਨਹੀਂ ਹੁੰਦਾ, ਜਾਂ ਉਹ ਕਿਤੇ ਨਾ ਕਿਤੇ ਮਿਟ ਜਾਂਦਾ। ਕਿਹੋ ਜਿਹੇ ਇਨਕਲਾਬ ਨੂੰ ਕਿਆਸਦੇ ਹੋ ਤੁਸੀਂ? ਤੁਸੀਂ ਦੱਸਿਆ ਕਿ 4 ਧਿਰਾਂ ਇਕੱਠੀਆਂ ਹੋਈਆਂ ਸੀ, 3 ਖਿੰਡ ਪੁੰਡ ਗਈਆਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਸੀ, ਪਰ ਇੱਕ ਤੁਸੀਂ ਜਿਹੜੇ ਹੈਗੇ ਉਹ ਕਾਇਮ ਆ, ਤੁਹਾਡੇ ਵਾਲੀ ਧਿਰ ਉਹ ਕਾਇਮ ਹੈਗੀ ਸੀ। ਸੋ ਕੀ ਆਸ ਹੈ, ਕਿਹੋ ਜਿਹੇ ਇਨਕਲਾਬ ਨੂੰ ਕਿਆਸਿਆ ਜਾ ਰਿਹਾ? ਨਹੀਂ, ਬਾਕੀ ਧਿਰਾਂ ਖਿੰਡ ਪੁੰਡ ਨਹੀਂ ਗਈਆਂ, ਬਾਕੀ ਧਿਰਾਂ ਆਪਣੇ ਤੌਰ 'ਤੇ ਸਟੈਂਡ ਕਰਦੀਆਂ, ਉਹਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ। ਏਕਤਾ ਨਹੀਂ ਰਹੀ, ਏਕਤਾ ਨਹੀਂ ਰਹੀ, ਕਿਉਂਕਿ ਇੱਕ ਪਲੇਟਫਾਰਮ ਬਣਾ ਕੇ ਉਸ ਏਕਤਾ ਨੂੰ ਮਜ਼ਬੂਤ ਕਰਨ ਦਾ ਇੱਕ ਯਤਨ ਸੀ, ਉਸ ਯਤਨ 'ਚ ਕਾਮਯਾਬ ਨਹੀਂ ਹੋ ਸਕੇ। ਪਰ ਪੰਜਾਬ ਪੱਧਰ 'ਤੇ ਉਹ ਜਿਹੜੀਆਂ ਬਾਕੀ ਧਿਰਾਂ ਵੀ ਸੀਗੀਆਂ, ਬਾਕੀ ਜਥੇਬੰਦੀਆਂ ਵੀ ਸੀ, ਅਸੀਂ ਰਲ ਕੇ ਲੜਾਈ ਲੜਦੇ ਹਾਂ। ਜਿਵੇਂ ਹੁਣ ਫਾਸ਼ੀਵਾਦ ਦਾ ਹੱਲ ਹੈ ਪੰਜਾਬ ਦੇ ਅੰਦਰ, ਪੂਰੇ ਦੇਸ਼ ਦੇ ਅੰਦਰ, ਜਿਹੜੀ ਕੇਂਦਰ 'ਚ ਕਾਬਜ਼ ਭਾਜਪਾ ਹੈ, ਉਹਦੇ ਵੱਲੋਂ ਜਿਹੜੇ ਜਮਹੂਰੀ ਹੱਕ ਹੈ ਕੁਚਲਿਆ ਜਾ ਰਿਹਾ ਹੈ, ਸਵਾਲ ਕਰਨ ਦਾ ਸਪੇਸ ਖਤਮ ਕੀਤਾ ਜਾ ਰਿਹਾ ਹੈ, ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ, ਬੁਲਡੋਜ਼ਰ ਸਿਆਸਤ ਲਿਆਂਦੀ ਜਾ ਰਹੀ ਹੈ, ਉਹਦੇ ਖਿਲਾਫ ਅਸੀਂ ਇਕੱਠੀ ਲੜਾਈ ਲੜ ਰਹੇ ਹਾਂ ਜੀ। ਔਰ ਪੰਜਾਬ ਦੇ ਅੰਦਰ ਜਿਹੜਾ ਪਿਛਲੇ 1.25 ਸਾਲ 1.5 ਸਾਲ ਕਿਸਾਨ ਅੰਦੋਲਨ ਚੱਲਿਆ, ਉਹਦੇ ਵਿੱਚ ਵੀ ਪੰਜਾਬ ਦੀਆਂ ਜਿਹੜੀਆਂ ਇਨਕਲਾਬੀ ਧਿਰਾਂ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਮੋਹਰੀ ਰੋਲ ਅਦਾ ਕੀਤਾ ਹੈ, ਔਰ ਮੋਹਰੀ ਰੋਲ ਅਦਾ ਕਰਕੇ ਇੱਕ ਵੱਡਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਨਾਲੋਂ ਹਾਲਾਤ ਕਾਫੀ ਬਦਲੇ ਹੈ, ਲੋਕਾਂ ਦੀ ਚੇਤਨਾ ਦੇ ਪੱਧਰ 'ਤੇ ਵੀ, ਲੜਾਈਆਂ ਦੇ ਪੱਧਰ 'ਤੇ ਵੀ। ਇਨਕਲਾਬ ਇੱਕ ਪਵਿੱਤਰ ਸ਼ਬਦ ਹੈ, ਇਨਕਲਾਬ ਕਦੇ ਵੀ ਘਸ ਪਿੱਟ ਨਹੀਂ ਸਕਦਾ। ਇਨਕਲਾਬ ਦਾ ਮਤਲਬ ਤਬਦੀਲੀ। ਕਿਹੋ ਜਿਹੀ ਤਬਦੀਲੀ ਕਿਆਸ ਰਹੇ ਹੋ? ਸੁਣੋ ਨਾ, ਇਨਕਲਾਬ ਦਾ ਮਤਲਬ ਚੇਂਜ ਹੈ ਨਾ। ਚੇਂਜ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ, ਠੀਕ ਹੈ ਨਾ। ਉਹਨੇ ਜਦੋਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਬਣਾਈ, HSRA, ਤਾਂ ਉਹਨੇ ਇਸੇ ਕਰਕੇ ਬਣਾਈ ਸੀ ਕਿ ਹਿੰਦੁਸਤਾਨ 'ਚੋਂ ਅੰਗਰੇਜ਼ਾਂ ਦਾ ਰਾਜ ਭਾਗ ਖਤਮ ਕਰਕੇ ਭਾਰਤੀ ਲੋਕਾਂ ਦੀ ਪੁੱਗਤ ਵਾਲਾ ਰਾਜ ਬਣਾਉਣਾ ਹੈ। ਉਹ ਇੱਕ ਲੋਕ ਪੱਖੀ ਸਰਕਾਰ ਦੀ ਜਿਹੜੀ ਸਥਾਪਨਾ ਦਾ ਮਦਈ ਸੀ, ਜਿਹਦੇ ਕਰਕੇ ਉਹਨੇ ਫਾਂਸੀ ਦਾ ਰੱਸਾ ਵੀ ਕਬੂਲ ਕੀਤਾ। ਅਸੀਂ ਲੋਕ ਜਿਹੜੇ ਭਗਤ ਸਿੰਘ ਦੇ ਇਸ ਵਿਚਾਰ ਦੇ ਨਾਲ, ਇਨਕਲਾਬ ਦੇ ਵਿਚਾਰ ਦੇ ਨਾਲ ਜੁੜੇ ਹੋਏ ਹਾਂ। ਇਨਕਲਾਬ ਅਸੀਂ ਦੇਸ਼ ਦੇ ਵਿੱਚੋਂ ਪੂੰਜੀ ਦਾ ਰਾਜ ਖਤਮ ਕਰਕੇ, ਲੁੱਟ ਦਾ ਰਾਜ ਖਤਮ ਕਰਕੇ, ਜਿਹੜੇ ਕਿਰਤੀ ਲੋਕ ਨੇ ਉਹਨਾਂ ਦਾ ਰਾਜ ਬਣਾਉਣਾ ਹੈ, ਇੱਕ ਤਬਦੀਲੀ ਲਿਆਉਣੀ ਹੈ ਜੀ। ਇਹ ਤਬਦੀਲੀ ਲਿਆਉਣ ਦੇ ਲਈ ਅਸੀਂ ਯਤਨਸ਼ੀਲ ਹਾਂ। ਪਰ ਤਬਦੀਲੀ ਕਿਉਂ ਲਿਆਉਣੀ ਹੈ? ਕਿਉਂਕਿ ਲੋਕ ਇਹ ਤਬਦੀਲੀ ਲਿਆਉਣਾ ਚਾਹੁੰਦੇ ਨੇ, ਲੋਕ ਇੱਕ ਚੇਂਜ ਚਾਹੁੰਦੇ ਨੇ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਰਕਾਰ ਬਣੀ ਹੈ, ਉਹ ਵੀ ਇਸੇ ਨਜ਼ਰੀਏ ਨਾਲ ਬਣੀ ਹੈ ਕਿ ਉਹ ਚੇਂਜ ਚਾਹੁੰਦੇ ਨੇ। ਪਰ ਚੇਂਜ ਦਾ ਮਤਲਬ ਇਹ ਹੈ ਕਿ ਉਹ ਚੇਂਜ ਅੱਜ ਆਈ ਹੈ ਕਿ ਨਹੀਂ ਆਈ। ਅਸੀਂ ਜਿਹੜੀ ਚੇਂਜ ਚਾਹੁੰਦੇ ਹਾਂ, ਉਹ ਚੇਂਜ ਦਾ ਮਤਲਬ ਸਪਸ਼ਟ ਹੈ ਕਿ ਪੈਦਾਵਾਰ ਦੇ ਜਿੰਨੇ ਸੰਦ ਸਾਧਨ ਨੇ, ਚਾਹੇ ਵੱਡੀਆਂ ਜ਼ਮੀਨਾਂ ਨੇ, ਚਾਹੇ ਕਾਰਖਾਨੇ ਨੇ, ਉਹਨਾਂ ਦਾ ਕਿਰਤੀਆਂ ਨੂੰ, ਜਿਹੜੇ ਕੰਮ ਕਰਨ ਵਾਲੇ ਹੱਥ ਹੈ, ਉਹਨਾਂ ਨੂੰ ਮਾਲਕ ਬਣਾਉਣਾ ਹੈ। ਅੱਜ ਪੈਦਾਵਾਰ ਦੇ ਸੰਦ ਸਾਧਨਾਂ 'ਤੇ ਕੌਣ ਮਾਲਕ ਹੈ? ਪੂੰਜੀਵਾਦੀ ਸਰਮਾਏਦਾਰ ਤਬਕਾ ਕਾਬਜ਼ ਹੈ। ਅੱਜ ਕਾਰਪੋਰੇਟ ਕਾਬਜ਼ ਹੈ, ਅੱਜ ਸਾਮਰਾਜ ਕਾਬਜ਼ ਹੈ। ਅੱਜ ਉਹ ਨਵੀਆਂ ਨੀਤੀਆਂ ਦੇ ਰਾਹੀਂ ਸਾਡੇ ਦੇਸ਼ ਦੇ ਪੂਰੇ ਅਰਥਚਾਰੇ ਨੂੰ ਆਪਣੇ ਕੰਟਰੋਲ 'ਚ ਕਰ ਰਿਹਾ ਹੈ। ਜਿਹੜਾ ਸਿਸਟਮ 1947 ਤੋਂ ਬਾਅਦ ਜਵਾਹਰ ਲਾਲ ਨਹਿਰੂ ਦੀ ਅਗਵਾਈ ਦੇ ਵਿੱਚ ਬੰਬੇ ਪਲਾਨ ਬਣੀ ਸੀ, ਉਹਦੇ ਵਿੱਚ ਪਬਲਿਕ ਸੈਕਟਰ ਖੜਾ ਕੀਤਾ ਗਿਆ ਸੀ। ਉਹ ਅੱਜ ਪਬਲਿਕ ਸੈਕਟਰ ਖਤਮ ਕੀਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਉਸ ਪਬਲਿਕ ਸੈਕਟਰ ਨੇ ਸਾਡੇ ਦੇਸ਼ ਦੇ ਵਿਕਾਸ 'ਚ ਇੱਕ ਧੁਰੇ ਦਾ ਰੋਲ ਨਿਭਾਇਆ ਸੀ। ਅੱਜ ਕਾਰਪੋਰੇਟ ਦੀ ਲਾਲਸਾ ਜਾਂ ਉਹਨਾਂ ਦੇ ਮੁਨਾਫੇ ਨੂੰ ਪੂਰਾ ਕਰਨ ਦੇ ਲਈ ਜੇ ਨੀਤੀਆਂ ਲਿਆਂਦੀਆਂ ਜਾ ਰਹੀਆਂ, ਤਾਂ ਅਸੀਂ ਉਹਨਾਂ ਨੀਤੀਆਂ ਦੇ ਖਿਲਾਫ ਇੱਕ ਸਿਰ ਵੱਢਵੀਂ ਲੜਾਈ ਲੜ ਰਹੇ ਹਾਂ, ਇੱਕ ਜ਼ੋਰਦਾਰ ਲੜਾਈ ਲੜ ਰਹੇ ਹਾਂ। ਅਸੀਂ ਜਿਹੜੇ 3 ਕਾਲੇ ਕਾਨੂੰਨ ਖੇਤੀ ਦੇ, ਉਹਨਾਂ ਦੇ ਖਿਲਾਫ ਜੇ ਲੜਾਈ ਲੜੀ ਹੈ, ਤਾਂ ਇਸੇ ਕਰਕੇ ਲੜੀ ਹੈ ਕਿ ਜੇ ਉਹ ਜ਼ਮੀਨਾਂ ਕਾਰਪੋਰੇਟਾਂ ਕੋਲ ਚਲੀਆਂ ਗਈਆਂ, ਤਾਂ ਕਿਸਾਨ ਹੈ ਜਿਹੜਾ 200 ਰੁਪਏ ਦਾ ਦਿਹਾੜੀਦਾਰ ਬਣ ਜਾਏਗਾ। ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ। ਕਹਿੰਦੇ ਕਿ ਘੋਰ ਆਰਥਿਕ ਸੰਕਟ ਜਿਹੜਾ ਦੁਨੀਆ ਸਾਹਮਣਾ ਕਰਨ ਜਾ ਰਹੀ ਹੈ, ਕੈਨੇਡਾ ਵੀ ਸਾਹਮਣਾ ਕਰੂਗਾ, ਭਾਰਤ ਨੇ ਵੀ ਉਹਦੀ ਮਾਰ ਝੱਲਣੀ ਹੈਗੀ ਆ। ਇਸ ਤੋਂ ਇਲਾਵਾ ਚੇਤਨਾ ਦੀ ਗੱਲ ਕੀਤੀ ਕਿ ਜਮਾਤੀ ਅਤੇ ਤਬਕਾਤੀ ਚੇਤਨਾ ਨੂੰ ਲਿਆਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਤੇ ਉਹਨੂੰ ਜਾਰੀ ਰੱਖ ਰਹੇ ਹਾਂ।
ਸ਼ਹੀਦ ਭਗਤ ਸਿੰਘ ਦੇ ਨਾਂ ਦੀ ਆਪਾਂ ਸੁਣ ਰਹੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਧੂਕੜੀਸ ਹੋ ਰਹੀ ਹੈ। ਉਸ ਸਿਲਸਿਲੇ 'ਚ ਵੀ ਕੁਝ ਗੱਲਾਂ ਇਹਨਾਂ ਦੇ ਨਾਲ ਕਰਨੀਆਂ। ਲੁੱਟ ਦਾ ਰਾਜ ਖਤਮ ਕਰਕੇ ਇਹ ਬਹੁਤ ਚੰਗੀ ਚੀਜ਼ ਲੱਗ ਰਹੀ ਹੈ ਕਿ ਕਿਰਤੀਆਂ ਦਾ ਰਾਜ ਹੋਵੇ, ਪਰ ਕਿੱਥੇ ਖੜ੍ਹੇ ਨੇ ਇਸ ਵੇਲੇ ਆਪਣੀਆਂ ਇਹਨਾਂ ਕੋਸ਼ਿਸ਼ਾਂ ਦੇ ਵਿੱਚ, ਇਹ ਆਪਾਂ ਇਹਨਾਂ ਕੋਲੋਂ ਕੁਝ ਸਵਾਲ ਕਰਾਂਗੇ। ਇਹਨਾਂ ਨੇ ਥੋੜ੍ਹੀ ਜਿਹੀ ਤਸਵੀਰ ਪੇਸ਼ ਕੀਤੀ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਭਾਰਤ ਦਾ ਕੀ ਹਾਲ ਚਾਲ ਹੈ, ਪੰਜਾਬ ਦਾ ਕੀ ਹਾਲ ਚਾਲ ਹੈ। ਕਹਿੰਦੇ ਸੀ ਕੁਝ ਚੰਗਾ ਹੈ, ਕੁਝ ਮਾੜਾ ਹੈ। ਕੁਝ ਡਿਟੇਲ ਦੇ ਵਿੱਚ ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਵਲਜੀਤ ਖੰਨਾ ਜੀ ਕਿ ਇੰਨਾ ਵੀ ਮਾੜਾ ਨਹੀਂ ਹੈ, ਉਹਦਾ ਮਤਲਬ ਇਹ ਹੈ ਕਿ ਚੰਗਾ ਹੈ? ਕਿਉਂਕਿ ਮੈਂ ਆਪਣੇ ਹਿਸਾਬ ਨਾਲ ਇਹ ਇੰਟਰਪ੍ਰੈਟ ਕਰ ਲਿਆ, ਜਦੋਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਇੰਨਾ ਵੀ ਮਾੜਾ ਨਹੀਂ ਹੈ ਤੇ ਸ਼ਾਇਦ ਚੰਗਾ ਹੀ ਹੋਵੇ। ਚੰਗਾ ਇਸ ਪੱਖੋਂ ਹੀ ਹੈ ਕਿ ਅਸੀਂ ਮਾੜੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਜਦੋਂ ਤੁਸੀਂ ਇੱਕ ਹੋਪ, ਇੱਕ ਆਸ, ਇੱਕ ਉਮੀਦ ਲੈ ਕੇ ਚੱਲਦੇ ਹੋ ਤਾਂ ਤੁਹਾਨੂੰ ਇੰਨਾ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਸ਼ਾਇਦ ਬਦਲਾਅ ਆਉਣਾ ਨਹੀਂ, ਬਦਲਾਅ ਆਉਣਾ ਹੈ ਜੀ। ਇਸ ਕਰਕੇ ਅਸੀਂ ਇਸ ਉਮੀਦ 'ਚ ਹਾਂ ਕਿ ਉਹ ਬਦਲਾਅ ਲਿਆਉਣ ਵਾਲੀਆਂ ਤਾਕਤਾਂ ਮੇਰੇ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ ਤਕੜਾਈ ਫੜ ਰਹੀਆਂ, ਮਜ਼ਬੂਤ ਹੋ ਰਹੀਆਂ, ਔਰ ਇੱਕ ਵਿਜ਼ਨ ਲੈ ਕੇ, ਜਿਹੜਾ ਵਿਜ਼ਨ ਸੱਚੀ ਮੁੱਚੀ ਇੱਕ ਲੋਕ ਪੱਖੀ ਸਮਾਜ, ਇੱਕ ਲੋਕ ਪੱਖੀ ਰਾਜ ਬਣਾਉਣ ਦਾ ਵਿਜ਼ਨ ਹੈ, ਉਹਨੂੰ ਲੈ ਕੇ ਚੱਲ ਰਹੀਆਂ। ਅੱਜ ਤੋਂ ਨਹੀਂ ਚੱਲ ਰਹੀਆਂ, ਵਰ੍ਹਿਆਂ ਤੋਂ ਚੱਲ ਰਹੀਆਂ, ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਜਿਹੜਾ ਵਿਜ਼ਨ ਹੈ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਤਾਂ ਹੀ ਲੜ ਸਕਾਂਗੇ ਜੇ ਅਸੀਂ ਇਹ ਸਮਝਾਂਗੇ ਕਿ ਕਾਫੀ ਕੁਝ ਚੰਗਾ ਵੀ ਹੈ। ਚੰਗਾ ਇਸ ਪੱਖੋਂ ਹੈ ਕਿ ਲੋਕਾਂ ਦੇ ਅੰਦਰ ਇੱਕ ਉਮੀਦ ਜਾਗੀ ਹੈ, ਲੋਕਾਂ ਦੇ ਅੰਦਰ ਇੱਕ ਚੇਤਨਾ ਜਾਗੀ ਹੈ ਕਿ ਇਸ ਮਾੜੇ ਨੂੰ ਬਦਲਣਾ ਹੈ। ਮਾੜਾ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਹਾਲਤ ਇਹ ਇੱਥੋਂ ਤੱਕ ਨਿੱਘਰ ਗਈ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਾਂ ਦੀ ਚੀਜ਼ ਦੇ ਦਰਸ਼ਨ ਨਹੀਂ ਹੋ ਰਹੇ, ਬੇਰੁਜ਼ਗਾਰੀ ਅਸਮਾਨ ਛੂਹ ਰਹੀ ਹੈ, ਮਹਿੰਗਾਈ ਲੋੜਿਆਂ ਦੀ ਵੱਧ ਗਈ ਹੈ। ਮੌਜੂਦਾ ਹੁਕੂਮਤ ਨੇ ਜਿਹੜੀ ਕੇਂਦਰ 'ਤੇ ਰਾਜ ਕਰਦੀ ਹੈ, ਈਵਨ ਦਾਲਾਂ, ਚੌਲ, ਆਟਾ, ਖਾਣ ਵਾਲੇ ਤੇਲ, ਉਹਨਾਂ 'ਤੇ GST 5% ਵਧਾਤੀ ਹੈ। ਗਰੋਸਰੀ ਦੇ ਰੇਟ ਵਧੇ ਨੇ ਜੀ। ਗਰੋਸਰੀ ਦੇ ਰੇਟ ਪੂਰੇ ਦੁਨੀਆ ਦੇ ਵਿੱਚ ਹੀ ਵਧੇ ਹੈ ਕਿਉਂਕਿ ਅਮਰੀਕਾ ਨਾਂ ਦੀ ਵੱਡੀ ਜਿਹੜੀ ਤਾਕਤ ਹੈ, ਉਹਨਾਂ ਨੇ ਆਪ ਦਾ ਜਿਹੜਾ ਸੰਕਟ ਹੈ, ਖੜੋਤ ਦਾ ਸੰਕਟ ਜੀ, ਜਿਹਨੂੰ ਸਟੈਗਨੇਸ਼ਨ ਦਾ ਸੰਕਟ ਕਹਿੰਦੇ ਆ, ਕਿਉਂਕਿ ਉਹ ਪੈਦਾ ਕਰ ਰਹੇ ਆ, ਖਰੀਦਦਾਰ ਨਹੀਂ ਹੈ। ਉਹ ਆਪ ਦਾ ਕੀਮਤ, ਆਪ ਦਾ ਮੁੱਲ ਕਾਇਮ ਰੱਖਣ ਦੇ ਲਈ ਚੀਜ਼ਾਂ ਤਾਂ ਸਮੁੰਦਰ ਛੁੱਟ ਦੇਣਗੇ ਤਾਂ ਕਿ ਉਹਨਾਂ ਦਾ ਮਾਰਕੀਟ ਦੇ ਵਿੱਚ ਰੇਟ ਹੈ ਜਿਹੜਾ ਉਹ ਕਾਇਮ ਰਹੇ। ਉਹ ਨਵੀਆਂ ਤਕਨੀਕਾਂ ਲਿਆ ਰਿਹਾ, ਨਵੇਂ ਤਰੀਕੇ ਲਿਆ ਰਿਹਾ ਲੁੱਟਣ ਦੇ। ਸਾਡੇ ਭਾਰਤ ਦੇਸ਼ ਦੇ ਅੰਦਰ 1995 ਤੋਂ ਜਿਹੜੀਆਂ ਨੀਤੀਆਂ ਆਈਆਂ, ਉਹਨਾਂ ਨੀਤੀਆਂ ਨੇ ਕੱਦੂਕਸ ਕਰਤਾ ਸਾਡੇ ਪੂਰੇ ਅਰਥਚਾਰੇ ਦਾ। ਐਡਾ ਤਕੜਾ ਕੱਦੂਕਸ ਕੀਤਾ ਹੈ ਕਿ ਜਿਹਦੇ ਨਾਲ ਮਹਿੰਗਾਈ ਲੱਕ ਤੋੜ ਵੱਧ ਰਹੀ ਹੈ, ਜਿਹਦੇ ਨਾਲ ਛਾਂਟੀਆਂ ਵੱਧ ਰਹੀਆਂ, ਜਿਹਦੇ ਨਾਲ ਪੱਕੀ ਨੌਕਰੀ ਖਤਮ ਹੋ ਗਈ ਹੈ, ਜਿਹਦੇ ਨਾਲ ਠੇਕੇਦਾਰੀ ਸਿਸਟਮ ਹੈ ਜਿਹੜਾ, ਉਹਨੇ ਪੂਰੇ ਦੇਸ਼ ਦੇ ਅਰਥਚਾਰੇ ਨੂੰ ਆਪਣੇ ਕੰਟਰੋਲ 'ਚ ਲੈ ਲਿਆ। ਹੁਣ 40,000 ਦੀ ਤਨਖਾਹ ਦੀ ਥਾਂ 'ਤੇ ਜੇ 7,000 ਤਨਖਾਹ ਮਿਲੇਗੀ ਤਾਂ ਉਹ 7,000 ਵਾਲਾ ਕਿੰਨੀ ਕੁ ਪਰਚੇਜਿੰਗ ਪਾਵਰ ਰੱਖਦਾ, ਕੀ ਖਾਏਗਾ, ਕੀ ਪੀਏਗਾ, ਕੀ ਪਹਿਨੇਗਾ, ਕੀ ਬੱਚਿਆਂ ਨੂੰ ਪੜ੍ਹਾਏਗਾ, ਕੀ ਬੱਚਿਆਂ ਦਾ ਵਿਕਾਸ ਕਰੇਗਾ, ਹੈ ਨਾ। ਇਸ ਹਾਲਤ ਦੇ ਵਿੱਚ ਲੋਕ ਜਿਵੇਂ ਕਿਵੇਂ ਵਕਤ ਨੂੰ ਧੱਕਾ ਦੇ ਰਹੇ ਹੈ। ਤੁਹਾਡੀ ਇਹ ਜਿਹੜੀ ਗੱਲ ਹੈ, ਜਿਸ ਤਰ੍ਹਾਂ ਦੀ ਤੁਸੀਂ ਆਰਥਿਕ ਸਥਿਤੀ ਦਾ ਵਰਣਨ ਕਰ ਰਹੇ ਹੋ, ਇਹ ਜਿਹੜਾ ਗ੍ਰਾਫ ਆ ਦਿਨੋਂ ਦਿਨ ਬੁਰਾਈ ਵਾਲਾ ਜਾਂ ਗਿਰਾਵਟ ਵਾਲਾ ਗ੍ਰਾਫ ਆ, ਉਹ ਲਗਾਤਾਰ ਉੱਪਰ ਜਾ ਰਿਹਾ। ਤੁਸੀਂ ਵੀ ਓਬਜ਼ਰਵ ਕੀਤਾ ਹੋ ਇੰਨੇ ਸਾਲਾਂ ਦੇ ਦੌਰਾਨ, ਪਰ ਨਾਲ ਤੁਸੀਂ ਆਸਵੰਦ ਵੀ ਹੈਗੇ ਆ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਵੀ ਇਹੋ ਜਿਹੀਆਂ ਚੀਜ਼ਾਂ ਦਾ ਵਿਰੋਧ ਕਰਨ ਦੇ ਬਾਵਜੂਦ, ਇਹ ਆਵਾਜ਼ਾਂ ਉਠਾਉਣ ਦੇ ਬਾਵਜੂਦ, ਉਹ ਜਿਹੜਾ ਗਿਰਾਵਟ ਵਾਲਾ ਗ੍ਰਾਫ ਆ ਉਹ ਉੱਪਰ ਵੱਲ ਨੂੰ ਲਗਾਤਾਰ ਵੱਧ ਰਿਹਾ। ਲੋਕਾਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਆ, ਬਦ ਤੋਂ। ਇਹ ਦੂਸਰੇ ਪਾਸੇ ਆਪਾਂ ਚੇਂਜ ਕਿਆਸ ਰਹੇ ਹਾਂ ਕਿ ਉਹ ਵੀ ਆਉਣੀ ਹੈਗੀ ਆ। ਫਿਰ ਇਹ ਜ਼ਰੂਰੀ ਹੈ ਕਿ ਬਿਲਕੁਲ ਜਦੋਂ ਸਿਰੋਂ ਪਾਣੀ ਲੰਘ ਜਾਊਗਾ ਉਸ ਤੋਂ ਬਾਅਦ ਹੀ ਕੁਝ ਹੋ ਸਕਦਾ। ਹਾਲਾਤ ਹਮੇਸ਼ਾ ਆਪਣੀ ਤੌਰ ਤੁਰਦੇ ਹੈ, ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਦਰਿਆ ਨੂੰ ਬੰਨ੍ਹ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਦੇਸ਼ ਦੇ ਅੰਦਰ ਹਾਲਤ ਇਹ ਹੈ ਕਿ ਰੁਪਈਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ, ਚੀਜ਼ਾਂ ਵਸਤਾਂ ਦੇ ਰੇਟ ਵੱਧ ਰਹੇ ਨੇ। ਦੇਸ਼ ਦੇ ਅੰਦਰੋਂ 100 ਅਰਬ ਡਾਲਰ ਇਨਵੈਸਟਮੈਂਟ ਹੈ ਜਿਹੜੀ,
ਉਹ ਕਾਰਪੋਰੇਟ ਸੈਕਟਰ, ਵਿਦੇਸ਼ੀ ਕਾਰਪੋਰੇਟ ਸੈਕਟਰ ਕੱਢ ਕੇ ਲੈ ਗਿਆ। ਇਹਦਾ ਮਤਲਬ ਹੈ ਕਿ ਨਵੇਂ ਕੰਮ, ਨਵੇਂ ਪ੍ਰੋਜੈਕਟ, ਨਵੇਂ ਕਾਰਖਾਨੇ ਉਹ ਸਾਰੇ ਬੰਦ ਹੋ ਰਹੇ ਹੈ, ਬੇਰੁਜ਼ਗਾਰੀ ਵੱਧ ਰਹੀ ਹੈ। ਹੁਣ ਇਸ ਹਾਲਤ ਨੂੰ ਰੋਕਣਾ ਤਾਂ ਹਕੂਮਤ ਨੇ ਹੁੰਦਾ ਜਾਂ ਸਰਕਾਰ ਨੇ ਜਿਹੜਾ ਇਹਦੇ 'ਤੇ ਪਹਿਰਾ ਦੇਣਾ ਹੁੰਦਾ। ਪਰ ਜੇ ਸਰਕਾਰ ਸਿਰਫ 1% ਲੋਕਾਂ ਦਾ ਖਿਆਲ ਕਰੂਗੀ, ਕਾਰਪੋਰੇਟ ਦਾ ਖਿਆਲ ਕਰੂਗੀ, 99% ਲੋਕਾਂ ਦਾ ਖਿਆਲ ਨਹੀਂ ਕਰੂਗੀ, ਤਾਂ ਹਾਲਤ ਤਾਂ ਬਦ ਤੋਂ ਬਦਤਰ ਹੋਊਗੀ। ਸਵਾਲ ਇਹ ਹੈ ਕਿ ਜਿਹੜੇ 99% ਜਾਂ 90% ਲੋਕ ਇਸ ਚੱਕੀ 'ਚ ਪਿਸ ਰਹੇ ਨੇ ਜੀ, ਦੁਖੀ ਜਾਣੀ ਵਕਤ ਨੂੰ ਧੱਕਾ ਦੇ ਰਹੇ ਨੇ, ਉਹ ਲੋਕ ਔਰਗਨਾਈਜ਼ ਹੋ ਕੇ ਚੇਤੰਨ ਹੋ ਕੇ ਆਪਣੇ ਸਹੀ ਦੁਸ਼ਮਣ ਦੀ ਪਛਾਣ ਕਰਕੇ ਉਹਨਾਂ ਨੂੰ ਹਿੱਟ ਕਰਨ। ਇੱਕ ਲੜਾਈ ਹੈ, ਇਹ ਲੜਾਈ ਇੱਕ ਦਿਨ ਦੀ ਨਹੀਂ ਹੈ, ਇਹ 1 ਸਾਲ ਦੀ ਨਹੀਂ ਹੈ, ਇਹਨੂੰ ਸਦੀ ਵੀ ਲੱਗ ਜਾਂਦੀ ਹੈ। ਕਈ ਵਾਰੀ ਇੱਕ ਚਿੰਗਾਰੀ ਜੰਗਲ ਨੂੰ ਅੱਗ ਵੀ ਲਾ ਦਿੰਦੀ ਹੈ ਅਤੇ ਸਾਰਾ ਕੁਛ ਜਿਹੜਾ ਲੋਕ ਵਿਰੋਧੀ ਹੈ, ਲੋਕਾਂ ਦੇ ਉਲਟ ਹੈ, ਉਹਨੂੰ ਫਨਾਹ ਵੀ ਕਰ ਦਿੰਦੀ ਹੈ। ਜਦੋਂ ਵੀ ਜਿੱਥੇ ਵੀ ਦੁਨੀਆ 'ਚ ਇਨਕਲਾਬ ਆਏ ਨੇ, ਉਹ ਇਨਕਲਾਬ ਲਿਆਉਣ ਦੇ ਲਈ ਯਤਨ ਕੀਤੇ ਹੈ, ਪਰ ਕਈ ਵਾਰੀ ਹਾਲਾਤ ਕਰਵਟ ਇਸ ਰੁੱਖ ਵੀ ਲੈ ਲੈਂਦੇ ਆ ਕਿ ਜਿਹੜਾ ਕੰਮ ਤੁਸੀਂ ਸਾਲਾਂ 'ਚ ਕਰਨਾ ਹੈ, ਜਿਹੜਾ ਕੰਮ ਤੁਸੀਂ ਵੀ ਸਦੀਆਂ 'ਚ ਕਰਨਾ, ਉਹ ਤੁਸੀਂ 10 ਦਿਨਾਂ 'ਚ 10 ਦਿਨ ਜਿੰਨਾ ਦੁਨੀਆ ਹਿਲਾ ਦਿੱਤੀ। ਸ਼ਾਇਦ ਤੁਸੀਂ ਪੜ੍ਹਿਆ ਹੋਣਾ ਨਾਵਲ, ਰਸ਼ੀਅਨ ਨਾਵਲ ਹੈ ਨਾ। ਤਾਂ ਉਹਨਾਂ ਨੇ ਯਾਰ ਦਾ ਉਹ ਤਖਤਾ ਜਿਹੜਾ ਰੂਸ ਦੇ ਅੰਦਰ ਪਲਟਾਇਆ ਸੀ, ਉਹ ਦੁਨੀਆ ਦੇ ਅੱਗੇ ਇੱਕ ਨਵਾਂ ਸਬਕ ਦਿੱਤਾ ਸੀ, ਲੈਸਨ ਦਿੱਤਾ ਸੀ, ਦੁਨੀਆ ਨੇ ਰਾਹ ਵਿਖਾਇਆ ਸੀ। ਹੁਣ ਭਾਰਤ ਦੇ ਲੋਕ, ਦੇਸ਼ ਦੇ ਲੋਕ ਜਾਂ ਮੇਰੇ ਪੰਜਾਬ ਦੇ ਲੋਕ ਉੱਧਰ ਨੂੰ ਮੂਵ ਹੋ ਰਹੇ ਨੇ, ਉੱਧਰ ਨੂੰ ਵੱਧ ਰਹੇ ਨੇ। ਜਿਹੜਾ ਜਿਸ ਤਰ੍ਹਾਂ ਦੇ ਇਨਕਲਾਬ ਨੂੰ ਤੁਸੀਂ ਕਿਆਸ ਰਹੇ ਹੋ, ਜਦੋਂ ਆਪਾਂ ਸਰਕਾਰੀ ਤੰਤਰ ਦੇਖਦੇ ਹੈਗੇ ਹਾਂ ਕਿ ਸ਼ਾਇਦ ਇਹ ਜਿਹੜੀ ਤਬਦੀਲੀ ਆ ਆਪਣੇ ਜਿਵੇਂ ਲੋਕਤੰਤਰ ਦੇ ਵਿੱਚ ਵੋਟਾਂ ਦੇ ਜ਼ਰੀਏ ਹੀ ਆਉਂਦੀ ਹੈ। ਬੰਗਾਲ ਦੇ ਵਿੱਚ ਆਪਾਂ ਦੇਖਿਆ ਇਹ ਲੋਕਾਂ ਦਾ ਵਿਸ਼ਵਾਸ ਏਡੀ ਛੇਤੀ ਹਿੱਲ ਜਾਂਦਾ ਵੀ ਇਹ ਕਾਮਯਾਬ ਹੋ ਨਹੀਂ ਸਕਣੀ ਇਹ ਚੀਜ਼। ਇਸ ਕਰਕੇ ਜੋ ਕੁਝ ਹੈਗਾ ਉਹਦੇ ਨਾਲ ਗੁਜ਼ਾਰਾ ਕਰਨ ਦੀ ਉਹ ਜਿਹੜੀ ਗੁਜ਼ਰ ਬਸਰ ਹੈ ਉਹ ਕਰਨੀ ਸ਼ੁਰੂ ਕਰ ਦਿੰਦੇ ਆ। ਕੀ ਕਾਰਨ ਹੈ ਕਿ ਇਹ ਬੰਗਾਲ ਦੇ ਵਿੱਚ ਵੀ ਜਿਹੜਾ ਸਹੀ ਤਰੀਕੇ ਦਾ ਜਿਹੜਾ ਮਾਡਲ ਹੈ ਉਹ ਪੇਸ਼ ਨਹੀਂ ਹੋ ਸਕਿਆ? ਬਾਕੀ ਸਟੇਟਸ ਦੇ ਵਿੱਚ ਵੀ ਪੋਸੀਬਲੀ ਹੋ ਸਕਦਾ ਸੀ। ਪੂਰੇ ਦੇਸ਼ 'ਚ ਉਹਨਾਂ ਚਿਰ ਨਹੀਂ ਹੋਣਾ। ਕੋਈ ਲੱਖ ਦਾਅਵੇ ਕਰੇ, ਚਾਹੇ ਕੇਜਰੀਵਾਲ ਸਾਹਿਬ ਦਾਅਵੇ ਕਰ, ਚਾਹੇ ਮਮਤਾ ਬਨਰਜੀ ਦਾਅਵੇ ਕਰੇ, ਜੀ ਇਹ ਨਹੀਂ ਹੋਣਾ। ਉਹਦਾ ਕਾਰਨ ਹੈ, ਇੱਕ ਬੇਸਿਕ ਕਾਰਨ ਹੈ, ਉਹ ਇਹ ਹੈ ਵੀ ਜਿੰਨੀ ਦੇਰ ਤੱਕ ਪੈਦਾਵਾਰ ਦੇ ਸਾਧਨਾਂ 'ਤੇ ਕਬਜ਼ਾ ਹੈ ਇੱਕ ਕਲਾਸ ਦਾ, ਜਿਹਨੂੰ ਅਸੀਂ ਕਾਰਪੋਰੇਟ ਜਾਂ ਪੂੰਜੀਵਾਦੀ ਕਲਾਸ ਕਹਿੰਦੇ ਹਾਂ, ਜਿਹਨੂੰ ਅਮੀਰ ਵਰਗ ਕਹਿੰਦੇ ਹਾਂ, ਜਿੰਨਾ ਚਿਰ ਉਹ ਖਤਮ ਨਹੀਂ ਹੁੰਦਾ, ਠੀਕ ਹੈ ਨਾ, ਤੁਹਾਡੀਆਂ ਸ਼ੁਭ ਇਛਾਵਾਂ ਹੋਣਗੀਆਂ। ਤੁਸੀਂ ਬਿਜਲੀ ਦਾ ਬਿੱਲ 0 ਭੇਜ ਕੇ ਖੁਸ਼ ਹੋ ਸਕੋਗੇ, ਅਸੀਂ ਲੋਕਾਂ ਦਾ ਬਹੁਤ ਫਾਇਦਾ ਕਰਤਾ ਹੈ। ਤੁਸੀਂ ਬੱਸ ਦੇ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਦੇ ਸਕੋਗੇ, ਸਹੂਲਤਾਂ ਦੇ ਸਕੋਗੇ। ਤੁਸੀਂ ਜਿਹੜੇ ਟਿਊਬਲਾਂ ਦੇ ਬਿੱਲ ਹੈ ਉਹ ਮਾਫ਼ ਕਰ ਦਿਓਗੇ, ਹੈ ਨਾ। ਇਹ ਛੋਟੇ ਛੋਟੇ ਸੁਧਾਰ ਨੇ, ਛੋਟੇ ਛੋਟੇ ਜਿਹੜੇ ਇੱਕ ਤਰ੍ਹਾਂ ਦੇ ਵਹਿਮ ਨੇ ਕਿ ਸ਼ਾਇਦ ਇਹਦੇ ਨਾਲ ਲੋਕਾਂ ਦੀ ਜ਼ਿੰਦਗੀ ਬਦਲ ਜਾਏਗੀ। ਲੋਕਾਂ ਦੀ ਜ਼ਿੰਦਗੀ ਬਦਲਣੀ ਹੈ ਜਦੋਂ ਲੋਕਾਂ ਦਾ ਇਸ ਸਿਸਟਮ ਦੇ ਵਿੱਚ ਪੂਰਾ ਹੱਥ ਹੋਊਗਾ। ਸਿਸਟਮ 'ਚ ਹੱਥ ਹੋਣ ਦਾ ਮਤਲਬ ਹੈ ਕਿ ਦੇਸ਼ ਦੀ ਜ਼ਮੀਨ 'ਤੇ, ਦੇਸ਼ ਦੇ ਕਾਰਖਾਨਿਆਂ 'ਤੇ ਉਹਨਾਂ ਦਾ ਕਬਜ਼ਾ ਹੋਊਗਾ। ਸ਼ਾਇਦ ਜੇ ਤੁਸੀਂ ਫਿਲਮ ਵੇਖ ਸਕੇ ਹੋਵੋ ਛੱਲਾ ਮੁੜ ਕੇ ਨਹੀਂ ਆਇਆ, ਹਾਂਜੀ ਦੇਖ ਲਈ ਹੈ ਨਾ। ਉਹਦਾ ਲਾਸਟ ਸੀਨ ਕੀ ਹੈ, ਲਾਸਟ ਉਹਦਾ ਮੈਸੇਜ ਕੀ ਹੈ ਕਿ ਜਿਹੜੇ ਮਜ਼ਦੂਰ ਨੇ ਅੱਕ ਕੇ ਫਿਰ ਉਹ ਉਸ ਮਿੱਲ ਦੇ ਮਾਲਕ ਬਣਦੇ ਨੇ। ਬਿਲਕੁਲ ਠੀਕ ਹੈ ਨਾ। ਇਹ ਉਸ ਮਿੱਲ ਦੇ ਮਾਲਕ ਬਣਨ ਦਾ ਜਿਹੜਾ ਸਵਾਲ ਹੈ, ਇਹਨੂੰ ਇਨਕਲਾਬ ਕਹਿੰਦੇ ਆ ਕਿ ਜ਼ਮੀਨ ਦੇ ਮਾਲਕ ਬਣਨਾ, ਕਿ ਕਾਰਖਾਨੇ ਦੇ ਮਾਲਕ ਬਣਨਾ। ਸਾਡਾ ਸੁਪਨਾ ਇਹ ਹੈ, ਸਾਡਾ ਵਿਜ਼ਨ ਇਹ ਹੈ, ਜਾਂ ਸਾਡਾ ਮਕਸਦ ਇਹ ਹੈ ਕਿ ਅਸੀਂ ਇਨਕਲਾਬ ਕਰਕੇ ਰਾਜ ਸੱਤਾ ਪਲਟਾ ਕੇ ਦੇਸ਼ ਦੇ ਕਿਰਤੀ ਵਰਗ ਨੂੰ, ਠੀਕ, ਇਸ ਪੈਦਾਵਾਰ ਦਾ ਮਾਲਕ ਬਣਾਈਏ। ਜਦੋਂ ਮਾਲਕ ਬਣ ਗਏ, ਜਦੋਂ ਸਰਕਾਰ ਨੇ ਇਹ ਗਰੰਟੀ ਕਰ ਲਈ ਕਿ ਨਵਜੋਤ ਤੋਂ ਲੈ ਕੇ ਕਮਲਜੀਤ ਤੱਕ ਹਰ ਬੰਦੇ ਦੀ ਰੋਟੀ ਦਾ ਖਿਆਲ ਸਰਕਾਰ ਨੇ ਕਰਨਾ ਹੈ, ਰੋਜੀ ਦਾ ਖਿਆਲ ਸਰਕਾਰ ਨੇ ਕਰਨਾ ਹੈ, ਜਦੋਂ ਇਹ ਉਹਨਾਂ ਦੀ ਡਿਊਟੀ ਬਣ ਗਈ ਕਿ ਤੁਹਾਨੂੰ ਫ੍ਰੀ ਵਿੱਦਿਆ ਦੇਣੀ ਹੈ, ਤੁਹਾਨੂੰ ਫ੍ਰੀ ਸਫ਼ਰ ਦੇਣਾ ਹੈ, ਤੁਹਾਨੂੰ ਫ੍ਰੀ ਇਲਾਜ ਦੇਣਾ ਹੈ, ਜਦੋਂ ਸਰਕਾਰ ਦੀ ਇਹ ਡਿਊਟੀ ਬਣ ਗਈ ਕਿ ਜਿਹੜੇ ਹੱਥ ਕੰਮ ਮੰਗਦੇ ਹੈ ਉਹਨਾਂ ਨੂੰ ਕੰਮ ਦੇਣਾ ਹੈ, ਜਿਹੜੇ ਮੂੰਹ ਰੋਟੀ ਮੰਗਦੇ ਆ ਉਹਨਾਂ ਨੂੰ ਰੋਟੀ ਦੇਣੀ ਹੈ, ਤਾਂ ਫਿਰ ਕਰਪਸ਼ਨ ਕਿੱਥੇ ਰਹਿ ਜਾਏਗੀ? ਫਿਰ ਲੋਕ ਇੱਕ ਉਸ ਪਵਿੱਤਰ ਚੇਤਨਾ ਦੇ ਨਾਲ ਦੇਸ਼ ਦੇ ਵਿਕਾਸ
ਲਈ ਕੰਮ ਕਰਨਗੇ, ਦੇਸ਼ ਦੀ ਤਰੱਕੀ ਲਈ ਕੰਮ ਕਰਨਗੇ, ਜਿਹੜੇ ਦੇਸ਼ ਨੂੰ ਉਹ ਆਪਣਾ ਸਮਝਣ ਲੱਗਣਗੇ। ਹੁਣ ਤਾਂ ਧੱਕੇ ਨਾਲ ਤਿਰੰਗੇ ਦੇ ਕੇ ਦੇਸ਼ ਨੂੰ ਆਪਣਾ ਬਣਾਇਆ ਜਾ ਰਿਹਾ, ਧੱਕੇ ਨਾਲ ਤਿਰੰਗੇ ਦੇ ਕੇ ਦੇਸ਼ ਨੂੰ ਆਪਣਾ ਬਣਾਇਆ ਜਾ ਰਿਹਾ, ਅਤੇ ਲੋਕ ਇਹ ਕਹਿ ਰਹੇ ਵੀ ਤਿਰੰਗਾ ਤਾਂ ਸਾਡੇ ਕੋਲ ਹੈਗਾ, ਸਾਨੂੰ ਘਰ ਤਾਂ ਦੇ ਦਿਓ। ਹੁਣ 35% ਲੋਕਾਂ ਕੋਲ ਮੇਰੇ ਦੇਸ਼ ਦੇ ਅੰਦਰ ਘਰ ਨਹੀਂ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਤੁਸੀਂ ਇੱਕ ਪਖੰਡ ਕਰ ਰਹੇ ਹੋ। ਇੱਕ ਤਰ੍ਹਾਂ ਦਾ ਹਿਟਲਰ ਦਾ ਤਰੀਕਾ ਹੈ ਇੱਕ ਅਖੌਤੀ ਰਾਸ਼ਟਰਵਾਦ ਖੜ੍ਹਾ ਕਰਨ ਦਾ, ਕਿ ਅਸੀਂ ਤਿਰੰਗੇ ਨੂੰ ਪਿਆਰ ਕਰਦੇ ਹਾਂ। ਲੋਕੀ ਕਹੇ ਤੇ ਤਿਰੰਗੇ ਨੂੰ ਪਿਆਰ ਕਰਨ, ਇਹ ਗੱਲ ਅੱਡ ਹੈ। ਲੋਕ ਸਵੈ ਤੌਰ 'ਤੇ, ਆਜ਼ਾਦਾਨਾ ਤੌਰ 'ਤੇ, ਆਪਣੇ ਮਾਨਸਿਕ ਤੌਰ 'ਤੇ ਹੈ ਨਾ ਪਿਆਰ ਕਰਨ ਤਿਰੰਗੇ ਨੂੰ, ਅਤੇ ਉਹ ਆਪਦੇ ਘਰਾਂ 'ਤੇ ਤਿਰੰਗਾ ਲਹਿਰਾਉਣ। ਇਹੋ ਜਿਹੀ ਹਾਲਤ ਤਾਂ 75 ਸਾਲਾਂ 'ਚ ਬਣੀ ਨਹੀਂ। ਤੁਸੀਂ ਅੰਮ੍ਰਿਤ ਮਹੋਤਸਵ ਵੀ ਬਣਾ ਲਓ ਆਜ਼ਾਦੀ ਦਾ, ਉਹਦੇ ਨਾਲ ਅੰਮ੍ਰਿਤ ਲੋਕਾਂ ਕੋਲ ਨਹੀਂ ਗਿਆ, ਜ਼ਹਿਰ ਹੀ ਗਈ ਹੈ ਨਾ। ਤੁਸੀਂ ਜ਼ਹਿਰ ਦੀ ਵੀ 75ਵੀਂ ਵਰ੍ਹੇਗੰਢ ਤਾਂ ਮਨਾ ਸਕਦੇ ਹੋ, ਅੰਮ੍ਰਿਤ ਕਿੱਥੇ ਹੈ? ਅੰਮ੍ਰਿਤ ਤਾਂ 10% ਲੋਕਾਂ ਕੋਲ, 1% ਲੋਕਾਂ ਕੋਲ ਹੈ। ਇਹ ਖੇਖਣ ਕਰਦੇ ਆ, ਪਖੰਡ ਕਰਦੇ ਆ। ਇਹ ਹਾਲਤ ਹੈ ਜਿਹੜੇ ਸਾਡੇ ਦੇਸ਼ ਦੇ, ਇਹਨੂੰ ਬਦਲਣ ਦੇ ਲਈ ਇਨਕਲਾਬ ਦੀ ਲੋੜ ਹੈ। ਬਹੁਤ ਚੰਗੀਆਂ ਗੱਲਾਂ ਲੱਗਦੀਆਂ ਜਦੋਂ ਹੁਣ ਆਹ ਸੁਣਦੇ ਹਾਂ। ਤੁਸੀਂ ਹੁਣ ਇੱਕ ਪਿਕਚਰ ਪੇਸ਼ ਕਰ ਦਿੱਤੀ ਹੈ ਕਿ ਅਸੀਂ ਆਹ ਨਹੀਂ ਚਾਹੁੰਦੇ, ਅਸੀਂ ਆਹ ਚਾਹੁੰਦੇ ਹਾਂ, ਆਹ ਚੀਜ਼ਾਂ ਹੋ ਰਹੀਆਂ। ਤਿਰੰਗੇ ਨਾਲ ਪਿਆਰ ਕਰਨ ਦੀ ਵੀ ਗੱਲ ਕੀਤੀ ਹੈ। ਪਿਆਰ ਦੇ ਬਾਰੇ ਤਾਂ ਆਪਾਂ ਚਲੋ ਕਿਸੇ ਨਾਲ ਵੀ ਹੋਵੇ ਕਿ ਧੱਕੇ ਨਾਲ ਪਿਆਰ ਨਹੀਂ ਕਰਾਇਆ ਜਾ ਸਕਦਾ। ਪਿਆਰ ਤਾਂ ਹੋ ਜਾਣਾ ਚਾਹੀਦਾ, ਹੋ ਜਾਂਦਾ, ਬਹੁਤ ਸਹਿਜ ਹੋਣਾ ਚਾਹੀਦਾ। ਇਸ ਗੱਲ ਦੇ ਵਿੱਚ ਬਿਲਕੁਲ ਸੱਚਾਈ ਹੈਗੀ ਆ। ਪਰ ਇਹ ਹੋਊ ਕਿੱਦਾਂ? ਇਹ ਬਹੁਤ ਵੱਡਾ ਸਵਾਲ ਹੈ। ਤੁਹਾਡੇ ਵਰਗੇ ਹੋਰ ਬਹੁਤ ਸਾਰੇ ਲੋਕ ਹੋਣਗੇ ਜਾਂ ਸੰਸਥਾਵਾਂ ਹੋਣਗੀਆਂ ਜਿਹੜੀਆਂ ਇਸ ਚੀਜ਼ ਦੇ ਲਈ ਯਤਨਸ਼ੀਲ ਹੋਣਗੀਆਂ। ਥੋੜ੍ਹਾ ਮੈਂ ਅੱਗੇ ਚੱਲ ਕੇ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਕਿਸਾਨ ਅੰਦੋਲਨ ਦੇ ਦੌਰਾਨ ਵੀ ਲੋਕਾਂ ਦੇ ਵਿੱਚ ਉਹ ਜਿਹੜੀਆਂ ਭਾਵਨਾਵਾਂ ਬਹੁਤ ਜ਼ਿਆਦਾ ਪ੍ਰਬਲ ਦਿਸ ਰਹੀਆਂ ਸੀ। ਉਸ ਵੇਲੇ ਲੱਗਦਾ ਸੀ ਕਿ ਕੁਝ ਹੋ ਜਾਣਾ ਠੀਕ ਹੈ। ਜਿਹੜੇ ਉਸ ਵੇਲੇ ਕਾਨੂੰਨ ਆ ਉਹ ਵਾਪਸ ਹੋਏ, ਪਰ ਨਾਲ ਬਹੁਤ ਵੱਡੀਆਂ ਆਸਾਂ ਸਾਡੀਆਂ ਇੱਥੇ ਬੈਠਿਆਂ ਦੀਆਂ ਹੋਰ ਵੀ ਬਣ ਗਈਆਂ ਸੀ ਕਿ ਹੁਣ ਸ਼ਾਇਦ ਉੱਥੇ ਜਿਹੜੇ ਡਿਫਰੈਂਸਿਸ ਆ, ਚਾਹੇ ਜਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਲੋਕ ਇੰਨੇ ਚੇਤਨ ਹੋ ਗਏ ਆ, ਇਹ ਸਭ ਕੁਝ ਲੈਵਲ ਹੋ ਜਾਣਾ, ਇੱਕਦਮ ਠੀਕ ਠਾਕ ਹੋ ਜਾਣਾ। ਅਫਸੋਸ ਕਿ ਉਹ ਹੋ ਨਹੀਂ ਸਕਿਆ। ਸਾਡੇ ਕੁਝ ਸੁਣਨ ਵਾਲੇ ਸਾਡੇ ਨਾਲ ਜੁੜ ਰਹੇ ਨੇ। ਭਾਵੇਂ ਮੈਂ ਕਿਹਾ ਸੀ ਕਿ 2 ਵਜੇ ਤੋਂ ਬਾਅਦ ਕਾਲਸ ਲੈਣੀਆਂ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇੱਕ ਕਾਲ ਲੈ ਲਈਏ। ਬਹੁਤ ਦੇਰ ਦੇ ਹੋਲਡ 'ਤੇ ਨੇ। ਸਤਿੰਦਰ ਸਿੱਧੂ ਜੀ ਇਹਨਾਂ ਦੀ ਗੱਲ ਸੁਣਦੇ ਆ। ਸਤਿੰਦਰ ਸਿੱਧੂ ਜੀ। ਹਾਂਜੀ, ਪਹਿਲਾਂ ਮੇਰੇ ਦੋਸਤ ਨੂੰ ਸਤਿ ਸ਼੍ਰੀ ਅਕਾਲ, ਸਲਾਮ। ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ। ਠੀਕ ਹੈ ਜੀ, ਬਹੁਤ ਚਿਰ ਤੋਂ ਜਾਣਦੇ ਹਾਂ, ਬਾੜੇ ਥਾਵਾਂ 'ਤੇ ਇਕੱਠੇ ਹੋਏ ਹਾਂ, ਵੱਖਰੇ ਵੱਖਰੇ ਤਰੀਕਿਆਂ ਤੋਂ, ਅਤੇ ਅਸੀਂ ਸ਼ੇਖਣ ਵੀ ਬਹੁਤ ਵਾਰੀ ਕੀਤਾ। ਮੈਨੂੰ ਮਾਣ ਅੱਜ ਇਹਨਾਂ ਨੂੰ ਦੇਖ ਰਹੇ ਹਾਂ। ਸਤਿੰਦਰ ਸਿੱਧੂ ਹੁਣਾਂ ਦੇ ਨਾਲ ਮਿਹਰਬਾਨੀ ਜੀ। ਮੈਂ ਇਮੋਸ਼ਨਲ, ਸੌਰੀ, ਗਲਤੀ ਮਾਫ਼ ਕਰਨਾ ਸਾਥੀ। ਅਤੇ ਬਾਕੀ ਜਿਹੜਾ ਇਹਨਾਂ ਨੇ ਕਿਹਾ ਵੀ ਰੂਸ ਦੀ ਗੱਲ ਕੀਤੀ ਹੈ, ਰੂਸ ਦਾ ਇਨਕਲਾਬ 1890 ਤੋਂ ਬਾਅਦ ਕ੍ਰਾਂਤੀ ਸ਼ੁਰੂ ਹੋਈ ਸੀ। 1905 ਦੇ ਵਿੱਚ ਗੋਰਕੀ ਨੇ ਜਿਹੜਾ ਨਾਵਲ ਲਿਖਿਆ ਸੀ, ਉਹ ਪਹਿਲੀ ਇਨਕਲਾਬ ਦੀ ਫੇਲੂਅਰ 'ਤੇ ਲਿਖਿਆ ਸੀ। ਮਾਂ ਬਹੁਤ ਦੁਨੀਆ ਦੀ 27-28 ਜ਼ਬਾਨਾਂ 'ਚ ਲਿਖਿਆ ਹੈਗਾ। ਰੂਸ ਤੋਂ ਬਾਅਦ ਜਿਹੜਾ ਕੁਝ ਹੋਇਆ, 40 ਸਾਲ ਕਾਰਮਲ ਸਟਾਲਿਨ ਨੇ ਉਸ ਸਿਸਟਮ ਨੂੰ ਸਥਾਪਿਤ ਕੀਤਾ, ਜ਼ੋਰ ਲਾ ਕੇ ਸਥਾਪਿਤ ਕੀਤਾ। ਉਸ ਤੋਂ ਬਾਅਦ ਕੁਝ ਕਾਰਨਾਂ ਕਰਕੇ ਉਹ 1953 ਦੇ ਵਿੱਚ ਫੇਲ ਹੋ ਗਏ, ਕਿਉਂਕਿ ਉੱਥੇ ਉਹੀ ਪੁਰਾਣੀ ਜਿਹੜੀ ਕਮਿਊਨਿਸਟ ਪਾਰਟੀ ਸੀਗੀ ਉਹ ਕਾਬਜ਼ ਹੋ ਗਈ, ਕਿਉਂਕਿ ਬਾਹਲੇ ਬੰਦੇ ਲੀਡਰ ਬਣ ਕੇ ਆਪਦੇ ਪੈਸੇ ਜਮ੍ਹਾਂ ਕਰਨ ਲੱਗੇ। ਉਹ ਫੇਰ ਮੋਨੋਪਲੀ ਹੋ ਗਈ। ਇਹ ਹਿਸਟਰੀ ਆ ਵਰਲਡ ਦੀ। ਉਦੋਂ ਉਹੀ ਬਾਅਦ ਉਹੀ ਚੀਜ਼ 1949 'ਚ ਕਾਮਨ ਮੌਜੂਦਗੀ ਨੇ ਕੀਤਾ। ਕਾਮਨ ਮੌਜੂਦਗੀ ਨੇ 20 ਤੋਂ ਸ਼ੁਰੂ ਕੀਤਾ ਸੀ। 49 ਦੇ ਵਿੱਚ ਹਿੰਦੁਸਤਾਨ ਤੋਂ 2 ਸਾਲ ਬਾਅਦ ਉਹਨੇ ਇੱਕ ਵੱਖਰਾ ਮਾਡਲ ਪੇਸ਼ ਕੀਤਾ। ਉੱਥੇ ਬੇਸ਼ੱਕ ਕਮਿਊਨਿਜ਼ਮ ਨਹੀਂ ਸਥਾਪਿਤ ਹੋ ਰਿਹਾ। 1957 ਦੇ ਵਿੱਚ ਉਹਦੀ ਪਾਰਟੀ ਦੀ ਇੰਨੀ ਬੁਰੀ ਹਾਲਤ, ਉਹ ਇਕੱਲਾ 1-2 ਬੰਦੇ ਰਹਿ ਗਏ ਸੀ। ਉਹਨੂੰ ਝੰਡਾ ਖੜਾ ਕਰਕੇ ਖੁਦ ਤੁਰ ਪਿਆ। ਉਹਦੇ ਮਗਰ ਸਾਰੇ ਇਹਨਾਂ ਨਾਲ ਕਮਲਜੀਤ ਹੋਣਾ ਦੇ ਨਾਲ ਹੋਰ ਕੋਈ ਗੱਲ ਕਰਨੀ ਤੁਸੀਂ ਜੀ? ਨਹੀਂ, ਮੈਂ ਇਹਨਾਂ ਦਾ ਫੋਨ ਚਾਹੀਦਾ ਮੈਨੂੰ, ਮੈਂ ਇਹਨਾਂ ਨੂੰ ਮਿਲਣਾ ਚਾਹੁੰਦਾ। ਮੇਰਾ ਫੋਨ ਰਿਸੈਪਸ਼ਨ ਤੋਂ ਲੈ ਸਕਦੇ, ਬੇਸ਼ੱਕ ਮੈਂ ਬੋਲਣ ਤੋਂ ਵੀ ਗਰੇਜ ਨਹੀਂ ਕਰੂੰਗਾ। ਮੇਰੇ ਦੋਸਤ ਨੇ ਵਧੀਆ, ਮੈਨੂੰ ਮਾਣ ਹੈ ਇਸ ਗੱਲ ਤੇ। ਸ਼ੁਕਰੀਆ ਤੁਹਾਡਾ ਬਹੁਤ ਬਹੁਤ ਕਾਲ ਕਰਨ ਦੇ ਲਈ। ਰਾਜਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਬਹੁਤ ਚੰਗੀ ਗੱਲ ਆ ਵੀ ਪੰਜਾਬੀ ਜਿਵੇਂ ਪਿਆਰ ਬਹੁਤ ਕਰਦੇ ਆ ਪਿੱਛੇ ਪੰਜਾਬ ਨੂੰ, ਜਾਂ ਫਿਕਰ ਬਹੁਤ ਕਰਦੇ ਆ ਜਿਵੇਂ ਕਿਸਾਨਾਂ ਦਾ। ਪਰ ਜਿਵੇਂ ਹੁਣ ਜਾ ਕੇ ਇੱਥੋਂ 5 ਸਾਲਾਂ ਬਾਅਦ, 4 ਸਾਲਾਂ ਬਾਅਦ ਉੱਥੋਂ 4-4, 5-5 ਲੱਖ ਰੁਪਈਆ ਮਾਮਲਾ ਜਾਂ ਠੇਕਾ ਫੜ ਲਿਆਉਂਦੇ ਆ, ਤੇ ਜ਼ਮੀਨਾਂ ਦੇ ਉੱਥੇ ਬਚਦਾ ਤਾਂ ਪਹਿਲਾਂ ਹੀ ਕੁਛ ਨਹੀਂ। ਤੇ ਏਕਣ ਮੁਹਿੰਮ ਨਹੀਂ ਚਲਾਉਣੀ ਚਾਹੀਦੀ ਵੀ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਹੋਵੇ ਵੀ ਬਾਹਰ ਜਿਹੜੇ ਆਪਣੇ ਸਵਰਗ ਰੂਪੀ ਮੁਲਕਾਂ 'ਚ, ਬਾਹਰਲੇ ਮੁਲਕਾਂ 'ਚ ਜਿਹੜੇ ਪੰਜਾਬੀ ਬੈਠੇ ਆ, ਵੀ ਉਹਨਾਂ ਦੇ ਜ਼ਮੀਨਾਂ ਦੇ ਮਾਮਲੇ 10-10 ਸਾਲ, 5-5 ਸਾਲ ਨਾ ਦਿਓ, ਵੀ ਘੱਟੋ ਘੱਟ ਆਪਦੇ ਪੈਰਾਂ ਤੇ ਹੋ ਜਾਣ। ਉਦੋਂ ਫਿਰ ਪੰਜਾਬੀਆਂ ਦਾ ਪਿਆਰ ਮੁੱਕ ਜੇ ਜਾਂਦਾ, ਮਤਲਬ ਸਮਝ ਹੀ ਨਹੀਂ ਆਉਂਦੀ ਹੈਗੀ ਵੀ ਉਦੋਂ ਫਿਰ ਚੱਕਰ ਕੀ ਆ। ਵੀ ਇਹ ਪੁੱਛੋ ਮਾੜਾ ਜਿਹਾ ਵੀ ਉੱਥੇ ਮੁਹਿੰਮ ਨਹੀਂ ਚਲਾਉਣੀ ਚਾਹੀਦੀ ਵੀ ਜਿਹੜੇ ਬਾਹਰ ਬੈਠੇ ਆ ਵੀ ਉਹਨਾਂ ਨੂੰ ਮਾਮਲੇ ਦੇਣੇ ਬੰਦ ਕਰ ਦਿਓ 5-10 ਸਾਲ, ਵੀ ਉਹ ਡਾਲਰਾਂ ਦੇ ਵਿੱਚ ਖੇਡਦੇ ਆ ਬਾਹਰ ਪੰਜਾਬੀ, ਤਾਂ ਉਹਨਾਂ ਨੂੰ ਲੋੜ ਤਾਂ ਹੈ ਨਹੀਂ ਵੀ ਇੰਨੇ ਪੈਸੇ ਦੀ ਉੱਥੇ ਜਾ ਕੇ ਵਿਚਾਰਿਆਂ ਦੇ। ਹਾਂਜੀ, ਕੀ ਟਿੱਪਣੀ ਹੈ ਤੁਹਾਡੀ?
ਵੀਰ ਜੀ ਬੇਨਤੀ ਇਹ ਹੈ ਕਿ ਜਿਹੜਾ ਤੁਹਾਡਾ ਸਵਾਲ ਹੈ ਇਹ ਹੋ ਜਾਏਗਾ ਪਰ ਇਹਦੇ ਲਈ ਬਹੁਤ ਤਿੱਖੀ ਚੇਤਨਾ ਦੇ ਪਸਾਰੇ ਦੀ ਲੋੜ ਹੈ, ਬਹੁਤ ਤਿੱਖੀ ਜੱਦੋਜਹਿਦ ਦੀ ਲੋੜ ਹੈ, ਕਿਉਂਕਿ ਜ਼ਮੀਨ ਦਾ ਮੋਹ ਕਿਸਾਨ ਨੂੰ, ਚਾਹੇ ਉਹ ਵਿਦੇਸ਼ 'ਚ ਬੈਠਾ ਹੈ ਜਾਂ ਦੇਸ਼ 'ਚ ਬੈਠਾ ਹੈ, ਇਹ ਇੱਕ ਵੱਡਾ ਮੋਹ ਹੈ। ਠੀਕ ਹੈ ਨਾ। ਇਸ ਮੋਹ ਦੇ ਖਿਲਾਫ ਲੜਾਈ ਵੀ ਇੱਕ ਇਨਕਲਾਬ ਦੀ ਲੜਾਈ ਹੈ, ਕਿਉਂਕਿ ਜਦੋਂ ਜ਼ਮੀਨਾਂ ਸਾਂਝੀਆਂ ਹੋਣਗੀਆਂ ਨਾ, ਜਦੋਂ ਜ਼ਮੀਨਾਂ ਸਹਿਕਾਰੀ ਹੋਣਗੀਆਂ, ਜਦੋਂ ਸਮੂਹ ਦੇ ਕੰਟਰੋਲ 'ਚ ਸਾਰੇ ਦੇਸ਼ ਦੀ ਜ਼ਮੀਨ ਆਏਗੀ ਅਤੇ ਜਿਹੜਾ ਵਾਹੁੰਦਾ ਹੈ ਉਹਦਾ ਮਾਲਕ ਹੋਏਗਾ, ਤਾਂ ਫਿਰ ਅਲਟੀਮੇਟਲੀ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਵਿਦੇਸ਼ੀ ਬੈਠੇ ਜਿਹੜੇ ਕਿਸਾਨ ਨੇ, ਜਿਹੜੇ ਮਾਮਲਾ ਫੜ ਕੇ ਵਾਪਸ ਮੁੜ ਆਉਂਦੇ ਹੈ, ਉਹਨਾਂ 'ਤੇ ਉਸ ਬਹੁਤ ਹੀ ਗੰਭੀਰ ਮਸਲੇ ਨੂੰ ਕਿਵੇਂ ਨਜਿੱਠਣਾ, ਇਹਦੇ ਲਈ ਇੱਕ ਇਨਕਲਾਬੀ ਸਰਕਾਰ ਦੀ ਔਰ ਇਨਕਲਾਬੀ ਪ੍ਰੋਗਰਾਮ ਦੀ ਲੋੜ ਹੈ। ਇਹ ਵੱਡਾ ਮਸਲਾ ਹੈ, ਛੋਟਾ ਮਸਲਾ ਨਹੀਂ ਹੈ। ਇਹਦੇ 'ਤੇ ਪ੍ਰਚਾਰ ਕਰਕੇ, ਇਹਦੇ 'ਤੇ ਲੋਕਾਂ ਨੂੰ ਸਮਝਾ ਬੁਝਾ ਕੇ ਅਸੀਂ ਇਸ ਮਸਲੇ ਦਾ ਹੱਲ ਕਰ ਲਈਏ, ਮੈਨੂੰ ਲੱਗਦਾ ਹੈ ਕਿ ਇਹ ਸੰਭਵ ਨਹੀਂ ਹੈ। ਇਹ ਇਨਕਲਾਬ ਦੀ ਲੜਾਈ ਦੇ ਦੌਰਾਨ ਜਾਂ ਇਨਕਲਾਬ ਤੋਂ ਬਾਅਦ ਜਿਹੜੀ ਇਨਕਲਾਬੀ ਸਰਕਾਰ ਬਣੇਗੀ, ਉਹ ਜ਼ਮੀਨ ਦੇ ਮਸਲੇ ਦਾ ਜਿਹੜਾ ਸਹੀ ਜਿਹੜਾ ਹੱਲ ਹੈ ਉਹ ਕਰ ਪਾਵੇਗੀ। ਤੁਹਾਡੀ ਭਾਵਨਾ ਜਿਹੜੀ, ਉਹ ਭਾਵਨਾ ਦੀ ਮੈਂ ਕਦਰ ਕਰਦਾ। ਅਗਲੇ ਲਿਸਨਰ ਨੇ ਸਵਰਨਜੀਤ ਸਿੰਘ ਜੀ। ਹਾਂਜੀ ਸਵਰਨਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ ਥੋੜ੍ਹੀ ਜਿਹੀ ਕਮਿਊਨਿਸਟੀ ਮੈਨੂੰ ਸੋਚ ਲੱਗਦੀ ਹੈ, ਜਿੱਦਾਂ ਕਿਉਂਕਿ ਇਹ ਗੱਲਾਂ ਸੁਣਦੇ ਹੀ ਅਸੀਂ ਵੱਡੇ ਹੋਏ। ਸਾਡੇ ਪਿੰਡ ਵੀ ਇੱਕ ਮੇਰਾ ਫਰੈਂਡ ਹੁੰਦਾ ਸੀ, ਬਹੁਤ ਹੀ, ਜਿੱਦਾਂ ਅਸੀਂ ਬਚਪਨ ਤੋਂ ਇਕੱਠੇ ਖੇਡੇ ਵੱਡੇ ਹੋਏ। ਉਹ ਪੜ੍ਹਿਆ ਵੀ, ਫਿਰ ਫੌਜ ਭਰਤੀ ਹੋਇਆ, ਫਿਰ ਆ ਗਿਆ। ਫਿਰ ਉਹ ਵੀ ਇਹੀ ਸੋਚ ਸੀ, ਮਤਲਬ ਵੀ ਸਾਰਿਆਂ ਨੂੰ ਬਰਾਬਰ ਕਰਨਾ। ਜਿੱਦਾਂ ਹਾਂਜੀ ਹਾਂਜੀ 2-4 ਕਿੱਲੇ ਸੀ ਉਹਨੇ ਆਪ ਜੋ ਵੇਚਤੇ, ਤੇ ਹਾਲਾਂਕਿ ਉਹਦੀ ਲੋੜ ਨਹੀਂ ਸੀ ਵੇਚਣ ਦੀ, ਉਹ ਸਾਨੂੰ ਪਤਾ ਹੈ ਕਿਉਂਕਿ ਅਸੀਂ ਉਹ ਪਿੰਡ ਦੇ ਵਾਸੀ ਹਾਂ। ਅੱਛਾ। ਪਰ ਫਿਰ ਵੀ ਉਹ ਕਹਿੰਦਾ, ਮੈਂ ਉਹਨੂੰ ਪੁੱਛਿਆ ਤੂੰ ਇਹ ਵੇਚ ਕੇ, ਕਹਿੰਦਾ ਵੀ ਸਾਡਾ ਜੋ ਰਾਜ ਆ ਗਿਆ, ਅਸੀਂ ਸਾਰਿਆਂ ਨੂੰ ਬਰਾਬਰ ਕਰ ਦੇਣਾ, ਮੈਨੂੰ ਤਾਂ ਫਿਰ 4 ਕਿੱਲੇ ਦੁਬਾਰਾ ਫਿਰ ਮਿਲ ਜਾਣੇ ਆ। ਅੱਛਾ। ਹਾਂਜੀ ਹਾਂ। ਇਹ ਜਿਹੜੇ ਨਾ, ਇਹ ਮੈਨੂੰ ਲੱਗਦਾ ਵੀ ਉਹ ਸਾਡੀ ਉਮਰ ਨਿਕਲ ਜਾਣੀ ਆ, ਤੇ ਸ਼ਾਇਦ ਤਾਂ ਬੱਚਿਆਂ ਦੀ ਵੀ ਨਿਕਲ ਜਾਏ, ਜਿਹੜੇ ਹਿਸਾਬ ਨਾਲ ਅਸੀਂ ਇੰਡੀਆ ਨੂੰ ਵਾਚ ਕਰ ਰਹੇ ਹਾਂ, ਵੀ ਇਹ ਬਦਲਾਅ ਜਿਹੜਾ ਆਉਣ ਦੇ ਵਿੱਚ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਵੀ ਇਹਨਾਂ ਦਾ ਆਪਣੇ ਜੋਤੀ ਬਾਸੂ ਹੋਰੀ ਸਾਰੇ ਦੂਜੇ ਪਾਸੇ ਰਾਜ ਰਿਹਾ ਵਾ। ਮਤਲਬ ਇਹ ਚੀਜ਼ਾਂ ਉੱਥੇ ਵੀ ਨਹੀਂ, ਮਤਲਬ ਵੀ ਸਰ ਰੋਟੀ ਪਾਣੀ ਖਾਓ, ਆਪਦਾ ਤੁਹਾਨੂੰ ਸਹੂਲਤ ਦਿੰਦੇ, ਸਾਰਾ ਕੁਝ ਦਿੰਦੇ ਆ, ਤੇ ਆਪਦਾ ਜ਼ਮੀਨਾਂ ਤੋਂ ਕਬਜ਼ੇ ਛੱਡ ਦਿਓ, ਸਰਕਾਰ ਦੇ ਸਪੁਰਦ ਸਾਰਾ ਕੁਛ ਕਰ ਦਿਓ। ਸੋ ਮੈਨੂੰ ਲੱਗਦਾ ਇਹ ਹਜੇ ਥੋੜਾ ਜਿਹਾ ਲੰਮਾ ਟਾਈਮ ਲੱਗੂਗਾ। ਸੋਚ ਇਹ ਵਧੀਆ। ਤੇ ਬਾਕੀ ਜਿਹੜੇ ਵੀਰ ਜੀ ਆਪਣੇ ਕਰਕੇ ਅਸੀਂ ਭਾਜੀ ਨੇ ਉੱਤਰ ਦਿੱਤਾ ਸੀ ਵੀ ਜ਼ਮੀਨਾਂ ਜਿਹੜੀਆਂ ਉਹ ਠੇਕੇ ਲੈਣੇ ਬੰਦ ਕਰੋ। ਉੱਥੋਂ ਵੀਰ ਜੀ ਮੈਂ ਤੁਹਾਨੂੰ ਦੱਸਦਾ ਬਈ, ਜਿਹੜਾ ਉੱਥੇ ਇੱਕ ਕਿਸਾਨ ਹੈ, ਉਹਦੇ ਕੋਲੇ 25 ਲੱਖ ਰੁਪਈਆ ਨਹੀਂ ਹੁੰਦਾ, ਉਹ ਆਪਦੇ ਧੀ ਪੁੱਤ ਨੂੰ ਜ਼ਮੀਨ ਵੇਚ ਕੇ ਸਾਰਾ ਕੁਛ ਕਰਕੇ ਖਰਚਾ ਕਰਕੇ ਤੇ ਇੱਥੇ ਭੇਜਦਾ। ਇੱਥੇ ਜਿਹੜੇ ਅੱਛਾ, ਉਹ ਜਿਹੜਾ ਕਿਸਾਨ ਹੈ ਉਹ ਔਖਾ ਹੋ ਗਿਆ, 25 ਲੱਖ ਰੁਪਈਆ ਲਾਤਾ, ਔਖਾ ਹੋ ਗਿਆ, ਧੀ ਪੁੱਤ ਉਹਦਾ ਇੱਥੇ ਆ ਗਿਆ। ਧੀ ਤਾਂ ਹੈ ਤਾਂ ਉਹਦਾ ਧੀ ਪੁੱਤ ਹੈ ਨਾ, ਉਹ ਕਿਸਾਨ ਦਾ। ਉਹ ਧੀ ਪੁੱਤ ਤੋਂ ਇੱਥੇ ਅਸੀਂ 1800 ਬੇਸਮੈਂਟ ਦਾ ਮੰਗਦੇ ਹਾਂ, ਉੱਥੇ ਕਹਿੰਦੇ ਆਪਾਂ ਜ਼ਮੀਨ ਉਹਨੂੰ ਛੱਡ ਦਈਏ। ਮਤਲਬ ਇਹ ਸਾਡੇ ਵਿੱਚ ਹੀ ਦਵਿਧਾ ਹੈ। ਇਹ ਉਹ ਵੀਰ ਜੀ ਨੂੰ ਮੈਂ ਕੁਐਸਚਨ ਕਰ ਰਿਹਾ ਵੀ ਇੱਥੇ ਉਹ ਕਿਸਾਨਾਂ ਦੇ ਧੀਆਂ ਪੁੱਤਾਂ ਨੂੰ ਵੀ ਇੱਥੇ 200-300 ਦੇ ਵਿੱਚ ਉਹਨਾਂ ਦੀ ਹੈਲਪ ਕਰੋ। ਉਹ ਉਹਨਾਂ ਕਿਸਾਨਾਂ ਦੇ ਧੀਆਂ ਪੁੱਤ ਹੀ ਹੈ ਜਿਹਨਾਂ ਨੂੰ ਆਪਾਂ ਕਹਿੰਦੇ ਆ ਵੀ ਆਪਾਂ ਜ਼ਮੀਨ ਦੇ ਠੇਕੇ ਛੱਡ ਕੇ ਲੈਣੇ ਨਹੀਂ ਚਾਹੀਦੇ। ਉਹਨਾਂ ਦੇ ਧੀਆਂ ਪੁੱਤਾਂ ਦੀ ਇੱਥੇ ਵੀ ਤੁਸੀਂ ਰਾਖੀ ਕਰੋ। ਇੱਥੇ 1800 ਦਾ ਮੰਗੋ, ਇੱਥੇ 200-300 ਰੀਜਨੇਬਲ ਕਰਕੇ ਉਹਨੂੰ ਪੈਰਾਂ ਤੇ ਖੜੇ ਕਰੋ, ਉਹਨੂੰ ਆਪਦੇ ਧੀਆਂ ਪੁੱਤ ਸਮਝੋ। ਸਵਰਨਜੀਤ ਜੀ, ਕੁਝ ਇਹਨਾਂ ਨੂੰ ਪੁੱਛਣਾ ਤੁਸੀਂ ਕਮਲਜੀਤ ਜੀ ਨੂੰ? ਹਾਂਜੀ, ਇਹ ਮੇਰਾ, ਮੈਂ ਇਹਨਾਂ ਲੋਕਾਂ ਨੂੰ ਜਵਾਬ ਦਿੱਤਾ ਜੀ। ਸ਼ੁਕਰੀਆ ਤੁਹਾਡਾ। ਹਾਂਜੀ, ਮਿਹਰਬਾਨੀ ਜੀ, ਤੁਸੀਂ ਮੇਰੀ ਮਦਦ ਕੀਤੀ ਹੈ ਇਸ ਗੱਲ ਦੇ ਵਿੱਚ, ਔਰ ਠੀਕ ਸਵਾਲ ਹੈ ਜਿਹੜਾ ਤੁਸੀਂ ਕੀਤਾ ਹੈ, ਕਿਉਂਕਿ ਤਿਆਗ ਦੀ ਭਾਵਨਾ, ਕੁਰਬਾਨੀ ਦੀ ਭਾਵਨਾ, ਇਹਦੇ ਲਈ ਵੀ ਇੱਕ ਵੱਡੀ ਚੇਤਨਾ ਦੀ ਲੋੜ ਹੁੰਦੀ ਹੈ, ਅਤੇ ਤੁਸੀਂ ਇਹ ਚੇਤਨਾ ਜਗਾਉਣ ਦਾ ਇੱਕ ਯਤਨ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਨਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਇਹਨਾਂ ਤੇ ਕੁਐਸਚਨ ਕਰਨਾ ਜੀ, ਇੱਕ ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਵੀ ਪੰਜਾਬ ਦੇ ਵੀ ਹਾਲਾਤ ਮਾੜੇ ਵੀ ਨੇ, ਚੰਗੇ ਵੀ ਨੇ, ਆਸ਼ਾਵਾਦੀ, ਪਰ ਮੈਨੂੰ ਇਹਨੂੰ ਉਲਟ ਲੱਗਦਾ ਥੋੜਾ ਜਿਹਾ। ਕੰਮ ਤੁਸੀਂ ਯਕੀਨ ਕਰਿਓ, ਮੈਂ 8-9 ਸਾਲ ਲਗਾਤਾਰ ਕਿਸਾਨ ਭਾਜੀ ਦੇ ਆਪਣੇ ਪਿੰਡ ਦੇ ਵਿੱਚ ਡਰਾਮੇ ਕਰਾਉਂਦਾ ਰਿਹਾ। ਅੱਛਾ। ਤੇ ਉਸ ਸਮੇਂ ਦੇ ਉੱਤੇ ਲੋਕਾਂ ਵਿੱਚ ਇੰਨੀ ਜਾਗਰਤੀ ਸੀ। ਮੈਂ ਘੱਟੋ ਘੱਟ ਮੈਂ ਕਰਤਾਰ ਸਿੰਘ ਸਰਾਭੇ ਦੇ ਪਿੰਡ ਦੀ ਗੱਲ ਕਰਦਾ। ਅੱਛਾ। ਤੇ ਹੋਰ ਨਹੀਂ, ਮਤਲਬ
ਉੱਥੇ ਲੋਕਾਂ ਦੇ ਵਿੱਚ ਇੰਨੀ ਸੀ, ਆਲੇ ਦੁਆਲੇ ਪਿੰਡਾਂ ਦੇ ਇਕੱਠੇ ਹੋ ਜਾਂਦੇ ਸੀ, ਨਾਲ ਅਸੀਂ ਇਹੋ ਜਿਹੀ ਸੋਚ ਰੱਖਦੇ ਸੀ, ਇਹੋ ਜਿਹੀਆਂ ਮੁਹਿੰਮਾਂ ਚਲਾਈਆਂ ਸੀ। ਇਹਨਾਂ ਦੇ ਜਿਹੜੇ ਵੀ ਇਨਕਲਾਬੀ ਡਰਾਮੇ ਸੀ ਅਸੀਂ ਉਹ ਪਿੰਡ ਕਰਾਉਣ ਦੀ ਕੋਸ਼ਿਸ਼ ਕੀਤੀ, ਸਾਰਾ ਕੁਛ ਕੀਤਾ। ਠੀਕ ਹੈ। ਪਰ ਅੱਜ ਪੰਜਾਬ ਦਾ ਮਾਹੌਲ ਇਹੋ ਜਿਹਾ ਬਣਿਆ, ਮੇਰੇ ਪਿੰਡ ਦਾ ਹੀ ਮਾਹੌਲ ਇਹੋ ਜਿਹਾ ਬਣਿਆ, ਪੈਸੇ ਇਕੱਠੇ ਕਰਕੇ ਤੁਸੀਂ ਇਹ ਬਣਾ ਆਸ ਬੱਝੀ ਸੀ ਕਿਸਾਨ ਮੋਰਚੇ ਦੇ, ਜਿਵੇਂ ਇੱਕ ਭਾਈ ਨੇ ਕਿਹਾ ਜ਼ਮੀਨਾਂ ਦਾ ਦੇ ਦਿਓ, ਉਹ ਵੀ ਇੱਥੇ ਕਈਆਂ ਕੋਲ ਕਿੱਲਾ ਵੀ ਜ਼ਮੀਨ ਨੇ, 3-3 ਲੱਖ ਰੁਪਈਆ ਉੱਥੇ ਟਰਾਲੀਆਂ ਨੂੰ ਭੇਜਿਆ ਵਾ, 17,000 ਇੱਕ ਟਰਾਲੀ ਦਾ ਖਰਚ ਆਉਂਦਾ ਸੀ ਉੱਥੇ ਮੋਰਚੇ ਤੇ ਜਾਣ ਦਾ, ਇੱਥੋਂ ਮੁੰਡੇ ਦਿੰਦੇ ਸੀ। ਹਾਂਜੀ, ਬਹੁਤ ਲੋਕਾਂ ਨੇ ਕੀਤਾ ਇਹ ਕੰਮ। ਹਾਂਜੀ ਇੱਥੋਂ ਕੀਤਾ। ਤੇ ਮੇਰੇ ਕਹਿੰਦੇ ਜ਼ਮੀਨ ਤਾਂ ਉਹੀ ਖਤਮ ਹੋ ਜਾਣੀ, 17 ਸਾਲਾਂ ਚ ਪਾਣੀ ਮੁੱਕ ਜਾਣਾ ਸਾਨੂੰ, ਤੇ ਫਿਰ ਜ਼ਮੀਨ ਦੇਣ ਦੀ ਕੀ ਲੋੜ ਆ? ਉਹ ਜ਼ਮੀਨਾਂ ਛੱਡਣ ਵਾਲੇ ਤਾਂ ਉਹ ਵੀ ਮੁੰਡੇ ਸਾਰੇ ਜ਼ਮੀਨਾਂ ਵੇਚ ਕੇ ਇੱਥੋਂ ਭੱਜ ਰਹੇ ਨੇ। ਇਹਦੇ ਵਿੱਚ ਦੇਖੋ ਫਿਰ ਦੂਜੀ ਗੱਲ ਇਹ ਆ, ਉਦੋਂ ਸਾਨੂੰ ਆਸ ਹੁੰਦੀ ਸੀ, ਇੰਦਰਾ ਗਾਂਧੀ ਨੇ ਰਸ਼ੀਆ ਨਾਲ ਸਮਝੌਤਾ ਕਰ ਲਿਆ ਵੀ ਰਸ਼ੀਆ ਤਾਂ ਬਹੁਤ ਵਧੀਆ ਹੋਊਗਾ, ਚਾਈਨਾ ਬਹੁਤ ਵਧੀਆ। ਚਾਈਨਾ ਬਾਰੇ ਤਾਂ ਲੋਕਾਂ ਨੂੰ ਹਾਲੇ ਮਤ ਭੇਜਦਾ, ਕਿਉਂਕਿ ਚਾਈਨਾ ਦੁਨੀਆ ਦੇ ਵਿੱਚ ਸਸਤੀਆਂ ਚੀਜ਼ਾਂ ਵੀ ਪੈਦਾ ਕਰ ਰਿਹਾ, ਆਪਣੇ ਲੋਕਾਂ ਨੂੰ ਰੋਟੀ ਵੀ ਦੇ ਰਿਹਾ। ਰਸ਼ੀਆ ਦੇ ਪ੍ਰਤੀ ਤਾਂ ਲੋਕਾਂ ਦੇ ਯੋਗ ਦੇਣ ਦੀ ਲੜਾਈ ਦੇ ਨਾਲ ਵੀ ਨਫ਼ਰਤ ਸੀ ਪੈਦਾ ਹੁੰਦੀ। ਉਦੋਂ ਰਸ਼ੀਆ ਦਾ ਇੰਨਾ ਸਤਿਕਾਰ ਹੁੰਦਾ ਸੀ ਪੰਜਾਬ ਦੇ ਵਿੱਚ, ਖਾਸ ਕਰਕੇ ਜਦ ਲੋਕਾਂ ਦੇ ਵਿੱਚ ਇੰਦਰਾ ਗਾਂਧੀ ਨੇ ਇੱਕ ਸਮਝੌਤਾ ਕਰ ਲਿਆ ਸੀ। ਮਨਜੀਤ ਜੀ, ਥੋੜੀ ਜਿਹੀ ਗੱਲ ਬਰੀਫ ਰੱਖਣੀ ਪੈਣੀ ਕਿਉਂਕਿ ਖਬਰਾਂ ਦਾ ਸਮਾਂ ਹੋ ਰਿਹਾ। ਹਾਂਜੀ, ਮੇਰੇ ਕਹਿਣ ਤੋਂ ਮਤਲਬ ਮੈਨੂੰ ਤਾਂ ਲੱਗਦਾ ਵੀ ਇਨਕਲਾਬੀ ਲਹਿਰਾਂ ਉੱਥੇ ਫੇਰ ਹੋ ਰਹੀਆਂ ਨੇ। ਤੁਸੀਂ ਕਹਿੰਦੇ ਹੋ ਵੀ ਆਸਵੰਦ, ਹਾਂ ਕਿਸਾਨ ਮੋਰਚੇ ਨੇ ਜ਼ਰੂਰ ਆਸਵੰਦ ਕੀਤਾ ਸੀ, ਮੈਂ ਇੰਨੀ ਗੱਲ ਪੁੱਛੀ। ਥੈਂਕ ਯੂ ਸੋ ਮਚ। ਰੈਵੋਲੂਸ਼ਨਰੀ ਲਹਿਰਾਂ ਕਹਿੰਦੇ ਫੇਲ ਹੋ ਰਹੀਆਂ, ਮੈਨੂੰ ਤਾਂ ਇਹ ਪ੍ਰਤੀਤ ਹੋ ਰਿਹਾ ਕਿਸਾਨ ਮੋਰਚੇ ਦੀ ਪ੍ਰਾਪਤੀ ਜ਼ਰੂਰ ਹੈਗੀ ਆ। ਇਹਨਾਂ ਦਾ ਜਿਹੜਾ ਫੋਕਸ ਹੈ ਉਹ ਮੈਂ ਪਹਿਲਾਂ ਵੀ ਦੱਸ ਕੇ ਹਟੀ ਹਾਂ ਕਿ ਇਹ ਇੱਕ ਆਸ ਰੱਖੀ ਹੋਈ ਹੈ ਇਹਨਾਂ ਨੇ ਕਿ ਇੱਕ ਦਿਨ ਇਨਕਲਾਬ ਆਊਗਾ। ਇਨਕਲਾਬ ਦੇ ਲਈ ਯਤਨਸ਼ੀਲ ਨੇ ਕਿ ਪੂੰਜੀਪਤੀ ਲੋਕਾਂ ਦੇ ਹੱਥਾਂ ਵਿੱਚੋਂ ਜਿਹੜੇ ਲੋਕਾਂ ਦੀ ਲੁੱਟ ਹੋ ਰਹੀ ਆ ਉਹ ਖਤਮ ਹੋ ਜਾਏਗੀ, ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਲੋਕਾਂ ਦੀ ਹੋਏਗੀ, ਲੋਕਾਂ ਦਾ ਅਸਲੀ ਰਾਜ ਹੋਊਗਾ। ਪਰ ਥੋੜ੍ਹੀ ਦੇਰ ਪਹਿਲਾਂ ਸਾਡੇ ਇੱਕ ਲਿਸਨਰ ਆਏ ਸੀ, ਕਵਲਜੀਤ ਜੀ, ਉਹਨਾਂ ਵਰਗੇ ਹੀ ਹੋਰ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਇਹੀ ਸਵਾਲ ਹੋਊਗਾ। ਉਹ ਕਹਿੰਦੇ ਕਿ ਅਸੀਂ ਤਾਂ ਆਪਣੇ ਅੱਖੀਂ ਦੇਖਿਆ, ਜਿੱਥੇ ਅਸੀਂ ਚੇਤਨਾ ਦਾ ਪੱਧਰ ਲੋਕਾਂ ਦਾ ਵਧਾਉਣ ਦੀ ਗੱਲ ਕਰ ਰਹੇ ਹਾਂ, ਜਿਸ ਕੰਮ ਦੇ ਵਿੱਚ ਤੁਸੀਂ ਲਗਾਤਾਰ ਲੱਗੇ ਹੋਏ ਪਿਛਲੇ 50 ਸਾਲਾਂ ਤੋਂ, ਕਹਿੰਦੇ ਕਿ ਮੈਂ ਵੀ ਜਿਸ ਵੇਲੇ ਇੰਡੀਆ ਹੁੰਦਾ ਸੀ ਅਸੀਂ ਵੀ ਉਹ ਚੇਤਨਾ ਵਾਲੇ ਨਾਟਕ, ਚੇਤਨਾ ਵਾਲੇ ਗੀਤ ਅਸੀਂ ਖੁਦ ਕਹਿੰਦੇ ਇਹ ਚੀਜ਼ਾਂ ਕਰਦੇ ਰਹੇ ਹਾਂ। ਇੱਥੋਂ ਵੀ ਜ਼ਰੂਰਤ ਪੈਂਦੀ ਸੀ, ਅਸੀਂ ਪੈਸੇ ਵੀ ਭੇਜਦੇ ਸੀ ਕਿ ਹਾਂ ਇਹ ਅਵੇਅਰਨੈਸ ਆਉਣੀ ਚਾਹੀਦੀ ਹੈ। ਪਰ ਅਗੇਨ ਉਹ ਜਿਹੜਾ ਖਰਾਬ ਹੋਣ ਵਾਲਾ ਗ੍ਰਾਫ ਲਗਾਤਾਰ ਵੱਧ ਰਿਹਾ ਆ। ਚੇਤਨਾ ਦਾ ਪੱਧਰ ਇਸ ਵੇਲੇ ਕਹਿੰਦੇ ਪਤਾ ਨਹੀਂ ਕਿੱਥੇ ਖੜਾ। ਹਾਂ, ਕਿਸਾਨ ਅੰਦੋਲਨ ਦੌਰਾਨ ਕਹਿੰਦੇ ਕਾਮਯਾਬੀ ਜ਼ਰੂਰ ਮਿਲੀ ਆ। ਬਾਕੀ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਹੈ ਕਿ ਲਹਿਰਾਂ ਕਹਿੰਦੇ ਸਾਰੀਆਂ ਫੇਲ ਹੋ ਰਹੀਆਂ, ਇਹ ਜਿਹੀਆਂ ਲਹਿਰਾਂ ਫੇਲ ਹੁੰਦੀਆਂ ਹੀ ਦੇਖੀਆਂ। ਹੁਣ ਮੈਂ ਜਦੋਂ ਇਹਨਾਂ ਦੀ ਇਸ ਕਾਲ ਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰਕੇ ਦੇਖਣ ਦੀ ਕੋਸ਼ਿਸ਼ ਕਰ ਰਹੀ ਹਾਂ, ਤੁਸੀਂ ਦੇਖੋ ਕੋਈ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਵਾਕਈ ਸਭ ਕੁਝ ਲੋਕਾਂ ਦਾ ਹੋਵੇ, ਕਿਰਤੀ ਲੋਕਾਂ ਦੀ ਜਿਹੜੀ ਉਹ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ, ਸਹੀ ਤਰੀਕੇ ਦੇ ਨਾਲ ਲੋਕਾਂ ਦੇ ਹੱਥਾਂ ਦੇ ਵਿੱਚ ਹੀ ਸਭ ਕੁਝ ਲੋਕਾਂ ਦਾ ਹੋਣਾ ਚਾਹੀਦਾ, ਉਹ ਯਤਨਸ਼ੀਲ ਹੁੰਦੇ ਆ। ਫਿਰ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਇਹ ਚੀਜ਼ਾਂ ਤਾਂ ਬੇਮਾਇਨੇ ਨੇ, ਅਸੀਂ ਤਾਂ ਕੋਸ਼ਿਸ਼ ਕਰਕੇ ਦੇਖੀ ਹੈ, ਉਹ ਛੱਡ ਦਿੱਤਾ। ਬਹੁਤ ਸਾਰੀਆਂ ਇਹੋ ਜਿਹੀਆਂ ਕਮਿਊਨਿਸਟ ਪਾਰਟੀਜ਼ ਵੀ ਹੋਣਗੀਆਂ ਜਿਨ੍ਹਾਂ ਦੀ ਇਹ ਬੈਕਗਰਾਊਂਡ ਰਹੀ ਹੋਊਗੀ, ਜਿਹੜੀਆਂ ਹੁਣ ਪਿੱਛੇ ਹਟ ਕੇ ਬੈਠ ਗਈਆਂ, ਜਾਂ ਉਹਨਾਂ ਨੇ ਵੀ ਇਹ ਸਬਰ ਕਰ ਲਿਆ। ਮੇਰੀ ਥੋੜ੍ਹੇ ਦਿਨ ਪਹਿਲਾਂ ਕਿਸੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਵੀ ਇਹ ਗੱਲ ਕਹੀ, ਕਹਿੰਦੇ ਇਨਕਲਾਬ ਤਾਂ ਆਉਣਾ ਨਹੀਂ ਹੈਗਾ। ਹਾਂ, ਇਹ ਜ਼ਰੂਰ ਹੈ ਕਿ ਜਿਸ ਸਿਚੁਏਸ਼ਨ ਦੇ ਵਿੱਚ ਰਹਿ ਰਹੇ ਹਾਂ ਉਹਨੂੰ ਥੋੜ੍ਹਾ ਜਿਹਾ ਬਿਹਤਰ ਰਹਿਣ ਯੋਗ ਬਣਾਇਆ ਜਾ ਸਕਦਾ ਹੈਗਾ। ਇਹ ਮੇਰੀ ਨਹੀਂ ਗੱਲ, ਇਹ ਇਸ ਲਿਸਨਰ ਦੀ ਨਹੀਂ ਗੱਲ, ਵੱਡੇ ਪੱਧਰ 'ਤੇ ਲੋਕ ਇਹ ਸੋਚਦੇ ਆ। ਕੀ ਜਵਾਬ ਹੈ ਤੁਹਾਡੇ ਕੋਲ? ਬਿਹਤਰ ਬਣਾਉਣ ਦਾ ਤਰੀਕਾ ਜਾਂ ਤਾਂ ਵਿਦੇਸ਼ਾਂ 'ਚ ਜਾਓ। ਬਿਹਤਰ ਬਣਾਉਣ ਦਾ ਤਰੀਕਾ ਹੈ ਕਿ ਤੁਸੀਂ ਉਹਦੇ 'ਤੇ ਲੜਾਈ ਲੜੋਗੇ, ਆਪਦੀ ਮੰਗ 'ਤੇ ਲੜਾਈ ਲੜੋਗੇ। ਤੁਹਾਡੀ ਜੇ ਮੰਗ ਹੈ ਕਿ ਸਾਡੇ ਦੇਸ਼ ਦੇ ਅੰਦਰ ਜਿਹੜੀ ਆਮ ਵਸਤਾਂ 'ਤੇ 5% GST ਲਾਈ ਹੈ ਉਹ ਖਤਮ ਹੋਵੇ ਤਾਂ ਕਿ ਲੋਕ ਸਸਤਾ ਰਾਸ਼ਨ ਖਰੀਦ ਸਕਣ। ਜੀ, ਸਮਝ ਗਏ ਨਾ। ਹੁਣ ਹਰਿਮੰਦਰ ਸਾਹਿਬ ਦੀਆਂ ਸਰਾਵਾਂ 'ਤੇ GST ਨਾ ਲੱਗੇ, ਇਹ ਮੁੱਦਾ ਤਾਂ ਪਾਰਲੀਮੈਂਟ ਦੇ ਵਿੱਚ ਚੱਕਿਆ ਗਿਆ, ਪਰ ਇਹ ਲੋਕ ਲਹਿਰ ਦਾ ਹਿੱਸਾ ਨਹੀਂ ਬਣਿਆ ਕਿ GST ਆਮ ਵਸਤਾਂ ਤੋਂ ਵੀ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ। ਸਸਤਾ ਰਾਸ਼ਨ, ਸਸਤੀ ਗਰੋਸਰੀ ਹੈ ਜਿਹੜੀ ਆਮ ਲੋਕਾਂ ਨੂੰ ਮਿਲੇ। ਹੁਣ ਇਹਦੇ ਲਈ ਲੜੋਗੇ ਨਾ ਤਾਂ ਹੀ ਤੁਸੀਂ ਬਿਹਤਰ ਕੁਛ ਹਾਲਤ ਬਣਾ ਸਕੋਗੇ। ਜੇ ਤੁਸੀਂ ਸੜਕ 'ਤੇ ਪਿਆ ਟੋਇਆ ਜਾਂ ਤੁਹਾਡੀ ਫਿਰਨੀ ਪਿੰਡ ਦੀ ਜਿੱਥੇ ਪਾਣੀ ਖੜਦਾ ਹੈ ਉਹਦੇ ਲਈ ਲੜੋਗੇ ਨਾ, ਕਿ ਬਿਨਾਂ ਲੜੇ ਤੋਂ ਤੁਸੀਂ ਕੁਛ ਪ੍ਰਾਪਤ ਕਰ ਸਕਦੇ ਹੋ ਹਿੰਦੁਸਤਾਨ 'ਚ ਜਾਂ ਪੂਰੀ ਦੁਨੀਆ ਦੇ ਅੰਦਰ। ਇਹਦਾ ਮਤਲਬ ਹੈ ਕਿ ਤੁਹਾਨੂੰ ਛੋਟੇ ਛੋਟੇ ਇਨਕਲਾਬ ਕਰਨੇ ਪੈਣਗੇ, ਚੇਂਜ ਲਿਆਉਣੀਆਂ ਪੈਣਗੀਆਂ।
ਇਹ ਜਿਹੜੇ ਛੋਟੇ ਛੋਟੇ ਇਨਕਲਾਬ ਹੈ, ਵੱਡੇ ਇਨਕਲਾਬ ਦੀ ਵੀ ਜਿਹੜੀ ਹੈ ਸਪਲੀਮੈਂਟਸ ਨੇ, ਉਹਦੀ ਪੂਰਤੀ ਕਰਨਗੇ। ਤੁਸੀਂ ਇੱਕ ਛੋਟੀ ਜਿੱਤ ਹਾਸਲ ਕਰੋਗੇ ਤਾਂ ਤੁਹਾਡੇ ਮਨ 'ਚ ਪੱਕਾ ਵਿਸ਼ਵਾਸ ਬਣੂਗਾ ਕਿ ਤੁਸੀਂ ਵੱਡੀ ਜਿੱਤ ਵੀ ਹਾਸਲ ਕਰ ਸਕਦੇ ਹੋ। ਜੇ ਤੁਸੀਂ ਘਰੋਂ ਬਾਹਰ ਹੀ ਨਹੀਂ ਨਿਕਲੋਗੇ, ਕਿੰਨਾ ਚਿਰ ਨਹੀਂ ਨਿਕਲੋਗੇ? ਜਦੋਂ ਗੁਆਂਢੀ ਦੇ ਘਰ ਅੱਗ ਲੱਗ ਗਈ, ਜਦੋਂ ਪੂਰਾ ਦੇਸ਼ ਮੱਚਣ ਲੱਗ ਗਿਆ, ਜਦੋਂ ਪੂਰੇ ਦੇਸ਼ ਦੇ ਅੰਦਰ ਤਰਥੱਲੀ ਮੱਚ ਗਈ। ਹੁਣ ਬ੍ਰਾਜ਼ੀਲ ਦੇ ਅੰਦਰ 50 ਨੌਜਵਾਨ ਮੋਟਰਸਾਈਕਲਾਂ 'ਤੇ ਜਾਂਦੇ ਆ ਜੀ, ਜਾ ਕੇ ਮਾਲ ਪਲਾਜ਼ਾ ਲੁੱਟ ਕੇ ਲੈ ਆਉਂਦੇ ਆ। ਇਹਦਾ ਮਤਲਬ ਹੈ ਕਿ ਜਦੋਂ ਲੁੱਟ ਖੋਹ ਸ਼ੁਰੂ ਹੋਊ, ਜਦੋਂ ਮਾਰਕਾਟ ਸ਼ੁਰੂ ਹੋਊ, ਜਦੋਂ ਖੋਹਾਂ ਸ਼ੁਰੂ ਹੋਣਗੀਆਂ, ਜਦੋਂ ਚੋਰੀਆਂ ਡਾਕੇ ਵਧਣਗੇ, ਉਦੋਂ ਅਸੀਂ ਸੜਕਾਂ 'ਤੇ ਆਵਾਂਗੇ। ਇਹ ਸਿਚੁਏਸ਼ਨ ਜੇ ਬਣ ਰਹੀ ਹੈ ਤਾਂ ਤੁਸੀਂ ਵੀਰ ਜੀ ਅਸੈਸ ਕਰੋ ਨਾ, ਇਹ ਸਿਚੁਏਸ਼ਨ ਬਣਨੀ ਹੈ। ਇਹਦੇ 'ਚੋਂ ਲਹਿਰਾਂ ਤਾਂ ਆਪ ਮਹਾਰੇ ਉੱਠਣੀਆਂ, ਲੋਕਾਂ ਨੇ ਤਾਂ ਆਪ ਮਹਾਰੇ ਸੜਕਾਂ 'ਤੇ ਆਉਣਾ ਹੈ। ਆਏ ਵੀ ਨੇ ਪਿਛਲੇ ਇਤਿਹਾਸ ਦੇ ਅੰਦਰ ਦੁਨੀਆ ਭਰ 'ਚ। ਜਦੋਂ ਆਪ ਮਹਾਰੇ ਆਉਂਦੇ ਆ, ਜੇ ਤਾਂ ਉਹਨਾਂ ਨੂੰ ਅਗਵਾਈ ਠੀਕ ਹੈ, ਜੇ ਰੈਵੋਲੂਸ਼ਨਰੀ ਤਰ੍ਹਾਂ ਦੀ ਜਾਂ ਰੈਵੋਲੂਸ਼ਨਰੀ ਪਾਰਟੀ ਦੀ ਅਗਵਾਈ ਹੈ ਤਾਂ ਸਹੀ ਨਿਸ਼ਾਨੇ 'ਤੇ ਹਿੱਟ ਕਰ ਸਕਣਗੇ। ਨਹੀਂ, ਲਹਿਰ ਤਾਂ ਖਾਲਿਸਤਾਨੀ ਵੀ ਉੱਠੀ ਸੀ, ਉਸ ਲਹਿਰ ਦੇ ਵਿੱਚ 25,000 ਬੰਦਾ ਮਰਿਆ, ਨੁਕਸਾਨ ਹੋਇਆ। ਉਹਦੇ 'ਚ ਸਿੱਖ ਨੌਜਵਾਨਾਂ ਦੇ ਵੀ ਕਤਲ ਹੋਏ, ਉਹਦੇ 'ਚ ਆਮ ਜਿਹੜੇ ਹਿੰਦੂ ਨੇ ਉਹ ਵੀ ਮਾਰੇ ਗਏ। ਅਲਟੀਮੇਟ ਸਿੱਟਾ ਕੀ ਨਿਕਲਿਆ ਜੀ? ਅਲਟੀਮੇਟ ਸਿੱਟਾ ਕੀ ਨਿਕਲਿਆ? ਅਲਟੀਮੇਟ ਸਿੱਟਾ ਇਹ ਨਿਕਲਿਆ ਕਿ ਉਸ ਲੜਾਈ ਲੜਨ ਵਾਲੇ ਲੋਕਾਂ ਨੂੰ ਆਪਣੇ ਦੁਸ਼ਮਣ ਦੀ ਪਹਿਚਾਣ ਨਹੀਂ ਸੀ। ਇਨਕਲਾਬ ਦੀ ਲੜਾਈ ਆਪਣੇ ਦੁਸ਼ਮਣ ਦੀ ਔਰ ਦੋਸਤਾਂ ਦੀ ਸਹੀ ਪਛਾਣ ਕਰਾਉਣ ਦਾ ਮੁੱਦਾ ਹੈ ਕਿ ਸਾਡਾ ਦੁਸ਼ਮਣ ਕੌਣ ਆ। ਔਰ ਸਾਡੀ ਇਹ ਪੱਕਾ ਨੈਲਸਜ ਹੈ, ਅੱਜ ਦੁਨੀਆ ਭਰ ਦੇ ਲੋਕਾਂ ਦਾ ਦੁਸ਼ਮਣ ਇੰਪੀਰੀਅਲਿਜ਼ਮ ਹੈ, ਜਿਹਨੂੰ ਸਾਮਰਾਜਵਾਦ ਕਿਹਾ ਜਾਂਦਾ, ਜਿਹਨੂੰ ਪੂੰਜੀਵਾਦ ਕਿਹਾ ਜਾਂਦਾ। ਔਰ ਇਹਦੇ ਅੰਦਰ ਜਿਹੜੇ ਵੀ ਲੁੱਟੇ ਪੁੱਟੇ ਜਾਂਦੇ ਲੋਕ ਹੈ, ਕਿਸਾਨ ਹੈ, ਮਜ਼ਦੂਰ ਹੈ, ਬੇਰੁਜ਼ਗਾਰ ਹੈ, ਔਰਤਾਂ ਹੈ, ਨੌਜਵਾਨ ਹੈ, ਜਾਂ ਛੋਟੇ ਧੰਦੇ ਵਾਲੇ ਨੇ, ਛੋਟੇ ਰਿਕਸ਼ਾ ਚਾਲਕ ਨੇ, ਠੀਕ ਹੈ ਨਾ। ਹੁਣ ਮੇਰੇ ਪੰਜਾਬ 'ਚ ਜਾਂ ਮੇਰੇ ਦੇਸ਼ ਦੇ ਅੰਦਰ ਜੀ ਘਰਾਂ ਦੇ ਵਿੱਚ ਮੇਡਸ ਕੰਮ ਕਰਦੀਆਂ, ਜਿਹਨੂੰ ਘਰੇਲੂ ਔਰਤਾਂ ਕਹਿੰਦੇ ਆ। ਇਹਦੇ ਬਾਰੇ ਮੈਂ ਪੰਜਾਬੀ ਟ੍ਰਿਬਿਊਨ 'ਚ ਇੱਕ ਵਾਰੀ ਲੇਖ ਵੀ ਲਿਖਿਆ ਸੀ। ਉਹ 6 ਤੋਂ 7 ਹਜ਼ਾਰ ਰੁਪਈਆ ਕਮਾਉਂਦੀਆਂ, ਔਰ 8-9 ਘੰਟੇ 3 ਘਰਾਂ 'ਚ ਕੰਮ ਕਰਕੇ ਜੇ 6 ਤੋਂ 7 ਹਜ਼ਾਰ ਰੁਪਈਆ ਕਮਾਉਂਦੀਆਂ, ਠੀਕ ਹੈ ਨਾ, ਉਹ ਕਿਵੇਂ ਗੁਜ਼ਰ ਬਸਰ ਕਰਦੀਆਂ? 10 ਰੁਪਏ ਦੀ ਚਾਹ ਪੱਤੀ, 5 ਰੁਪਏ ਦੀ ਜਿਹੜੀ ਖੰਡ ਹੈ, ਠੀਕ ਹੈ, ਤਾਂ ਉਹਨਾਂ ਦੇ ਘਰਾਂ 'ਚ ਕਦੇ ਫਰੂਟ ਨਹੀਂ ਆਇਆ। ਸਾਡੇ ਘਰੇ ਮੇਡ ਕੰਮ ਕਰਦੀ ਹੈ, ਉਹ ਅਕਸਰ ਕਹੋ, ਅੰਕਲ ਅੱਜ ਮੇਰਾ ਜਵਾਕ ਕਹਿੰਦਾ ਸੀ, ਮੰਮੀ ਕਿਸੇ ਤਰ੍ਹਾਂ ਨਾ ਮੈਨੂੰ ਦੁੱਧ ਦਾ 1 ਕੱਪ ਲਿਆ ਕੇ ਦੇ। ਉਹ ਕਹਿੰਦੀ, ਅੰਕਲ ਜਦੋਂ ਤੁਸੀਂ ਮੈਨੂੰ ਘਰੇ ਆਇਆ ਮਠਿਆਈ ਦਾ ਡੱਬਾ ਫੜਾ ਦਿੰਦੇ ਹੋ ਨਾ, ਮੇਰੇ ਘਰੇ ਤਾਂ ਚਾਹ ਚੜ ਜਾਂਦਾ, ਕਿਉਂਕਿ ਤੁਸੀਂ ਮਠਿਆਈ ਖਾਂਦੇ ਨਹੀਂ ਹੈ। ਸਾਡੇ ਘਰੇ ਮਠਿਆਈ ਵੜਦੀ ਨਹੀਂ ਹੈ ਕਿਉਂਕਿ ਅਸੀਂ ਖਰੀਦ ਨਹੀਂ ਸਕਦੇ। ਏਦਾਂ ਬੈਲੈਂਸ ਹੁੰਦਾ। ਕਮਾਲ ਹੈ ਨਾ। ਹੁਣ ਇਸ ਹਾਲਤ ਨੂੰ ਜਿਹੜੇ ਲੋਕ ਬਹੁਤ ਬਰੀਕੀ ਨਾਲ ਸਮਝਣਗੇ, ਉਹ ਇਨਕਲਾਬ ਕਰਨਗੇ ਜੀ। ਇਨਕਲਾਬ ਬਾਹਰ ਬੈਠ ਕੇ ਜਾਂ ਦੁਨੀਆ ਨਾਲ ਟੁੱਟ ਕੇ ਉਪਰਾਮ ਰਹਿ ਕੇ ਦੁਨੀਆ ਸਬਜ਼ੇ ਤੋਂ ਬਿਨਾਂ ਹੋ ਜੂ, ਇਹ ਸੰਭਵ ਹੀ ਨਹੀਂ। ਪਰ ਖੰਨਾ ਜੀ, ਮੈਂ ਇੱਕ ਚੀਜ਼ ਹੋਰ ਦੇਖਦੀ ਹਾਂ ਵੀ ਇਨਕਲਾਬ ਕਰਨਾ ਕਿਹਨਾਂ ਲੋਕਾਂ ਨੇ ਆ। ਹੁਣ ਜਿਨ੍ਹਾਂ ਦੀ ਤੁਸੀਂ ਹੁਣੇ ਗੱਲ ਕਰਕੇ ਹਟੇ ਆ, ਆਪਾਂ ਤੁਹਾਡੇ ਵਾਲੀ ਉਦਾਹਰਨ ਹੀ ਮੈਂ ਚੱਕ ਲੈਂਦੀ ਹਾਂ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਆ ਜਿਹੜੀ ਆ ਉਹ ਮਸਾਂ ਨਸੀਬ ਹੋ ਰਹੀ ਆ, ਉਹ ਕਿੱਥੇ ਇਨਕਲਾਬ ਦੀਆਂ ਗੱਲਾਂ ਉਹਨਾਂ ਨੂੰ ਸੁਝਣੀਆਂ, ਕਿੱਥੇ ਉਹਨਾਂ ਨੇ ਇਹੋ ਜਿਹੀਆਂ ਲਹਿਰਾਂ ਦੇ ਵਿੱਚ ਪਾਰਟੀਸੀਪੇਟ ਕਰਨਾ? ਕਿਉਂਕਿ ਸਭ ਤੋਂ ਪਹਿਲਾਂ ਤਾਂ ਸਰਵਾਈਵਲ ਬੰਦੇ ਦਾ ਉਹ ਜ਼ਰੂਰੀ ਹੈਗਾ। ਅਤੇ ਜਿਹੜੇ ਕੰਫਰਟੇਬਲ ਨੇ ਆਪੋ ਆਪਣੇ ਜ਼ੋਨ ਦੇ ਵਿੱਚ, ਉਹ ਕਿਉਂ ਕਰਨਗੇ? ਰਹਿ ਗਿਆ ਕੌਣ ਫਿਰ? ਬਿਲਕੁਲ ਉਹਨਾਂ ਲੋਕਾਂ ਨੇ ਕਰਨਾ ਹੈ ਜਿਹੜੇ ਹਾਸ਼ੀਏ 'ਤੇ ਧੱਕੇ ਹੋਏ ਨੇ, ਜਿਨ੍ਹਾਂ ਕੋਲ ਜ਼ਿੰਦਗੀ ਦੀਆਂ ਕੋਈ ਸਹੂਲਤਾਂ ਨਹੀਂ, ਕੋਈ ਸਾਧਨ ਨਹੀਂ, ਕੋਈ ਜ਼ਿੰਦਗੀ ਦਾ ਰੰਗ ਨਹੀਂ ਹੈ ਉਹਨਾਂ ਕੋਲ। ਉਹਨਾਂ ਨੇ ਹੀ ਇਨਕਲਾਬ ਕਰਨਾ ਹੈ। ਔਰ ਉਹਨਾਂ ਦੇ ਵਿੱਚ ਸਨਅਤੀ ਮਜ਼ਦੂਰ ਨੇ, ਪਿੰਡਾਂ ਦੇ ਖੇਤ ਮਜ਼ਦੂਰ ਨੇ, ਜਿਨ੍ਹਾਂ ਦੇ ਪੀਪਿਆਂ 'ਚ ਆਟਾ ਨਹੀਂ ਹੁੰਦਾ। ਜੇ ਦਿਹਾੜੀ ਲੱਗੀ ਤਾਂ ਘਰੇ ਆਟਾ ਜਾਏਗਾ ਨਾ। ਜੇ ਹੁਣ ਪਿੰਡ ਤੋਂ ਸਾਈਕਲ 'ਤੇ ਬੰਦਾ ਚਲਾ ਕੇ ਆ ਕੇ ਰਾਜ ਮਜ਼ਦੂਰਾਂ ਦੇ ਅੱਡੇ 'ਤੇ ਖੜ੍ਹਦਾ, ਜਿੱਥੇ ਉਹਨੇ ਵੇਚਣਾ ਆਪਣੇ ਆਪ ਨੂੰ, ਜੇ ਤਾਂ ਉਹ ਵਿਕ ਗਿਆ ਤਾਂ ਘਰੇ 300 ਰੁਪਈਆ ਜਾਏਗਾ, ਜੇ ਨਹੀਂ ਜਾਏਗਾ ਤਾਂ ਆਟਾ ਕਿੱਥੋਂ ਜਾਏਗਾ? ਉਹ ਆਟਾ, ਉਹ ਦਾਲ, ਉਹ ਜਿਹੜੇ ਸਾਧਨ ਨੇ ਜ਼ਿੰਦਗੀ ਦੇ ਮੁੱਢਲੇ ਸਾਧਨ ਨੇ, ਉਹ ਤਾਂ ਹੁਣ ਖਤਮ ਹੋ ਰਹੇ ਆ, ਉਹ ਤਾਂ ਖੋਹੇ ਜਾ ਰਹੇ ਆ। ਜਦੋਂ ਮਹੀਨਾ ਭਰ ਤੁਹਾਡੇ ਘਰੇ ਰਾਸ਼ਨ ਨਹੀਂ ਜਾਣਾ ਤਾਂ ਤੁਸੀਂ ਕੀ ਕਰੋਗੇ? ਜਾਂ ਤਾਂ ਚੋਰ ਡਾਕੂ ਬਣੋਗੇ। ਜੇ ਤੁਸੀਂ ਚੇਤਨ ਹੋ ਤਾਂ ਫਿਰ ਤੁਸੀਂ ਜਥੇਬੰਦ ਹੋ ਕੇ ਉਹਦੇ ਖਿਲਾਫ ਲੜਾਈ ਲੜੋਗੇ। ਸਮਝ ਗਏ ਨਾ ਜੀ? ਹਾਂ। ਆਪਾਂ ਬਾਕੀ ਲਿਸਨਰਸ ਦੀ ਵੀ ਗੱਲ ਸੁਣਦੇ ਹਾਂ। ਪਿਆਰਾ ਸਿੰਘ ਜੀ। ਪਿਆਰਾ ਸਿੰਘ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਾਫੀ ਧਿਆਨ ਨਾਲ ਭਾਈ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ, ਤੇ ਮੈਂ 1-2 ਹੋਰ ਪ੍ਰੋਗਰਾਮਾਂ 'ਚ ਖਾਸ ਕਰਕੇ ਹਿੰਦੁਸਤਾਨ ਬਾਰੇ ਇੱਕ ਬਹੁਤ ਵੱਡੀ ਡਾਕੂਮੈਂਟਰੀ ਆਈ ਸੀ, ਉਹਦੇ ਵਿੱਚ ਪੁੱਛਿਆ ਸੀਗਾ
ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਚਾਈਨਾ ਜਿਸ ਤਰ੍ਹਾਂ ਰੈਵੋਲੂਸ਼ਨ ਆਈ ਸੀਗੀ ਇੰਡੀਆ 'ਚ ਆਊਗੀ, ਤਾਂ ਉਹ ਬੰਦਾ ਕਹਿੰਦਾ ਵੀ ਇੰਡੀਆ 'ਚ ਕਦੀ ਰੈਵੋਲੂਸ਼ਨ ਨਹੀਂ ਆ ਸਕਦੀ ਹੈਗੀ। ਜਿੱਦਾਂ ਕਹਿੰਦੇ ਵੀ ਚੇਂਜ ਹੀ ਕਹਿੰਦੇ ਆ ਰੈਵੋਲੂਸ਼ਨ ਨੂੰ ਜੀ। ਤਾਂ ਬਈ ਉਹਦਾ ਰੀਜ਼ਨ ਕਹਿੰਦਾ ਇਹ ਸੀਗਾ ਵੀ ਸਾਡੇ ਲੋਕਾਂ ਦੇ ਵਿੱਚ ਜਿਹੜਾ ਬੇਸਿਕ ਵਿਸ਼ਵਾਸ ਆ ਨਾ, ਜੇ ਜਿਵੇਂ ਮਾਲਕ ਰੱਖਦਾ ਉਦਾਂ ਠੀਕ ਆ। ਤੇ ਅਸੀਂ ਨਾ ਸਾਰੀ ਗੱਲ ਮਾਲਕ ਤੇ ਛੱਡ ਦਿੰਦੇ ਆ, ਅਸੀਂ ਆਪਣੇ ਆਪ ਕੁਝ ਕਰਦੇ ਨਹੀਂ। ਹੁਣ ਮਤਲਬ ਮੈਂ ਭਾਈ ਸਾਹਿਬ ਦੀ ਗੱਲ ਸੁਣਦਾ ਸੀ, ਕਾਫੀ ਇੰਟਰਸਟਿੰਗ ਆ, ਕਿਉਂਕਿ ਉਹ ਗੱਲ ਕਰ ਰਹੇ ਆ ਵੀ ਜਿਹੜੇ ਆਪਾਂ ਸਟੈਟਿਸਟਿਕਸ ਦੇਖੀਏ ਪੰਜਾਬ ਦੇ, ਹੁਣ ਕੈਨੇਡਾ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਪੰਜਾਬ 'ਚ ਇੱਦਾਂ ਹੁੰਦਾ, ਪੰਜਾਬ 'ਚ ਇੱਦਾਂ ਹੁੰਦਾ, ਮੋਸਟਲੀ ਉਹ ਕਿਸਾਨ ਭਾਈਚਾਰੇ ਦੀ ਗੱਲ ਹੁੰਦੀ ਆ, ਹੋਰ ਕਿਸੇ ਦੀ ਗੱਲ ਨਹੀਂ ਹੁੰਦੀ। ਅੱਛਾ, ਉਹਦਾ ਰੀਜ਼ਨ ਇਹ ਆ ਕਿਉਂਕਿ ਇੱਥੇ ਮੈਜੋਰਿਟੀ ਬਹੁਤ ਲੋਕਾਂ ਦਾ ਇੰਟਰਸਟ ਹੈਗਾ, ਉਹ ਆਪਣੀਆਂ ਫੈਮਲੀਆਂ ਨਾਲ ਤੇ ਆਪਣੀ ਫੈਮਿਲੀ ਦੀ ਗੱਲ ਉਹ ਕਰਦੇ ਆ ਵੀ ਸਾਨੂੰ ਆਹ ਤਕਲੀਫਾਂ ਨੇ, ਸਾਨੂੰ ਆਹ ਦੁੱਖ ਆ। ਹੁਣ ਆਪਾਂ ਮਿਸਾਲ ਦੇ ਤੌਰ ਤੇ ਇੱਕ ਕਿਸਾਨ ਦਾ ਸੋਚੀਏ ਵੀ ਉਹ ਖੇਤੀ ਕਰਦਾ, 2 ਕਿੱਲੇ ਜ਼ਮੀਨ ਆ ਉਹਦੇ ਕੋਲ, ਉਹਦਾ ਗੁਜ਼ਾਰਾ ਨਹੀਂ ਹੁੰਦਾ। ਇਹ ਗੱਲ ਤਾਂ ਅਸੀਂ ਕਰਦੇ ਹਾਂ ਜੀ, ਲੇਕਿਨ ਇੱਕ ਬੰਦਾ ਜਿਹੜਾ ਸੜਕ ਦੇ ਉੱਪਰ ਬੈਠਾ ਸਾਈਕਲ ਦਾ ਪੰਚਰ ਲਾਉਂਦਾ, ਉਹਦੀ ਕਿਸੇ ਨੇ ਗੱਲ ਨਹੀਂ ਕੀਤੀ, ਕਦੇ ਨਹੀਂ ਮੈਂ ਸੁਣੀ ਆਪਣੇ ਰੇਡੀਓ ਦੇ ਉੱਪਰ, ਕਿਸੇ ਵੀ ਜਗ੍ਹਾ ਤੇ ਮੈਂ ਸੁਣੀ ਨਹੀਂ ਗੱਲ ਇਹ ਗੱਲ ਵੀ ਉਹ ਕਿੱਦਾਂ ਰੋਟੀ ਗੁਜ਼ਾਰਾ ਕਰਦਾ। ਜਿੱਦਾਂ ਇਹ ਭਾਈ ਸਾਹਿਬ ਨੇ ਹੁਣ ਗੱਲ ਸੀ, ਉਹਨਾਂ ਦੇ ਘਰ ਮੇਡ ਕੰਮ ਕਰਦੀ ਆ ਜੀ, ਉਹ ਮੇਡ ਦਾ ਵੀ ਤਾਂ ਗੁਜ਼ਾਰਾ ਹੁੰਦਾ ਹੀ ਆ ਨਾ ਕਿਸੇ ਤਰ੍ਹਾਂ, ਉਹਦੇ ਬੱਚਿਆਂ ਦਾ ਵੀ ਵਿਆਹ ਹੁੰਦਾ ਹੀ ਆ ਨਾ। ਸੋ ਸੋਸਾਇਟੀ ਜਿਹੜੀ ਆ ਨਾ, ਅਸੀਂ ਜਿਹੜੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਇੰਪੀਰੀਅਲਿਸਟ ਜਿਹੜੇ ਵਰਲਡ ਹੈ, ਇਹਨਾਂ ਨੇ ਸੋਸਾਇਟੀ ਨੂੰ ਬਹੁਤ ਫਾਈਨਲੀ ਡਿਸਟਰੀਬਿਊਟ ਕਰਤਾ। ਸੋ ਇਨ ਨਟਸ਼ੈਲ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਸਪਲਿਟ ਹੋ ਗਏ। ਮਤਲਬ ਇਸ ਕਰਕੇ ਜਿਹੜੇ ਮਿਡਲ ਇਨਕਮ ਆ ਉਹ ਕਹਿੰਦੇ ਆਪਾਂ ਠੀਕ ਆ, ਜਿਹੜੇ ਹਾਈ ਇਨਕਮ ਆ ਉਹ ਕਹਿੰਦੇ ਆਪਾਂ ਤਾਂ ਮੌਜਾਂ ਨੇ, ਜਿਹੜੇ ਲੋਅਰ ਇਨਕਮ ਆ ਉਹ ਕਹਿੰਦੇ ਕੋਈ ਨਾ ਆਪਾਂ ਮਿਡਲ ਕਲਾਸ ਬਣ ਜਾਵਾਂਗੇ। ਸੋ ਇਹੋ ਜਿਹੀਆਂ ਉਮੀਦਾਂ 'ਚ ਅਸੀਂ ਸਾਰੀ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਂਦੇ ਹਾਂ। ਸੋ ਪਿਆਰਾ ਸਿੰਘ ਜੀ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੇ ਮੇਰੇ ਹਿਸਾਬ ਨਾਲ ਜਿਹੜੀਆਂ ਨਾ ਆਸਾਂ ਨੇ ਵੀ ਚੇਂਜਿਸ ਆਉਣਗੀਆਂ ਜਾਂ ਇਨਕਲਾਬ ਆਊਗਾ, ਆਈ ਥਿੰਕ ਦੇ ਆਰ ਨਾਟ ਰਾਈਟ। ਦੇਖੋ ਜੀ, ਨਿਰਾਸ਼ਾ ਜਿਹੜੀ ਆ ਉਹ ਘੋਰ ਨਿਰਾਸ਼ਾ ਤੁਸੀਂ ਦੇਖ ਰਹੇ ਹੋ। ਇੱਥੇ ਬੈਠੇ ਜਿਹੜੇ ਲੋਕ ਆ ਜੋ ਉਹ ਓਬਜ਼ਰਵ ਕਰ ਰਹੇ ਆ, ਜਿਹੋ ਜਿਹੀਆਂ ਖਬਰਾਂ ਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਆ, ਜਾਂ ਜਿੰਨਾ ਸਮਾਂ ਵੀ ਉਹਨਾਂ ਨੇ ਇੰਡੀਆ ਦੇ ਵਿੱਚ ਗੁਜ਼ਾਰਿਆ, ਜਾਂ ਜਿੰਨਾ ਸਮਾਂ ਅਸੀਂ ਜਾ ਕੇ ਗੁਜ਼ਾਰ ਕੇ ਆਉਂਦੇ ਹਾਂ, ਉਹਦੇ ਵਿੱਚੋਂ ਹੁਣ ਤੱਕ ਜਿਹੜੇ 2-3 ਕਾਲਰਸ ਆਏ ਆ, ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਨਿਰਾਸ਼ਾ ਹੈ। ਆਪਾਂ ਅਗਲੇ ਕਾਲਰ ਦੀ ਗੱਲ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਸੀਂ ਜ਼ਰੂਰ ਇੰਟਰਸਟਿੰਗ ਸੀ ਕਾਲਰ, ਮੈਂ ਕਰ ਲਓ ਗੱਲ ਕਰ ਲਓ। ਹਾਂਜੀ, ਮੈਂ ਇਹਨਾਂ ਦਾ ਜਵਾਬ ਦਿਆਂ, ਮੈਨੂੰ ਚੰਗੀਆਂ ਲੱਗੀਆਂ ਇਹਨਾਂ ਦੀਆਂ ਜ਼ਰੂਰ। ਹਾਂਜੀ ਹਾਂ ਵੀਰ ਜੀ, ਤੁਸੀਂ ਇੱਕ ਪੰਜਾਬ ਦਾ ਕਹਾਵਤ ਸੁਣੀ ਹੋਣੀ ਆ, ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਨਾ। ਹਾਂ, ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਸਾਫ਼ ਹੈ ਕਿ ਜਦੋਂ ਕਿਸੇ ਵੀ ਗੱਲ ਦੀ ਅੱਤ ਹੋ ਜਾਏ, ਠੀਕ ਹੈ ਨਾ, ਤਾਂ ਉਹਦੇ ਤੇ ਰੋਕ ਬਣਦੀ ਹੈ ਲੋਕ। ਠੀਕ ਹੈ, ਅੱਜ ਗਰੀਬੀ ਦੀ ਅੱਤ ਹੈ, ਮਹਿੰਗਾਈ ਦੀ ਅੱਤ ਹੈ, ਬੇਰੁਜ਼ਗਾਰੀ ਦੀ ਅੱਤ ਹੈ। ਮੈਂ ਪਹਿਲਾਂ ਕਿਹਾ ਸੀ, ਮੈਂ ਕਿਹਾ ਸਿਰੋਂ ਪਾਣੀ ਲੰਘ ਜਾਊਗਾ। ਹਾਂ, ਜਦੋਂ ਸਿਰੋਂ ਪਾਣੀ ਲੰਘ ਜੇ ਤਾਂ ਫਿਰ ਬੰਦਾ ਕੀ ਕਰੂਗਾ? ਠੀਕ ਹੈ ਨਾ, ਫਿਰ ਤਾਂ ਡਾਂਗ ਸੋਟਾ ਚੱਕੂਗਾ ਹੀ ਚੱਕੂਗਾ। ਤੁਸੀਂ ਹਾਵਰਡ ਫਾਸਟ ਦਾ ਜੇ ਨਾਵਲ ਪੜ੍ਹਿਆ ਹੋਵੇ ਸਪਾਰਟਾਕਸ, ਤਾਂ ਜ਼ਰੂਰ ਪੜ੍ਹਿਓ। ਜਦੋਂ ਗੁਲਾਮਾਂ ਨੂੰ ਖਰੀਦ ਕੇ ਉਹਨਾਂ ਤੋਂ 24-24 ਘੰਟੇ ਕੰਮ ਲੈਂਦੇ ਸੀ ਅਤੇ ਉਹਨਾਂ ਨੂੰ ਕੁੱਕੜਾਂ ਵਾਂਗੂ ਆਪਸ 'ਚ ਲੜਾ ਕੇ, ਹੱਥਾਂ 'ਚ ਨੇਜੇ ਫੜਾ ਕੇ, ਉਹਨਾਂ ਦੇ ਆਪਸੀ ਲੜਾਈ 'ਤੇ ਠਹਾਕੇ ਮਾਰ ਕੇ ਤਮਾਸ਼ਾ ਵੇਖਦੇ ਹੁੰਦੇ ਸੀ। ਉਦੋਂ ਵੀ ਬਗਾਵਤ ਹੋਈ ਸੀ। ਠੀਕ ਹੈ ਨਾ, ਦੁਨੀਆ ਦੇ ਅੰਦਰ ਬਗਾਵਤਾਂ ਹੋਣੀਆਂ ਇਹ ਕੁਦਰਤੀ ਨਿਯਮ ਹੈ। ਜੇ ਤੁਸੀਂ ਇੱਕ ਗਾਂ ਨੂੰ ਮਾਰੀ ਜਾਓ ਨਾ, ਮਾਰੀ ਜਾਓ, ਉਹ ਕੰਧ ਨਾਲ ਲੱਗ ਜਾਂਦੀ ਹੈ, ਅਤੇ ਅੱਕ ਕੇ ਤੀਜੀ ਜਾਂ ਚੌਥੀ ਵਾਰੀ 'ਚ ਉਹ ਸਿੰਘ ਹੈ ਜਿਹੜੀ ਉਹ ਚੱਕਦੀ ਹੈ, ਚੱਕ ਲੈਂਦੀ ਹੈ। ਇਹ ਸਿੰਘਾਂ 'ਤੇ ਲੋਕ ਚੱਕਣਗੇ। ਇਹ ਭਗਤ ਸਿੰਘ ਨੇ ਵੀ ਕਿਹਾ ਸੀ, ਇਹ ਕਾਮਰੇਡ ਲੈਨਿਨ ਨੇ ਵੀ ਕਿਹਾ ਸੀ, ਕਮਿਊਨਿਸਟ ਫਲਸਫਾ ਵੀ ਇਹ ਹੈ, ਇਹ ਸਾਡੇ ਗੁਰੂਆਂ ਨੇ ਵੀ ਕਿਹਾ ਸੀ। ਠੀਕ ਹੈ ਨਾ, ਅਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਖਲਕਤ ਹੈ ਜਿਹੜੀ ਇਹ ਜ਼ਰੂਰ ਉੱਠੂਗੀ ਅਤੇ ਇਹ ਬਾਬਰ ਦਾ ਨਾਸ਼ ਕਰੂਗੀ, ਇਹੀ ਵਿਸ਼ਵਾਸ ਸੀ। ਇਸ ਵਿਸ਼ਵਾਸ ਨੂੰ ਆਂਚ ਨਾ ਆਉਣ ਦਿਓ। ਜਿੰਨੀ ਕੁ ਤੁਸੀਂ ਇਸ ਵਿਸ਼ਵਾਸ ਨੂੰ ਪੂਰਾ ਕਰਨ ਦੇ ਲਈ, ਇਸ ਆਸ ਨੂੰ ਪੂਰਾ ਕਰਨ ਦੇ ਲਈ ਮਦਦ ਕਰ ਸਕਦੇ ਹੋ ਇਨਕਲਾਬੀ ਲਹਿਰ ਦੀ, ਉਹ ਜ਼ਰੂਰ ਕਰਿਓ। ਧੰਨਵਾਦ। ਸੁਖਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਕਹਿਣਾ ਸੀ ਕਿ ਇਹਨਾਂ ਜਿੱਦਾਂ ਵੀਰ ਜੀ ਦਾ ਹੈ ਨਾ ਜਿਹੜਾ ਵਿਜ਼ਨ ਹੈ ਨਾ, ਮੈਨੂੰ ਲੱਗਦਾ ਕਿ ਜਿਹੜੀ ਸੋਚ ਇਹ ਲੈ ਕੇ ਚੱਲੇ ਗਏ, ਸ਼ਾਇਦ ਇਹੀ ਸੋਚ ਉਸ ਟਾਈਮ ਤੇ ਕਿਸਾਨੀ ਮੋਰਚੇ ਦੇ ਵਿੱਚ ਹੀ ਟੋਟਲ। ਤੇ ਇਸ ਲਈ ਲਿਸਨਰ ਜਿਹੜੇ ਨੇ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਕਿ ਹਮੇਸ਼ਾ ਕਿਸਾਨ ਦੀ ਗੱਲ ਕੀਤੀ ਜਾਂਦੀ ਆ, ਮਜ਼ਦੂਰ ਦੀ ਗੱਲ ਨਹੀਂ ਕਦੇ ਕੀਤੀ ਜਾਂਦੀ। ਤੇ ਉਦੋਂ ਕਿਸਾਨੀ ਮੋਰਚੇ ਦੇ ਵਿੱਚ ਇਹੀ ਨਾਰਾ ਇੱਕ ਦਿੱਤਾ ਗਿਆ ਸੀ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ।
ਤੇ ਉਸ ਟਾਈਮ ਦੇ ਉੱਤੇ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਜਨਰੇਸ਼ਨ ਆ 30 ਤੋਂ 40 ਦੇ ਬਿਟਵੀਨ ਜਿਹੜੇ ਆ, ਆਪਾਂ ਇਸ ਤੋਂ ਵੱਡਾ ਅੰਦੋਲਨ ਆਪਣੀ ਲਾਈਫ ਦੇ ਵਿੱਚ ਨਹੀਂ ਵੇਖਿਆ, ਪਹਿਲਾਂ ਹੋਏ ਹੀ ਹੈ ਨਾ। ਤੇ ਉਸ ਮੋਰਚੇ ਦੇ ਵਿੱਚ ਇੰਨੀਆਂ ਜ਼ਿਆਦਾ ਆਸਾਂ ਜਾਗਦੀਆਂ ਸੀ ਕਿ ਸ਼ਾਇਦ ਇਹ ਪਰਮਾਤਮਾ ਦੀ ਚਲੋ ਕਿਰਪਾ ਦੇ ਨਾਲ ਤੇ ਉਹ ਮਤਲਬ ਮੋਰਚਾ ਜਿੱਤ ਗਏ ਆ। ਸ਼ਾਇਦ ਜੇ ਮੋਰਚਾ ਹਾਰ ਜਾਂਦੇ ਤੇ ਲੋਕ ਸ਼ਾਇਦ ਕਈ ਸਾਲਾਂ ਤੱਕ, ਸਦੀਆਂ ਤੱਕ ਦੁਬਾਰਾ ਉੱਠਦੇ ਨਾ, ਉਹ ਮੋਰਚੇ ਦੇ ਕਰਕੇ ਆਪਾਂ ਫਿਰ ਵੀ ਖੜੇ ਹੋ ਗਏ। ਤੇ ਪਰ ਕਹਿਣ ਦਾ ਮਤਲਬ ਕਿ ਉਹ ਜਿਹੜਾ ਮੋਰਚਾ ਸੀ, ਉਸ ਮੋਰਚੇ ਦੇ ਵਿੱਚ ਮੈਂ ਤੇ ਇੱਕ ਚੀਜ਼ ਓਬਜ਼ਰਵ ਕੀਤੀ ਆ ਕਿ ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਹਾਂ ਕਿ ਹਾਂ ਪਾਰਟੀਆਂ ਨੇ ਆਹ ਕੰਮ ਕਰਨਾ, ਉਹ ਪਾਰਟੀ ਏਦਾਂ ਨਹੀਂ ਕਰਦੀ। ਉਹ ਕਿਉਂਕਿ ਪਾਰਟੀ ਕੋਈ ਵੀ ਜਿਹੜੀ ਆ ਉਹ ਮਾੜੀ ਤੇ ਚੰਗੀ ਨਹੀਂ ਹੁੰਦੀ। ਪਾਰਟੀ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੁੰਦੇ ਨੇ ਉਹ ਮਾੜੇ ਜਾਂ ਚੰਗੇ ਹੁੰਦੇ ਆ। ਜਿੰਨਾ ਚਿਰ ਆਗੂ ਜਿਹੜੇ ਆ ਉਹ ਆਪਣਾ ਨਿੱਜ ਨਹੀਂ ਛੱਡਣਗੇ, ਆਪਣਾ ਲਾਲਚ, ਆਪਣੇ ਅਹੁਦਿਆਂ ਦੀ ਲਾਲਸਾ ਨਹੀਂ ਛੱਡਣਗੇ, ਉਹਨਾਂ ਚਿਰ ਕਿਸੇ ਵੀ ਗਰੁੱਪ ਦੀ ਕਾਮਯਾਬੀ ਹੋਣੀ ਜਿਹੜੀ ਹੈ ਨਾ ਉਹ ਸੰਭਵ ਨਹੀਂ ਆ। ਕਿਉਂਕਿ ਉਸ ਟਾਈਮ ਦੇ ਉੱਤੇ ਵੀ ਜਿਹੜੇ ਆਗੂ ਆਪਣੇ ਅੱਗੇ ਲੱਗੇ ਸੀ, ਉਹ ਆਗੂਆਂ ਨੇ ਸਿਰਫ ਇੱਕ ਬੈਰੀਅਰ ਤੱਕ ਜਾਣ ਦੀ ਗੱਲ ਕੀਤੀ ਸੀ ਤੇ ਉੱਥੇ ਬਹਿਣ ਦੀ ਗੱਲ ਕੀਤੀ। ਪਰ ਉਸ ਮੋਰਚੇ ਨੂੰ ਦਿੱਲੀ ਤੱਕ ਲਿਜਾਣ ਵਾਲਾ ਜਿਹੜਾ ਸੀ ਨਾ, ਉਹ ਸਾਰਾ ਯੂਥ ਹੀ ਜਿਹੜਾ ਮਤਲਬ ਕਿ ਉਦੋਂ ਅੱਕਿਆ, ਜਿੱਦਾਂ ਵੀਰ ਜੀ ਨੇ ਕਿਹਾ ਵੀ ਅੱਕ ਕੇ ਬੰਦਾ ਫਿਰ ਤੁਰਦਾ, ਉਹ ਲੋਕ ਉਦੋਂ ਅੱਕੇ ਹੋਏ ਫਿਰ ਉਹ ਬੈਰੀਅਰ ਤੋੜ ਕੇ ਗਏ ਸੀ। ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਕਦੀ ਵੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਜਦੋਂ ਧਰਨੇ ਲਾਉਂਦੀ ਆ, ਇਹਨਾਂ ਕੋਲ ਕਦੀ ਬੈਰੀਅਰ ਟੁੱਟਾ? ਇਹ ਬਿਸ਼ਾਰਾ ਖਾ ਕੇ ਫੋਟੋਆਂ ਖਿਚਾ ਕੇ ਵਾਪਸ ਆ ਜਾਂਦੀਆਂ ਪਾਰਟੀਆਂ। ਉਦੋਂ ਕੋਈ ਬੰਦਾ ਏਦਾਂ ਦਾ ਸੀ ਜਿਹੜਾ ਵਾਪਸ ਮੁੜਿਆ ਸੀ, ਬੈਰੀਅਰ ਤੋੜ ਕੇ ਲੰਘੇ ਸੀ। ਸੁਖਦੇਵ ਜੀ, ਆਪਣੇ ਕੋਲ ਸਮਾਂ ਥੋੜਾ ਜਿਹਾ ਘੱਟ ਆ, ਇਨ ਨਟਸ਼ੈਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜੇ ਥੋੜਾ ਬਰੀਫ ਕਰ ਸਕੋ? ਮੈਂ ਇਹੀ ਕਹਿਣਾ, ਮੇਰਾ ਸਿਰਫ ਬਰੀਫਲੀ ਇਹੀ ਆਨਸਰ ਹੈ ਕਿ ਸਰਕਾਰਾਂ ਬਣਾਉਣ ਨਾਲੋਂ ਚੰਗਾ ਕਿ ਇੱਕ ਪ੍ਰੈਸ਼ਰ ਗਰੁੱਪ ਹੋਵੇ ਜਿਹੜਾ ਮਤਲਬ ਵੀ ਕਿਸੇ ਸਰਕਾਰ ਦੇ ਵਿੱਚ ਆਉਣ ਦੀ ਲਾਲਸਾ ਨਾ ਰੱਖੇ, ਤੇ ਉਹ ਸਿਰਫ ਉਹ ਪ੍ਰੈਸ਼ਰ ਗਰੁੱਪ ਹੀ ਹੋਵੇ ਕਿ ਜਿਹੜੀ ਵੀ ਸਰਕਾਰ ਗਲਤ ਕੰਮ ਕਰਦੀ ਆ ਉਹਦੇ ਖਿਲਾਫ ਖੜਾ ਹੋਵੇ, ਬਸ। ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਇਹਨਾਂ ਨੇ 2-3 ਗੱਲਾਂ ਇਕੱਠੀਆਂ ਕੀਤੀਆਂ ਹੈ ਨਾ। ਇੱਕ ਤਾਂ ਕਿਹਾ ਕਿ ਯੂਥ ਵੱਡੀ ਗਿਣਤੀ ਦੇ ਵਿੱਚ ਸੀ, ਹੈ ਨਾ, ਯੂਥ ਦੀ ਤਾਕਤ ਦੀ ਗੱਲ ਕੀਤੀ ਆ। ਇੱਕ ਸੱਤਾ ਦੀ ਲਾਲਚ ਦੀ ਗੱਲ ਕੀਤੀ ਹੈ। ਤੁਸੀਂ ਥੋੜ੍ਹੀ ਦੇਰ ਪਹਿਲਾਂ ਜ਼ਿਕਰ ਕੀਤਾ ਸੀ ਕਿ ਸੱਤਾ ਪਲਟੂਗੀ, ਸਹੀ ਅਗਵਾਈ ਹੋਵੇ। ਸਹੀ ਅਗਵਾਈ ਇਹ ਬਹੁਤ ਵੱਡਾ ਮਸਲਾ। ਉਸ ਤੋਂ ਪਹਿਲਾਂ ਵਾਲੇ ਕਾਲਰ ਆਏ ਸੀ, ਉਹ ਕਹਿੰਦੇ ਸੀ ਵੀ ਸਪਲਿਟ ਹੋ ਗਏ ਸੀ ਅਸੀਂ, ਹੈ ਨਾ। ਜਦੋਂ ਅਸੀਂ ਗੱਲ ਕਰਦੇ ਹਾਂ ਰੈਵੋਲਿਊਸ਼ਨ ਦੀ, ਅਤੇ ਕਈ ਵਾਰ ਲੋਕ ਜਿਹੜੇ ਉਹ ਸਪਲਿਟ ਹੋ ਜਾਂਦੇ ਆ। ਮਸਲਾ ਇਹੀ ਆ ਕਿ ਲੀਡਰਸ਼ਿਪ ਜਿਹੜੀ ਆ ਉਹਦਾ ਬਹੁਤ ਵੱਡਾ ਸਵਾਲ ਹੈ ਕਿ ਜੇ ਰੈਵੋਲਿਊਸ਼ਨ ਦੀ ਤੁਸੀਂ ਆਸ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਕੌਣ ਲੋਕ ਨੇ ਜਿਹੜੇ ਲੀਡ ਕਰਨਗੇ, ਸਹੀ ਅਗਵਾਈ ਦੇਣਗੇ? ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟੀ ਹਾਂ ਕਿ ਇਹ ਵਿਜ਼ੂਅਲਾਈਜ਼ ਕਰਨਾ ਬਹੁਤ ਸੋਹਣਾ ਲੱਗਦਾ ਕਿ ਜੇ ਕਿਤੇ ਇਹੋ ਜਿਹਾ ਸਮਾਜ ਸਿਰਜਿਆ ਜਾਵੇ, ਪਰ ਗੱਲ ਇੱਥੇ ਸਮੱਸਿਆ ਆ ਜਾਂਦੀ ਆ। ਕਮਿਊਨਿਸਟ ਪਾਰਟੀਆਂ ਬਹੁਤ ਸਾਰੀਆਂ ਹੈਗੀਆਂ, ਬਹੁਤ ਸਾਰੇ ਕਾਮਰੇਡ ਲੀਡਰ ਹੈਗੇ ਆ। ਮੈਂ ਰੀਸੈਂਟਲੀ ਵੀ ਗੱਲ ਕੀਤੀ ਸੀ, ਇੱਥੇ ਮੰਗਤ ਰਾਮ ਪਾਸਲਾ ਜੀ ਆਏ ਸੀ, ਉਹਨਾਂ ਨੂੰ ਵੀ ਮੈਂ ਇਹ ਗੱਲ ਕਹੀ ਸੀ ਕਿ ਕਾਮਰੇਡ ਸ਼ਬਦ ਦਾ ਹੀ ਇਸਤੇਮਾਲ ਲੋਕੀ ਹੁਣ ਬੜੇ ਅਜੀਬ ਤਰੀਕੇ ਦੇ ਨਾਲ ਕਰਨ ਲੱਗ ਪਏ ਹੈਗੇ ਆ। ਅਗਵਾਈ ਕਰੇ ਤਾਂ ਕੌਣ ਕਰੇ? ਬਿਲਕੁਲ, ਮੈਨੂੰ ਐਂ ਲੱਗਦਾ ਕਿ ਇਹ ਗੱਲ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਜਦੋਂ ਵੀ ਕੋਈ ਇਤਿਹਾਸ ਸਿਰਜਿਆ ਜਾਂਦਾ ਹੈ ਤਾਂ ਉਹਦੇ 'ਚ ਸਾਡੀ ਲਾਈਫ ਦਾ ਜਿਹੜਾ ਯੰਗ ਏਜ ਹੈ ਉਹ ਮੋਹਰੀ ਅਤੇ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜੀ। ਇਹ ਇਕੱਲਾ ਕਿਸਾਨ ਅੰਦੋਲਨ 'ਚ ਨਹੀਂ ਹੋਇਆ, ਠੀਕ ਹੈ। ਇਹ ਪੂਰੇ ਦੁਨੀਆ ਦੇ ਇਤਿਹਾਸ ਜਿੱਥੇ ਵੀ ਰਾਜ ਪਲਟੇ ਹੋਏ ਆ, ਜਿੱਥੇ ਮੂਵਮੈਂਟਾਂ ਕਾਮਯਾਬ ਹੋਈਆਂ, ਤਾਂ ਉਹਦੇ 'ਚ ਨੌਜਵਾਨਾਂ ਦਾ ਇੱਕ ਆਪਣਾ ਵਿਲੱਖਣ ਰੋਲ ਹੁੰਦਾ, ਕਿਉਂਕਿ ਨੌਜਵਾਨ ਸਮਾਜ ਦੇ ਵਰਗ ਦੇ ਵਿੱਚੋਂ, ਸਮਾਜ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਐਨਰਜੈਟਿਕ ਹੁੰਦਾ, ਊਰਜਾਵਾਨ ਹੁੰਦਾ, ਉਹ ਕਿਸੇ ਲਾਗ ਲਪੇਟ ਤੋਂ ਪਾਸੇ ਹੁੰਦਾ ਹੈ ਨਾ। ਇਸ ਕਰਕੇ ਕਿਸਾਨ ਅੰਦੋਲਨ ਜੇ ਜਿੱਤਿਆ ਗਿਆ, ਬੈਰੀਅਰ ਤੋੜੇ ਗਏ ਹੈ, ਤਾਂ ਉਹ ਨੌਜਵਾਨ ਜਿਹੜੇ ਪਹਿਲੇ ਦਿਨ ਗਏ ਸੀ ਨਾ ਬੈਰੀਅਰ ਤੋੜਨ, ਉਹ ਕਿਸਾਨ ਜਥੇਬੰਦੀਆਂ ਔਰਗੇਨਾਈਜ਼ ਕਰਕੇ ਹੀ ਲੈ ਕੇ ਗਈਆਂ ਸੀ। ਉਦੋਂ ਬਾਅਦ ਤਾਂ ਇੱਕ ਹਵਾ ਬਣ ਗਈ, ਇੱਕ ਮਾਹੌਲ ਬਣ ਗਿਆ ਕਿ 26 ਜਨਵਰੀ ਨੂੰ 4 ਲੱਖ ਟਰੈਕਟਰ ਹੈ ਜਿਹੜਾ ਉਹ ਦਿੱਲੀ ਪਹੁੰਚ ਗਿਆ। ਨੌਜਵਾਨਾਂ ਦੇ ਰੋਲ ਬਾਰੇ ਵੀਰ ਦੀ ਜਿਹੜੀ ਸਮਝਦਾਰੀ ਹੈ ਉਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ, ਔਰ ਸਾਡੀ ਕੋਸ਼ਿਸ਼ ਵੀ ਪੰਜਾਬ ਦੇ ਵਿੱਚ ਇਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੂਵਮੈਂਟ ਦੇ ਨਾਲ ਜੋੜੀਏ। ਜੀ, ਨੌਜਵਾਨਾਂ ਦੇ ਨਾਲ ਜੁੜੇ ਹੋਏ ਮਸਲੇ ਤਾਂ ਬਹੁਤ ਜ਼ਿਆਦਾ ਆ। ਜਿੱਥੇ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਜਿੱਥੇ ਅਨਐਮਪਲੋਇਮੈਂਟ ਦੀ ਗੱਲ ਕਰਦੇ ਹਾਂ, ਜਾਂ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਬਾਹਰ ਆਉਣ ਦਾ ਮਸਲਾ ਹੈਗਾ। ਆਪਾਂ ਅਗਲੇ ਹਿੱਸੇ 'ਚ ਉਹਦੇ ਬਾਰੇ ਗੱਲ ਕਰਾਂਗੇ, ਪਰ ਸਾਡੇ ਇੱਕ ਲਿਸਨਰ ਕਾਫੀ ਦੇਰ ਤੋਂ ਹੋਲਡ 'ਤੇ ਨੇ, ਉਹਨਾਂ ਦੀ ਵੀ ਆਪਾਂ ਪਹਿਲਾਂ ਗੱਲ ਸੁਣ ਲਈਏ। ਗੁਰਮੀਤ ਜੀ, ਛੋਟੀ ਰੱਖਿਓ ਗੱਲ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਬਿਲਕੁਲ ਛੋਟੀ। ਐਕਚੁਅਲੀ ਪਤਾ ਕੀ ਆ,
ਦੇਖੋ ਹੁਣ ਜਿਹੜੇ ਹਿਸਾਬ ਨਾਲ ਇੰਡੀਆ ਦੇ ਵਿੱਚ ਆਉਣਾ ਰੈਵੋਲੂਸ਼ਨ 100% ਆਉਣਾ, ਕਿਉਂਕਿ ਇਹ ਨਹੀਂਗਾ ਵੀ ਅੱਜ ਜੇ ਆਪਾਂ ਗੱਲ ਕਰਦੇ ਹਾਂ ਤਾਂ ਕੱਲ ਨੂੰ ਰੈਵੋਲੂਸ਼ਨ ਆ ਜਾਣਾ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਜਿੰਨਾ ਚਿਰ ਤੁਸੀਂ ਪਤਾ ਕੀ ਹੁੰਦਾ, ਜਿਹੜੇ ਸਮਰਾਜਵਾਦ ਹੈ ਜਿਹੜਾ ਜਿੱਥੋਂ ਤੱਕ ਮੈਨੂੰ ਇਹ ਪੈਂਡੂਲਮ ਵਾਂਗੂ ਚੱਲਦਾ ਹੈ ਨਾ, ਜਿੱਦਾਂ ਆਪਣੀ ਸੁਸਾਇਟੀ ਚੱਲਦੀ ਹੈ, ਇਸ ਕਾਇੰਡ ਉਹ ਸੇਮ ਉਸ ਤੇ ਕੰਮ ਕਰਦਾ। ਹੁਣ ਕੀ ਹੈ, ਇਹ ਉਹਨਾਂ ਤੱਕਰ ਡਿਫਰੈਂਸ ਜਦੋਂ ਤੁਸੀਂ ਰੋਟੀ ਦੇ ਲਾਲੇ ਪਾ ਦੇਣੇ ਆ, ਹੌਲੀ ਹੌਲੀ ਕਰਕੇ ਬੰਦੇ ਨੇ ਉਧਰ ਨੂੰ ਜਾਣਾ ਹੀ ਜਾਣਾ ਹੈ। ਐਂਡ ਬਾਏ ਦਾ ਟਾਈਮ ਕੀ ਹੁੰਦਾ, ਜਿਵੇਂ ਹੁਣ ਸਾਰਾ ਕੁਛ ਉੱਥੇ ਚੱਲ ਰਿਹਾ ਉਹ ਇੱਕ ਸਿਸਟਮੈਟਿਕਲੀ ਚੱਲ ਰਿਹਾ। ਹੁਣ ਇਹ ਜ਼ਰੂਰੀ ਨਹੀਂ ਹੋਣਾ ਵੀ ਜਿਹੜੀ ਸਰਕਾਰ ਹੈ ਉਹ ਏਦਾਂ ਹੀ ਸਿਸਟਮੈਟਿਕਲੀ ਨੈਕਸਟ 10, 15, 16, 17 ਸਾਲਾਂ ਬਾਅਦ ਵੀ ਚੱਲੂਗੀ। ਉਸ ਤੋਂ ਬਾਅਦ ਜਿਹੜੇ ਸਾਡੇ ਵਰਗੇ ਦਬ ਰਹੇ ਆ ਉਹ ਦਬੀ ਜਾਣੇ। ਉਸ ਤੋਂ ਬਾਅਦ ਉਧਰੋਂ ਉਹ ਇੱਕ ਬਬਲ ਬਣਨਾ, ਜਿੱਦਾਂ ਬਬਲ ਉਹ ਬਾਏ ਦਾ ਟਾਈਮ ਸਿਸਟਮ ਨਹੀਂ ਰਹਿਣਾ, ਬਾਏ ਦਾ ਟਾਈਮ ਉਹ ਬਬਲ ਬਣਨਾ, ਉਦੋਂ ਫਿਰ ਰੈਜ਼ੋਲੂਸ਼ਨ ਹੋਣਾ। ਏਦਾਂ ਹੀ ਪਹਿਲਾਂ ਹੋਇਆ ਆ, ਜਿਹੜੇ ਪਹਿਲੇ 10 ਸਾਲ ਹੁੰਦੇ 15 ਸਾਲ ਹੁੰਦੇ ਆ, ਉਦੋਂ ਬੰਦਾ ਸਿਰਫ ਸੋਚ 'ਚ ਰਹਿ ਜਾਂਦਾ ਜੇ ਆਪਾਂ ਉਹਨੂੰ ਲੋਂਗਰ ਪੀਰੀਅਡ ਦੇ ਦੇਖਦੇ ਹਾਂ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਜੀ। ਥੈਂਕ ਯੂ। ਬਹੁਤ ਸ਼ੁਕਰੀਆ। ਬਿਲਕੁਲ ਵੀਰ ਜੀ, ਤੁਹਾਡੀ ਗੱਲ ਠੀਕ ਹੈ ਕਿ ਇਨਕਲਾਬ ਆਉਣਾ ਹੀ ਆਉਣਾ ਹੈ। ਸਵਾਲ ਇਹ ਹੈ ਕਿ ਅੱਜ ਦੇਸ਼ ਦੇ ਅੰਦਰ ਸਾਡੇ ਕਿਰਤੀ ਵਰਗ ਨੂੰ ਜਾਂ ਆਪਾਂ ਸਾਰੇ ਆਮ ਲੋਕਾਂ ਨੂੰ ਜਿਹੜੇ ਚੈਲੰਜਿਸ ਨੇ ਉਹਨਾਂ ਦੇ ਵਿੱਚ ਜਮਹੂਰੀ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ, ਘੱਟ ਗਿਣਤੀਆਂ ਨੂੰ ਦੇਸ਼ 'ਚੋਂ ਕੱਢਣ ਦੇ ਲਈ ਜਿਹੜੇ NCR ਵਰਗੇ ਕਾਨੂੰਨ ਲਿਆਂਦੇ ਜਾ ਰਹੇ ਨੇ, 295 ਵਰਗੇ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ, ਕਸ਼ਮੀਰ ਨੂੰ ਤੋੜਿਆ ਗਿਆ, ਜਮਹੂਰੀ ਆਜ਼ਾਦੀਆਂ ਦਾ ਸਪੇਸ ਖਤਮ ਹੋ ਗਿਆ, ਸਵਾਲ ਕਰਨ ਦੀ ਆਜ਼ਾਦੀ ਨਹੀਂ ਰਹੀ। ਇਹ ਸਾਰਾ ਕੁਛ ਇਸ ਕਰਕੇ ਹੈ ਕਿ ਲੁੱਟ ਦਾ ਰਾਜ ਹੈ ਜਿਹੜਾ ਉਹ ਬਰਕਰਾਰ ਰਹੇ। ਇਹ ਵੇਰੀਅਸ ਜਿਹੜੇ ਚੈਲੰਜਿਸ ਨੇ, ਚੁਣੌਤੀਆਂ ਨੇ, ਇਹਨਾਂ ਦਾ ਸਾਹਮਣਾ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਅਸੀਂ ਪੰਜਾਬ ਦੇ ਅੰਦਰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਬਣਾ ਕੇ ਉਹਦਾ ਜਿਹੜਾ ਸਾਹਮਣਾ ਕਰ ਰਹੇ ਹਾਂ। ਅੱਜ ਨਵੀਂ ਜਿਹੜੀ ਵਿਦਿਅਕ ਨੀਤੀ ਹੈ ਜਿਹੜੀ 2020 ਉਹ ਆ ਗਈ, ਉਹ ਸਾਡੇ ਤੋਂ ਆਮ ਲੋਕਾਂ ਤੋਂ ਜਿਹੜਾ ਐਜੂਕੇਸ਼ਨ ਦਾ ਰਾਈਟ ਹੈ ਉਹ ਖੋਹਣ ਦੀ ਨੀਤੀ ਹੈ, ਔਰ ਐਜੂਕੇਸ਼ਨ ਨੂੰ ਸੈਂਟਰਲਾਈਜ਼ ਕਰਕੇ ਵੱਡੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਵਾਤਾਵਰਨ ਅਤੇ ਪਾਣੀਆਂ ਦਾ ਮੁੱਦਾ ਹੈ, ਉਹ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਾਇਮਰੀ ਮੁੱਦਾ ਬਣਿਆ ਹੋਇਆ, ਕਿਉਂਕਿ ਜੇ ਪਾਣੀ ਮੁੱਕ ਗਿਆ ਤਾਂ ਪੰਜਾਬ ਰੇਗਿਸਤਾਨ ਬਣ ਜਾਣਾ। ਇਹ ਵੇਰੀਅਸ ਚੈਲੰਜਿਸ ਹੈ ਜਿਹੜੇ, ਇਹਨਾਂ ਨਾਲ ਮਿਆਂਕਣਾ, ਇਹਨਾਂ ਦਾ ਟਾਕਰਾ ਕਰਨਾ, ਇਹ ਸਾਰੇ ਜਿਹੜੇ ਹੈ ਪੰਜਾਬ ਦੀਆਂ ਜਿਹੜੀਆਂ ਇਨਕਲਾਬੀ ਤਾਕਤਾਂ, ਪੰਜਾਬ ਦੀਆਂ ਜਿਹੜੀਆਂ ਅਗਾਂਹ ਵਧੂ ਤਾਕਤਾਂ, ਉਹਨਾਂ ਨੂੰ ਲੈ ਕੇ ਚੱਲ ਰਹੀਆਂ। ਔਰ ਬਿਨਾਂ ਸ਼ੱਕ ਇਹ ਇੱਕ ਛੋਟੇ ਛੋਟੇ ਇਨਕਲਾਬ ਨੇ ਜਿਨ੍ਹਾਂ ਨੇ ਵੱਡੇ ਇਨਕਲਾਬ ਨੂੰ ਜਿਹੜਾ ਜਨਮ ਦੇਣਾ ਹੈ। ਮੈਂ ਯਾਦ ਕਰਾਉਣਾ ਚਾਹੁੰਦੀ ਆਪਣੇ ਸੁਣਨ ਵਾਲਿਆਂ ਨੂੰ ਕਿ ਸ਼ੇਰੇ ਪੰਜਾਬ AM 600 ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਸੁਣਦੇ ਹੋ, ਤੁਸੀਂ ਆਪਣੇ ਘਰ ਦੇ ਵਿੱਚ ਸੁਣਦੇ ਹੋ, ਪਰ ਜੇ ਤੁਸੀਂ ਹਾਲੇ ਤੱਕ ਸਾਡਾ ਐਪ ਡਾਊਨਲੋਡ ਨਹੀਂ ਕੀਤਾ ਹੋਇਆ, ਐਪ ਜ਼ਰੂਰ ਡਾਊਨਲੋਡ ਕਰੋ। ਅਤੇ ਜਿੱਥੇ ਵੀ ਤੁਸੀਂ ਕਿਤੇ ਬੈਠੇ ਹੋ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਆਪਣੇ ਪਿਆਰੇ ਬੈਠੇ ਨੇ, ਉਹਨਾਂ ਨੂੰ ਕਹੋ ਕਿ ਐਪ ਦੇ ਜ਼ਰੀਏ ਸੁਣ ਸਕਦੇ ਹੋ। ਸਾਡਾ ਇੱਕ ਓਪਨ ਮਾਈਕ ਫੀਚਰ ਹੈਗਾ, ਉਹਦੇ ਰਾਹੀਂ ਤੁਸੀਂ ਕੋਈ ਵੀ ਮੈਸੇਜ ਜਿਹੜਾ ਉਹ ਰਿਕਾਰਡ ਕਰਕੇ ਭੇਜ ਸਕਦੇ ਹੋ। ਇਹਦੇ ਨਾਲ ਜੇ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਟੈਕਸਟ ਮੈਸੇਜ ਕਰਨਾ, ਫੋਨ ਕਾਲ ਨਹੀਂ ਵੀ ਕਰਨਾ ਚਾਹੁੰਦੇ, 6042040600 'ਤੇ ਟੈਕਸਟ ਮੈਸੇਜ ਵੀ ਤੁਸੀਂ ਕਰ ਸਕਦੇ ਹੋ। ਕੁਝ ਜਾਣਕਾਰੀ ਸਾਡੇ ਸਪਾਂਸਰਸ ਬਾਰੇ। ਬਿਗ ਰਿਗ ਟ੍ਰੇਲਰਸ ਐਂਡ ਲੀਜ਼ਿੰਗ ਵਾਲੇ ਟਰੱਕਿੰਗ ਅਤੇ ਟਰੈਵਲ ਇੰਡਸਟਰੀ ਦੇ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਨੇ। ਇਹਨਾਂ ਦੇ ਕੋਲ ਇਸ ਵੇਲੇ ਰੀਫਰ ਅਤੇ ਡਰਾਈ ਵੈਨਸ ਦੀ ਵੱਡੀ ਇਨਵੈਂਟਰੀ ਮੌਜੂਦ ਹੈ। ਟ੍ਰੇਲਰਸ ਦੇ ਲਈ ਫਾਈਨਾਂਸ ਵੀ ਕਰਦੇ ਨੇ। ਬਿਗ ਰਿਗ ਟ੍ਰੇਲਰਸ ਐਂਡ ਲੀਜ਼ਿੰਗ ਵਾਲਿਆਂ ਦਾ ਨੰਬਰ ਨੋਟ ਕਰੋ। ਹਰਪ੍ਰੀਤ ਹੋਣਾ ਨੂੰ ਕਾਲ ਕਰਿਓ 6049083100 6049083100। ਫਰੂਟੀ ਕਹਿਣਾ ਵਾਲੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰ ਰਹੇ ਨੇ। 22 ਲੋਕੇਸ਼ਨਸ ਇਹਨਾਂ ਦੀਆਂ ਲੋਅਰ ਮੇਨਲੈਂਡ ਦੇ ਵਿੱਚ ਹੋ ਚੁੱਕੀਆਂ ਨੇ। 3 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਤਾਜ਼ੇ ਫਲ, ਤਾਜ਼ੀਆਂ ਸਬਜ਼ੀਆਂ ਅਤੇ ਵਧੀਆ ਕੁਆਲਿਟੀ ਦੇ ਮਸਾਲੇ, ਉਹ ਵੀ ਕਹਿੰਦੇ ਘੱਟ ਕੀਮਤਾਂ 'ਤੇ ਲੈਣੇ ਹੋਣ ਤਾਂ ਫਰੂਟੀ ਕਹਿਣਾ ਹੀ ਜਾਣਾ। ਸਭ ਤੋਂ ਵੱਡਾ ਸਾਊਥ ਏਸ਼ੀਅਨ ਗਰੋਸਰੀ ਸਟੋਰ ਹੋਣ ਦਾ ਦਾਅਵਾ ਕਰਦਾ ਹੈ ਫਰੂਟੀ ਕਹਿਣਾ। ਪੰਜਾਬੀ ਵਿਰਸਾ ਸ਼ੋਅ ਆ ਰਿਹਾ ਬਹੁਤ ਜਲਦੀ। ਜੈਸ ਔਜਲਾ ਅਤੇ ਬਿੰਦਰ ਗਰੇਵਾਲ ਲੈ ਕੇ ਆ ਰਹੇ ਨੇ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਹੋਣਾ ਨੂੰ। ਤੁਸੀਂ ਆਪਣੀਆਂ ਟਿਕਟਾਂ B4U ਸਰੀ ਤੋਂ ਬਾਏ ਕਰ ਸਕਦੇ ਹੋ ਜਾਂ ticketmaster.ca 'ਤੇ ਜਾ ਸਕਦੇ ਹੋ। ਜੇ ਐਬਸਫੋਰਡ ਵਿੱਚ ਰਹਿੰਦੇ ਹੋ, ਪ੍ਰਿੰਸ ਵੀਡੀਓ ਤੋਂ ਵੀ ਟਿਕਟਾਂ ਲਈਆਂ ਜਾ ਸਕਦੀਆਂ ਨੇ। ਫਲੋਰ ਦੀਆਂ ਟਿਕਟਾਂ ਲੈਣ ਦੇ ਲਈ ਅਤੇ ਸਪਾਂਸਰਸ਼ਿਪ ਦੇ ਲਈ ਸੱਤੀ ਕੰਗ ਹੋਣਾ ਨੂੰ ਕਾਲ ਕਰ ਲੈਣੀ 6048253562। ਮੇਰੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ ਕਵਲਜੀਤ ਖੰਨਾ ਹੋਣਾ ਦੇ ਨਾਲ, ਜਿਹੜੇ ਪੰਜਾਬ ਤੋਂ ਕੁਝ ਦਿਨਾਂ ਦੇ ਲਈ ਇੱਥੇ ਆਏ ਹੋਏ ਨੇ। ਪੰਜਾਬ ਦੀ ਜਿਹੜੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਤ ਹੈ, ਉਹਦੇ ਬਾਰੇ ਅਸੀਂ ਕੁਝ ਗੱਲਾਂ ਬਾਤਾਂ ਹੁਣ ਤੱਕ ਕੀਤੀਆਂ। ਕਵਲਜੀਤ ਖੰਨਾ ਜੀ, ਮੇਰੇ ਕੋਲ ਬਹੁਤ ਸਾਰੇ ਹਾਲੇ ਸਵਾਲ ਬਾਕੀ ਨੇ, ਪਰ ਮੈਂ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਵੀ ਜ਼ਰੂਰ ਨਾਲ ਸ਼ਾਮਿਲ ਕਰਨਾ ਚਾਹੁੰਦੀ ਹਾਂ, ਪਰ ਬੇਨਤੀ ਇੰਨੀ ਹੈ ਕਿ ਆਪਣੀ ਜਿਹੜੀ ਗੱਲ ਹੈ ਉਹ ਛੋਟੀ ਰੱਖਿਓ। H ਵਰਧਨ ਜੀ। ਹੈਲੋ ਬੇਟਾ।
हेलो जी। मैं खुशीराम बोल रहा हूँ। हाँ जी खुशीराम जी। बेटा मेरी सेहत और मेरी उम्र मेरा साथ नहीं दे रही, इसलिए मैं ज्यादा बात नहीं करना चाहता, लेकिन ये आज का विषय आपका इतना बढ़िया है, मेरे को ये उकसाहट आ ही गई है जी। अच्छा, मुझे खन्ना साहब से ये पूछना है कि भारत के कुछ हिस्सों में ऑलरेडी कम्युनिस्ट राज आ चुका है। मैं केरला की बात नहीं करता, जहां इंडिया में फर्स्ट टाइम किसी स्टेट में कम्युनिस्ट रूल आया था। दैट्स एन ओल्ड स्टोरी, कांग्रेस के साथ और ये अदला बदली क्या होता है, उत्तर काटो मैं चुना वाला उधर चलता रहा है। मैं वेस्ट बंगाल की बात करता हूँ बेटा, वहां पर ज्योति बासु जी की हुकूमत मेरा ख्याल 35 ईयर्स रही, अगर मैं गलत नहीं हूं तो। और वो एक कम्युनिस्ट पार्टी नहीं बल्कि मार्क्सिस्ट कम्युनिस्ट पार्टी का वो था चीफ मिनिस्टर जी। 35 साल की हुकूमत के दौरान वो वहां पर क्या चेंज ला सका, बल्कि मैं तो मेरे उधर का इतना ज्यादा वाकिफ नहीं है, लेकिन मैं जो वाकयात है हिस्टोरिकली मैं उससे नतीजा निकालता हूँ कि वो बुरी तरह से फेल हुए और उसको डिफीट किसने दी, लेडी ने, टीएमसी, जिसका ना कोई प्रिंसिपल ना कोई ऑर्गेनाइजेशन। उन्होंने सिर्फ ज्योति बासु की हुकूमत में जो नुक्स थे उसको लोगों के सामने पेश किया जी। और क्या होता है, उल्टा इनकलाब आ गया, उल्टा इनकलाब। खुशीराम जी, हाँ जी हाँ जी, इनसे क्या पूछना चाहेंगे आप? मैं इनसे ये पूछना चाहता हूँ इसका क्या कारण है। मेरा अपना विचार ये है कि जो रियल प्रोलेटारी सेक्शन है इंडिया का, उसकी तरफ इनका बिल्कुल ध्यान नहीं है। ये बात ठीक है कि जैसे फैक्ट्रियां हैं, बड़े बड़े कारखाने हैं या बड़ी बड़ी ऑर्गेनाइजेशन है, जहां पर मजदूर ज्यादा काम करते हैं वहां पर इनको काम करना आसान है, लेकिन जो बिखरे हुए गांव में बैठे हैं, छोटे छोटे शहरों में, छोटी छोटी इंडस्ट्री में है, उनकी तरफ इनका बिल्कुल ही ध्यान नहीं है। इन्होंने ना कभी उनकी डिमांड को समझने की कोशिश करी है और ना ही उन डिमांड को लोगों के सामने पेश करके कोई मूवमेंट स्टार्ट करने की कोशिश करी है। खुशीराम जी, टाइम कम है हमारे पास, मेरे ख्याल आपने अपनी बात कह दी है, अब इनसे भी सुनते हैं। थैंक यू वेरी मच। शुक्रिया खुशीराम जी, साडे बहुत प्यारे लिसनर ने, बहुत वधिया लिखते भी ने, 100 साल ਦੇ ਇਹ ਹੋ ਚੁੱਕੇ ਨੇ ਤੇ ਅੱਜ ਇੰਨੀਆਂ ਵਧੀਆ ਗੱਲਾਂ ਕਰਕੇ ਗਏ ਆ। ਇਹਨਾਂ ਦਾ ਲੰਬਾ ਤਜਰਬਾ ਹੈ, ਇਹ ਸਾਰਾ ਕੁਝ ਉਹਨਾਂ ਨੇ ਆਬਜ਼ਰਵ ਕੀਤਾ ਹੋਇਆ। ਕੀ ਕਹੋਗੇ? ਬਹੁਤ ਹੀ ਸਤਿਕਾਰਯੋਗ ਖੁਸ਼ੀਰਾਮ ਜੀ, ਮੈਨੂੰ ਤੁਹਾਡੀਆਂ ਗੱਲਾਂ ਕਾਫੀ ਚੰਗੀਆਂ ਲੱਗੀਆਂ। ਨਟਸ਼ੈਲ ਮੇਰਾ ਜਵਾਬ ਇਹ ਹੈ ਕਿ ਬੰਗਾਲ ਦੇ ਵਿੱਚ ਅਸਲ ਦੇ ਵਿੱਚ ਕਮਿਊਨਿਸਟ ਰਾਜ ਨਹੀਂ ਸੀ। ਕਮਿਊਨਿਸਟ ਲਵਾਦਾ ਜ਼ਰੂਰ ਸੀ, ਕਮਿਊਨਿਸਟਾਂ ਦਾ ਨਕਾਬ ਜ਼ਰੂਰ ਸੀ। ਉਹ ਇੱਕ ਰਿਵੀਜ਼ਨਿਸਟ ਪਾਰਟੀ ਸੀ ਜਿਹੜੀ ਇਹ ਸਮਝਣ ਤੋਂ ਅਸਮਰੱਥ ਰਹੀ ਕਿ ਜਿੰਨੀ ਦੇਰ ਤੱਕ ਸੈਂਟਰ ਦੇ ਵਿੱਚ ਪੂਰੇ ਦੇਸ਼ ਦੇ ਅੰਦਰ ਸਿਸਟਮ ਬਦਲੀ ਨਹੀਂ ਹੁੰਦਾ, ਜਿੰਨੀ ਦੇਰ ਤੱਕ ਪ੍ਰੋਡਕਸ਼ਨ ਕਰਨ ਵਾਲਿਆਂ ਦਾ ਕਬਜ਼ਾ ਨਹੀਂ ਹੁੰਦਾ, ਦੇਸ਼ ਦੇ ਅੰਦਰ ਰਾਜਨੀਤਿਕ ਸੱਤਾ ਇੱਕ ਸਟੇਟ ਦੇ ਵਿੱਚ, 2 ਸਟੇਟਾਂ ਦੇ ਵਿੱਚ ਜਾਂ 3 ਸਟੇਟਾਂ ਦੇ ਵਿੱਚ ਆ ਵੀ ਜਾਵੇ ਤਾਂ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਇੱਕ ਇਨਕਲਾਬੀ ਤਬਦੀਲੀ ਆ ਜਾਏਗੀ, ਲੋਕ ਵਧੀਆ ਜ਼ਿੰਦਗੀ ਜਿਉਣ ਦੇ ਕਾਬਲ ਹੋ ਸਕਣਗੇ। ਇਹ ਇੱਕ ਵਹਿਮ ਸੀ ਔਰ ਉਹ ਵਹਿਮ ਚਾਹੇ 35 ਸਾਲ ਚੱਲਿਆ ਪਰ ਜਲਦੀ ਉਹ ਟੁੱਟ ਗਿਆ। ਜਿੱਥੋਂ ਤੱਕ ਤੁਹਾਡਾ ਪ੍ਰੋਲੇਤਾਰੀਏ 'ਚ ਕੰਮ ਕਰਨ ਦਾ ਸਵਾਲ ਹੈ ਜਾਂ ਮਜ਼ਦੂਰ ਜਮਾਤ 'ਚ ਕੰਮ ਕਰਨ ਦਾ ਸਵਾਲ ਹੈ, ਬਿਲਕੁਲ ਪ੍ਰੋਲੇਤਾਰੀਏ ਨੇ ਔਰ ਮਜ਼ਦੂਰ ਜਮਾਤ ਨੇ ਇਨਕਲਾਬ ਕਰਨਾ ਹੈ। ਉਹੀ ਇਸ ਇਨਕਲਾਬ ਦੀ ਕ੍ਰਾਂਤੀ ਦਾ ਜਿਹੜਾ ਹਰਾਵਲ ਦਸਤਾ ਹੈ, ਉਹਦੇ ਲਈ ਅਸੀਂ ਯਤਨਸ਼ੀਲ ਹਾਂ, ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਭਾਵੇਂ ਕਿ ਪਿਛਲੇ ਅਰਸੇ ਦੇ ਵਿੱਚ ਕਿੰਨੀਆਂ ਹੀ ਟ੍ਰੇਡ ਯੂਨੀਅਨ ਮੂਵਮੈਂਟਸ ਲੜੀਆਂ ਗਈਆਂ, ਪਰ ਖੇਤ ਮਜ਼ਦੂਰਾਂ ਨੂੰ, ਸੰਨਤੀ ਮਜ਼ਦੂਰਾਂ ਨੂੰ ਜਿਹੜਾ ਔਰਗਨਾਈਜ਼ ਕਰਨ ਦਾ ਔਰ ਉਹਨਾਂ ਦੇ ਮੁੱਦੇ ਮਸਲਿਆਂ 'ਤੇ ਲੜਨ ਦਾ ਜਿਹੜਾ ਸਵਾਲ ਹੈ, ਇਹ ਹੁਣ ਤੱਕ ਰਵਾਇਤੀ ਜਿਹੜੀਆਂ ਟ੍ਰੇਡ ਯੂਨੀਅਨ ਲੜਦੀਆਂ ਰਹੀਆਂ ਤਾਂ ਹੀ ਉਹ ਕਾਮਯਾਬ ਨਹੀਂ ਹੋਈਆਂ। ਇਨਕਲਾਬੀ
ਸੋਚ ਵਾਲੀਆਂ ਜਿਹੜੀਆਂ ਧਿਰਾਂ ਨੇ ਜਾਂ ਇਨਕਲਾਬੀ ਜਥੇਬੰਦੀਆਂ ਨੇ, ਪਾਰਟੀਆਂ ਨੇ, ਉਹ ਇੱਧਰ ਵੱਲ ਨੂੰ ਤੁਹਾਡਾ ਸੁਝਾਅ ਹੈ ਜੋ, ਜਾਂ ਤੁਹਾਡਾ ਜਿਹੜਾ ਸਵਾਲ ਹੈ ਉਹਨੂੰ ਹੱਲ ਕਰਨ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਨੇ, ਔਰ ਇਹਦੇ ਚੰਗੇ ਰਿਜ਼ਲਟ ਹੈ ਜਿਹੜੇ ਆਉਂਦੇ ਸਮੇਂ ਤੁਹਾਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜੀ ਗੱਲ ਹੈ ਨਾ, ਤੁਸੀਂ ਕਿਹਾ ਕਿ ਉਹ ਅਸਲੀ ਕਮਿਊਨਿਜ਼ਮ ਨਹੀਂ ਸੀਗਾ। ਹੁਣ ਇਹ ਤਾਂ ਉਹ 35 ਸਾਲ ਉਹ ਕਮਿਊਨਿਜ਼ਮ ਜਿਹਨੂੰ ਤੁਸੀਂ ਕਹਿੰਦੇ ਅਸਲੀ ਨਹੀਂ ਸੀ, ਉਹ ਵੀ ਚੱਲ ਗਿਆ। ਬਾਕੀ ਕਮਿਊਨਿਜ਼ਮ ਦੇ ਕਈ ਤਰ੍ਹਾਂ ਦੇ ਰੂਪ ਆ ਹੁਣ, ਪਰ ਆਮ ਲੋਕ ਜਿਹੜੇ ਆ ਉਹ ਤਾਂ ਉਹਨਾਂ ਲਈ ਤਾਂ ਇਹ ਆਪਣੇ ਆਪ 'ਚ ਹੀ ਸਵਾਲ ਹੈ ਵੀ ਅਸਲੀ ਕਮਿਊਨਿਜ਼ਮ ਕਿਹੜਾ ਤੇ ਨਕਲੀ ਕਿਹੜਾ, ਜੇ 35 ਸਾਲ ਉਹ ਚੱਲ ਸਕਦਾ। ਖੈਰ ਮੇਰੇ ਕੋਲ ਸਮਾਂ ਨਹੀਂ ਹੈ ਹੋਰ ਕਾਲਸ ਲੈਣ ਦਾ। ਜੇ ਸਾਡੇ ਕਾਲਰਸ 30 ਸੈਕਿੰਡ ਦੇ ਵਿੱਚ ਆਪਣੀ ਗੱਲ ਨਿਬੇੜ ਸਕਣ ਤਾਂ ਮੈਂ 2 ਕਾਲਰ ਲੈ ਸਕਦੀ ਹਾਂ। ਰਜਨੀਸ਼ ਤਵੰਜੀ। ਹੈਲੋ, ਹਾਂਜੀ ਰਜਨੀਸ਼ ਜੀ। 30 ਸੈਕਿੰਡ ਹੀ ਲਊਂਗਾ ਜੀ, ਜ਼ਿਆਦਾ ਨਹੀਂ ਲੈਂਦਾ ਪਲੀਜ਼। ਇੱਕ ਤਾਂ ਇਹ ਹੈ ਕਿ ਰੈਵੋਲੂਸ਼ਨ ਮੈਂ ਜੋ ਸੋਚਦਾ ਕਿ ਇੰਡੀਆ 'ਚ ਜੇ ਨਹੀਂ ਆਈ ਜਾਂ ਨਹੀਂ ਆਉਣ ਦੀ ਸੰਭਾਵਨਾ ਹੈ, ਉਹ ਇਸ ਲਈ ਕਿ ਵੈਨ ਯੂ ਆਰ ਔਨ ਦ ਰੋਡ ਤੁਸੀਂ ਇੱਕ ਸੋਸ਼ਲ ਮੋਬਿਲਿਟੀ ਦੇਖਦੇ ਪਏ ਹੋ। ਜੋ ਸੁਵਿਧਾਵਾਂ ਮੇਰੀ ਜਨਰੇਸ਼ਨ 'ਚ 1980s ਹੁੰਦੀਆਂ ਸੀ, ਉਸ ਤੋਂ ਉੱਪਰ ਕੁਛ ਚੱਲ ਰਿਹਾ। ਜਿਹੜੇ ਕੰਮ ਵਾਲੀ ਮੇਰੇ ਘਰ ਆਉਂਦੀ ਸੀ, ਉਹਦੀ ਲਾਈਫ 'ਚ ਭਾਵੇਂ 2-4-5% ਉੱਪਰ ਚੱਲ ਰਹੀ ਹੈ। ਉਹ ਚੀਜ਼ ਮੈਂ ਦੇਖਦਾ ਵਾਂ, ਟ੍ਰੇਨਾਂ ਵਿੱਚ ਵੀ ਦੇਖਦਾ, ਬੱਸਾਂ 'ਚ ਵੀ ਦੇਖਦਾ, ਬਿਕੋਜ਼ ਆਈ ਟਰੈਵਲ ਐਂਡ ਆਈ ਟਾਕ ਟੂ ਕਾਮਨ ਪੀਪਲ। ਠੀਕ ਹੈ, ਸਟੈਟਿਕ ਨਹੀਂ ਹੈ, ਸੋਸ਼ਲ ਮੋਬਿਲਿਟੀ ਹੈ। ਇਹਦੇ ਕਰਕੇ ਉੱਥੇ ਰੈਵੋਲੂਸ਼ਨ ਦੇ ਚਾਂਸਸ ਘੱਟ ਹੈ। ਸੈਕੰਡਲੀ ਉਹੀ ਗੱਲ ਕਿ ਜੇ ਕਰੰਟ ਗਵਰਨਮੈਂਟ ਆਟੋਕ੍ਰੈਟਿਕ ਹੈ ਤੇ ਕਮਿਊਨਿਜ਼ਮ ਵੀ ਤੇ ਜਿੱਥੇ ਅਸੀਂ ਦੇਖਿਆ ਵੈ ਉਹ ਆਟੋਕ੍ਰੈਟਿਕ ਹੈ, ਭਾਵੇਂ ਚਾਈਨਾ ਹੋਵੇ ਜਾਂ ਰਸ਼ੀਆ ਹੋਵੇ। ਸੋ ਹਾਊ ਡਜ਼ ਇਟ ਮੇਕ ਅ ਡਿਫਰੈਂਸ? ਥੈਂਕ ਯੂ। ਦੱਸੋ ਜੀ। ਜਿਹੜਾ ਤੁਸੀਂ ਕਮਿਊਨਿਜ਼ਮ ਦੀ ਗੱਲ ਕਰਦੇ ਹੋ, ਉਹ ਆਟੋਕ੍ਰੈਟਿਕ ਦਾ ਤੁਸੀਂ ਜਿਹੜਾ ਇਲਜ਼ਾਮ ਲਗਾ ਰਹੇ ਹੋ, ਉਹ ਆਟੋਕ੍ਰੈਟਿਕ ਨਹੀਂ ਸੀ। ਜੇ ਸਟਾਲਨ ਸਖਤ ਫੈਸਲੇ ਨਾ ਲੈਂਦਾ, ਜੇ ਉੱਥੋਂ ਦੀ ਬਾਲਸ਼ਵਿਕ ਪਾਰਟੀ ਸਖਤ ਫੈਸਲੇ ਨਾ ਲੈਂਦੀ, ਤਾਂ ਜਿਹੜੀ ਉੱਥੋਂ ਦੀ ਜਗੀਰਦਾਰੀ ਸੀ, ਉੱਥੋਂ ਦਾ ਰਾਜਾ ਸੀ, ਜਿਹੜਾ ਪੈਦਾਵਾਰ ਦੇ ਸੰਸਾਧਨ 'ਤੇ ਕਾਬਜ ਸੀ, ਉਹ ਕਬਜ਼ਾ ਨਹੀਂ ਸੀ ਤੋੜਿਆ ਜਾ ਸਕਦਾ। ਜੇ ਰੂਸ ਇੱਕ ਸੁਪਰ ਪਾਵਰ ਬਣਿਆ, ਜੇ ਉਹਨੇ ਵਿਕਾਸ ਕੀਤਾ, ਦੁਨੀਆ ਦੇ ਵਿੱਚ ਇੱਕ ਮਿਸਾਲੀ ਤਰੱਕੀ ਕੀਤੀ, ਤਾਂ ਇਸੇ ਕਰਕੇ ਕੀਤੀ ਕਿ ਉੱਥੇ ਕਮਿਊਨਿਸਟ ਰੂਲ ਸੀ ਅਤੇ ਕਮਿਊਨਿਸਟ ਪਾਰਟੀ ਨੇ ਉੱਥੇ ਸਹੀ ਅਗਵਾਈ ਦਿੱਤੀ। ਜੇ 1953 ਦੇ ਵਿੱਚ ਜਿਹੜੇ ਸੋਧਵਾਦੀ ਨੇ ਜਾਂ ਐਂਟੀ ਕਮਿਊਨਿਸਟ ਲੋਕ ਨੇ, ਉਹ ਪਾਰਟੀ ਦੇ ਵਿੱਚ ਪਹਿਲਾਂ ਹੀ ਕੋਸ਼ਿਸ਼ਾਂ ਕਰ ਰਹੇ ਸੀ, ਉਹ ਮੋਹਰੀ ਆਏ ਹੈ, ਤਾਂ ਉੱਥੇ ਕੁਛ ਹੱਦ ਤੱਕ ਜਿਹੜੀਆਂ ਗਲਤੀਆਂ ਹੋਈਆਂ, ਉਹ ਗਲਤੀਆਂ ਤੋਂ ਸਬਕ ਲੈ ਕੇ ਇੱਕ ਨਵੇਂ ਨਿਰਣੇ ਜਿਹੜੇ ਉਹ ਕੀਤੇ ਜਾ ਰਹੇ ਆ। ਬਿਨਾਂ ਸ਼ੱਕ ਕਮਿਊਨਿਜ਼ਮ ਜਾਂ ਕਮਿਊਨਿਸਟਾਂ ਤੋਂ ਬਿਨਾਂ ਇਸ ਹਿੰਦੁਸਤਾਨ ਦੁਨੀਆ ਦੇ ਅੰਦਰ ਜਾਂ ਹਿੰਦੁਸਤਾਨ ਦੇ ਅੰਦਰ ਕਿਸੇ ਵੀ ਮੁਲਕ ਦੇ ਅੰਦਰ ਕੋਈ ਵੀ ਲੋਕ ਪੱਖੀ ਰਾਜ, ਲੋਕਾਂ ਦੀ ਭਗਤ ਵਾਲਾ ਰਾਜ ਨਹੀਂ ਬਣ ਸਕਦਾ। ਜਿੱਥੋਂ ਤੱਕ ਤੁਸੀਂ ਕਿਹਾ ਵੀ ਮੇਰੇ ਮੁਲਕ ਦੇ ਅੰਦਰ ਕੁਛ 5-7% ਲੋਕਾਂ ਦੀ ਜ਼ਿੰਦਗੀ ਉੱਪਰ ਨੂੰ ਗਈ ਹੈ, ਮੈਨੂੰ ਲੱਗਦਾ ਹੋਰ ਵੱਧ ਬਰੀਕੀ ਨਾਲ ਸਟੱਡੀ ਕਰਨ ਦੀ ਲੋੜ ਹੈ। ਇਹਦੀਆਂ ਐਗਜ਼ਾਮਪਲ 'ਚ ਤਾਂ ਇਹ ਦਿੱਤੀਆਂ ਜਾ ਸਕਦੀਆਂ ਕਿ ਤੁਸੀਂ ਰੈਗ ਪਿਕਰ ਦਾ ਨਾਂ ਸੁਣਿਆ ਹੋਏਗਾ। ਰੈਗ ਪਿਕਰ ਜਿਹੜੇ ਆ ਵੇਸਟ ਇਕੱਠਾ ਕਰਦੇ ਆ। ਲਖਨਊ ਦੇ ਵਿੱਚ ਇੱਕ ਰੈਗ ਪਿਕਰ ਨੇ ਦੂਜੇ ਰੈਗ ਪਿਕਰ ਦਾ ਇੱਟ ਮਾਰ ਕੇ ਇਸ ਕਰਕੇ ਕਤਲ ਕਰਤਾ ਕਿ ਉਹਦੇ ਇਲਾਕੇ 'ਚ ਜਾ ਕੇ ਜਿਹੜਾ ਰੈਗ ਪਿਕ ਕਰ ਰਿਹਾ ਸੀ। ਬਿਲਕੁਲ। ਜਦੋਂ ਇਹ ਹਾਲਤ ਹੋਵੇ ਤਾਂ ਆਪਾਂ ਕਿਵੇਂ ਮਹਿਸੂਸ ਕਰ ਸਕਦੇ ਹਾਂ ਲੋਕਾਂ ਦੀ ਹਾਲਤ ਕੁਆਲੀਟੇਟਿਵਲੀ 5% 7% ਉੱਪਰ ਗਈ ਹੈ। ਸਾਡਾ ਕਹਿਣਾ ਤਾਂ ਜ਼ੋਰ ਨਾਲ ਇਹ ਹੈ ਕਿ 5-7% ਉੱਪਰ ਨਹੀਂ ਗਈ, ਸਗੋਂ 50-60% ਹੇਠਾਂ ਨੂੰ ਗਈ ਹੈ। ਇਹਨੂੰ ਬਰੀਕੀ ਨਾਲ ਸਟੱਡੀ ਕਰਨ ਦੀ ਲੋੜ ਹੈ। ਮੇਰੀ ਬੇਨਤੀ ਹੈ ਤੁਹਾਨੂੰ। ਮੇਰੇ ਕੋਲ ਨਾ ਜੇ ਥੋੜ੍ਹਾ ਬਰੀਫ ਦੇ ਵਿੱਚ ਜੇ ਤੁਸੀਂ ਆਨਸਰ ਕਰ ਸਕੋ, ਜੇ ਓਵਰਆਲ ਔਰਤਾਂ ਦੀ ਸਥਿਤੀ ਦੀ ਤੁਸੀਂ ਥੋੜ੍ਹੀ ਜਿਹੀ ਟਿੱਪਣੀ ਕਰ ਸਕੋ, ਕਿਹੋ ਜਿਹੀ ਸਥਿਤੀ ਹੈ ਉੱਥੇ? ਔਰਤਾਂ ਮੇਰੇ ਦੇਸ਼ ਦੇ ਵਿੱਚ ਦੂਰੀ ਗੁਲਾਮੀ ਦਾ ਸ਼ਿਕਾਰ ਨੇ ਸਟਿਲ। ਬਿਲਕੁਲ ਜਿਸ ਕਿਸਮ ਦੀ ਉਹਨਾਂ ਦੀ ਮਾਨਸਿਕਤਾ ਬੱਚੀ ਦੇ ਜਨਮ ਤੋਂ ਲੈ ਕੇ ਜਵਾਨ ਹੋਣ ਤੱਕ ਉਹਨਾਂ ਨੂੰ ਪਰਾਇਆ ਧਨ ਸਮਝਿਆ ਜਾਂਦਾ ਹੈ, ਜਿਵੇਂ ਉਹਨਾਂ ਨੂੰ ਜਿਸ ਕਿਸਮ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹੁਣ ਤਾਂ ਲੋਕ ਬਹੁਤ ਇਸ ਗੱਲ ਨੂੰ ਉਭਾਰ ਕੇ ਪੇਸ਼ ਕਰਦੇ ਆ, ਕਹਿੰਦੇ ਆ ਕਿ ਵੀ ਅਸੀਂ ਤਾਂ ਜੀ ਫਰਕ ਹੀ ਕੋਈ ਨਹੀਂ ਕਰਦੇ। ਉਹ ਮਿਡਲ ਸੈਕਸ਼ਨ ਹੈ ਸੋਸਾਇਟੀ ਦਾ। ਅੱਛਾ, ਉਹ ਮਿਡਲ ਸੈਕਸ਼ਨ ਹੈ ਜਿਹਨੇ 1 ਜਾਂ 2 ਬੱਚੇ ਪੈਦਾ ਕਰਨ ਦਾ ਜਿਹੜਾ ਇੱਕ ਮਾਨਸਿਕਤਾ ਬਣਾਈ ਹੈ। ਪਰ ਪਿੰਡਾਂ ਦੇ ਅੰਦਰ, ਵਿਹੜਿਆਂ ਦੇ ਅੰਦਰ, ਸਾਡੇ ਆਮ ਘਰਾਂ ਦੇ ਅੰਦਰ, ਕਿਸਾਨਾਂ ਦੇ, ਮਜ਼ਦੂਰਾਂ ਦੇ ਘਰਾਂ ਦੇ ਅੰਦਰ ਹਾਲਾਤ ਵੱਧ ਤੋਂ ਬਦਤਰ ਨੇ ਔਰਤਾਂ ਪ੍ਰਤੀ। ਔਰਤ ਕੰਮ ਕਰਦੀ ਹੈ ਅਤੇ ਬੰਦਾ ਸ਼ਰਾਬੀ ਹੋ ਕੇ, ਜੇ ਉਹਨੇ ਦਿਹਾੜੀ ਲਾਈ ਹੈ ਅਤੇ ਸ਼ਰਾਬੀ ਹੋ ਕੇ ਆ ਕੇ ਔਰਤ ਨੂੰ ਕੁੱਟਦਾ ਹੈ। ਜੇ ਉਹ 3-4 ਘਰਾਂ 'ਚੋਂ ਕੰਮ ਕਰਕੇ ਗਈ ਹੈ,
ਉਹਨੂੰ ਆਰਾਮ ਦੀ ਲੋੜ ਹੈ ਤਾਂ ਘਰੇ ਜਾ ਕੇ ਉਹਨੇ ਕੰਮ ਕਰਨਾ, ਘਰੇ ਜਾ ਕੇ ਬੱਚਿਆਂ ਨੂੰ ਪਾਲਣਾ, ਸਵੇਰੇ ਉੱਠ ਕੇ ਬੱਚਿਆਂ ਲਈ ਖਾਣਾ ਤਿਆਰ ਕਰਕੇ ਫਿਰ ਕੰਮ 'ਤੇ ਜਾਣਾ। ਮਜ਼ਦੂਰ ਔਰਤ ਦੀ ਹਾਲਤ ਬਹੁਤ ਹੀ ਜ਼ਿਆਦਾ ਬਦਤਰ ਹੈ। ਔਰ ਜਿਹੜੀਆਂ ਕਿਸਾਨ ਔਰਤਾਂ ਹੈ ਉਹ ਸਭ ਤੋਂ ਪਹਿਲਾਂ ਉੱਠਦੀਆਂ, ਸਭ ਤੋਂ ਵੱਧ ਸੌਂਦੀਆਂ, ਔਰ ਜਿੰਨਾ ਉਹ ਕੰਮ ਕਰਦੀਆਂ ਉਹਦੀ ਕੀ ਵੈਲਿਊ ਹੈ, ਸਮਾਜਿਕ ਕਦਰ ਕੀ ਹੈ, ਉਹਨੂੰ ਫਿਰ ਇਹ ਕਿਹਾ ਜਾਂਦਾ ਸਾਰਾ ਦਿਨ ਕੀਤਾ ਕੀ ਹੈ। ਇਹ ਅਜੇ ਵਰਤਾਰਾ ਆਮ ਹੈ, ਜਨਰਲ ਵਰਤਾਰਾ ਹੈ। ਇਸ ਤੋਂ ਪਹਿਲਾਂ ਕਿ ਟਾਈਮ ਆਪਣਾ ਬਿਲਕੁਲ ਹੀ ਖਤਮ ਹੋ ਜਾਵੇ, ਮੇਰੀ ਜਿਹੜਾ ਇੱਕ ਇੰਪੋਰਟੈਂਟ ਕੁਐਸਚਨ ਸੀ, ਤੁਸੀਂ ਪਹਿਲਾਂ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਕਿ ਅਸੀਂ ਐਜੂਕੇਸ਼ਨ ਪਾਲਿਸੀ ਜਿਹੜੀ ਉੱਥੇ ਹੈ ਉਹ ਸੈਂਟਰਲਾਈਜ਼ਡ ਹੋ ਰਹੀ ਹੈ, ਜਿਹਦੇ ਲਈ ਅਸੀਂ ਨਾਅਰਾ ਇਹ ਲਾ ਰਹੇ ਹਾਂ ਕਿ ਕੁਇਟ ਦਿਸ ਐਜੂਕੇਸ਼ਨ ਪਾਲਿਸੀ। ਇਹ ਕੀ ਐਜੂਕੇਸ਼ਨ ਪਾਲਿਸੀ ਹੈ, ਉਹਦੇ ਤੋਂ ਕੀ ਖਤਰੇ ਆ? ਇਹ 2020 'ਚ ਸਰਕਾਰ ਨੇ ਪਾਰਲੀਮੈਂਟ 'ਚ ਪੇਸ਼ ਕੀਤੇ ਤੋਂ ਬਿਨਾਂ ਇਹਨੂੰ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹਦੇ ਲਈ ਉਹਨਾਂ ਨੇ RSS ਦੇ ਜਿਹੜੇ ਚਿੰਤਕ ਨੇ, RSS ਦੇ ਜਿਹੜੇ ਥਿੰਕ ਟੈਂਕ ਨੇ, ਉਹਨਾਂ ਦੀ ਡਿਊਟੀ ਲਾ ਕੇ ਐਜੂਕੇਸ਼ਨ ਪਾਲਿਸੀ ਬਣਾਈ ਹੈ। ਇਹਦੇ ਨਾਲ ਸਟੇਟਸ ਤੋਂ ਐਜੂਕੇਸ਼ਨ ਦਾ ਜਿਹੜਾ ਰਾਈਟ ਹੈ ਜਾਂ ਉਹਨਾਂ ਦਾ ਹੱਕ ਹੈ ਉਹਨੂੰ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹਦੇ ਨਾਲ ਪੂਰਾ ਵਿਦਿਅਕ ਸਿਸਟਮ ਹੈ ਜਿਹੜਾ ਬਦਲਿਆ ਜਾ ਰਿਹਾ ਹੈ, ਔਰ ਪੂਰੇ ਵਿਦਿਅਕ ਸਿਲੇਬਸ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਹਾਇਰ ਸਟੱਡੀ ਹੈ ਜਿਹੜੀ ਉਹ ਸਾਰੀਆਂ ਯੂਨੀਵਰਸਿਟੀਆਂ, ਇਵਨ ਮੈਡੀਕਲ ਕਾਲਜ, ਜਿਹੜੇ ਦੂਸਰੇ ਆਪਣੇ ਟੈਕਨੀਕਲ ਕਾਲਜ ਨੇ, ਯੂਨੀਵਰਸਿਟੀਜ਼ ਨੇ, ਇਹ ਵੱਡੇ ਕਾਰਪੋਰੇਟਾਂ ਨੂੰ ਵੇਚੀਆਂ ਜਾ ਰਹੀਆਂ। ਵਿੱਦਿਆ ਮਹਿੰਗੀ ਕੀਤੀ ਜਾ ਰਹੀ ਹੈ। ਆਮ ਸਧਾਰਨ ਬੰਦੇ ਤੋਂ ਵਿੱਦਿਆ ਦਾ ਹੱਕ ਹੈ ਜਿਹੜਾ ਖੋਹਿਆ ਜਾ ਰਿਹਾ ਹੈ। ਅਸੀਂ ਲੋਕਾਂ ਨੇ ਪਿਛਲੇ ਅਰਸੇ 'ਚ ਪੂਰੇ ਇੰਡੀਆ ਲੈਵਲ 'ਤੇ ਜਿਹੜੇ ਇੰਟਲੈਕਟ ਹੈ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਬਣਾਇਆ ਸੀ। ਅਸੀਂ ਇਹ ਮੰਗ ਕਰਦੇ ਹਾਂ ਕਿ ਵਿੱਦਿਆ ਦਾ ਅਧਿਕਾਰ ਇੱਕ ਸੰਵਿਧਾਨਕ ਮੂਲ ਅਧਿਕਾਰ ਹੈ, ਸਿਹਤ ਦਾ ਅਧਿਕਾਰ ਸੰਵਿਧਾਨਕ ਮੂਲ ਅਧਿਕਾਰ ਹੈ। ਇਹ ਸਰਕਾਰ ਦੀ ਡਿਊਟੀ ਹੈ ਕਿ ਐਜੂਕੇਸ਼ਨ ਉਹ ਫਰੀ ਦੇਵੇ, ਹੈਲਥ ਫਰੀ ਦੇਵੇ। ਔਰ ਐਜੂਕੇਸ਼ਨ ਦੇ ਮਾਮਲੇ 'ਚ ਜਿੰਨਾ ਇਹਦੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ, ਜਿੰਨਾ ਨਿੱਜੀ ਕੰਪਨੀਆਂ ਦਾ, ਨਿੱਜੀ ਵੱਡੇ ਅਦਾਰਿਆਂ ਦਾ ਇਹ 'ਤੇ ਕਬਜ਼ਾ ਕਰਾਇਆ ਜਾ ਰਿਹਾ ਹੈ, ਆਮ ਸਧਾਰਨ ਗਰੀਬ ਦਾ ਬੱਚਾ, ਕਿਉਂਕਿ ਹਿੰਦੁਸਤਾਨ ਦੇ ਅੰਦਰ ਜਿੰਨੀ ਗਰੀਬੀ ਹੈ, ਜਿੰਨਾ ਪਛੜਾਪਨ ਹੈ, ਉਹ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕੂਗਾ। ਸਰਕਾਰ ਵਿੱਦਿਆ ਨੂੰ ਇੱਕ ਧੰਦਾ ਬਣਾ ਰਹੀ ਹੈ, ਬਹੁਤ ਸ਼ੁਰੂ ਤੋਂ ਬਣਾ ਰਹੀ ਹੈ, ਚਿਰ ਤੋਂ ਬਣਾ ਰਹੀ ਹੈ, ਔਰ ਉਸ ਵਿੱਦਿਆ ਨੂੰ ਧੰਦਾ ਬਣਾਉਣ ਦੇ ਕੰਮ ਨੂੰ ਲੀਗਲਾਈਜ਼ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਇਹ ਵੀ ਦੇਖਣ ਨੂੰ ਆ ਰਿਹਾ, ਪਤਾ ਲੱਗ ਰਿਹਾ ਕਿ ਹੁਣ ਦੇਖੋ, ਜਿੱਥੇ ਮੁੜ ਮੁੜ ਕੇ ਆਪਾਂ ਰੈਵੋਲੂਸ਼ਨ ਦੀ ਗੱਲ ਕਰ ਰਹੇ ਹਾਂ, ਯੂਥ ਦੀ ਗੱਲ ਹੋਈ ਆ ਥੋੜ੍ਹੀ ਦੇਰ ਪਹਿਲਾਂ, ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਯੂਥ ਬਾਹਰ ਆ ਰਿਹਾ, ਹੁਣ ਪੰਜਾਬ ਇਕੱਲੇ ਦੀ ਗੱਲ ਨਹੀਂ, ਈਵਨ ਪੂਰੇ ਭਾਰਤ ਦੇ ਵਿੱਚੋਂ ਆਪਾਂ ਗੱਲ ਕਰ ਲਈਏ, ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਇੱਥੇ ਆਏ ਨੇ। ਪੰਜਾਬ ਤਾਂ ਖੈਰ ਸਾਰਿਆਂ ਦੇ ਵਿੱਚ ਮੋਹਰੀ ਹੈਗਾ। ਜਿੰਨੇ ਮਰਜ਼ੀ ਅਗਾਂਹ ਵਧੂ ਲੋਕ ਨੇ, ਚਾਹੇ ਉਹ ਰੈਵੋਲੂਸ਼ਨ ਦੀ ਇੱਕ ਆਸ ਦੇ ਵਿੱਚ ਬੈਠੇ ਨੇ ਜਾਂ ਉਹ ਸਟਰਗਲ ਕਰ ਰਹੇ ਆ, ਈਵਨ ਉਹਨਾਂ ਦੇ ਬੱਚੇ ਵੀ, ਮੈਂ ਜੇ ਤੁਹਾਡਾ ਵੀ ਜ਼ਿਕਰ ਕਰਾਂ, ਹੋਰ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਮੈਂ ਜਾਣਦੀ ਹਾਂ ਜਿਹੜੇ ਕਿ ਉੱਥੇ ਬੜੇ ਯਤਨਸ਼ੀਲ ਨੇ, ਲੋਕਾਂ ਦਾ ਜਿਹੜਾ ਜੀਣ ਦਾ ਪੱਧਰ ਹੈ ਉਹਨੂੰ ਠੀਕ ਕਰਨ ਦੇ ਵਿੱਚ ਮਦਦ ਕਰ ਰਹੇ ਆ। ਉਹ ਬੱਚੇ ਇੱਥੇ ਆ ਰਹੇ ਹੈਗੇ ਆ, ਯੂਥ ਵੱਡੇ ਲੈਵਲ 'ਤੇ ਇੱਥੇ ਆ ਰਿਹਾ। ਇਹ ਨਹੀਂ ਸਮਝ ਲੱਗ ਰਹੀ ਕਿ ਵੀ ਉੱਥੇ ਜਿਹੜਾ ਯੂਥ ਹੈ ਨੈਚੁਰਲੀ ਉਹ ਫਰਸਟ੍ਰੇਟਡ ਆ, ਉਹ ਬਾਹਰ ਇਸ ਕਰਕੇ ਆ ਰਹੇ ਆ ਜਾਂ ਉਹ ਬਿਹਤਰ ਐਜੂਕੇਸ਼ਨ ਦੀ ਲੈ, ਪਰ ਜਿਹੜੇ ਇੱਥੇ ਆ ਰਹੇ ਆ ਉਹਨਾਂ ਨੇ ਮੁੜ ਕੇ ਨਹੀਂ ਉੱਥੇ ਜਾਣਾ। ਇਹ ਗੱਲ ਵੀ ਸਾਨੂੰ ਭਲੀ ਭਾਂਤੀ ਪਤਾ ਹੈ ਕਿ ਜਿਹੜੇ ਇੱਥੇ ਆ ਰਹੇ ਉਹਨਾਂ ਨੇ ਵਾਪਸ ਨਹੀਂ ਮੁੜਨਾ। ਇਹ ਜਿਹੜਾ ਵਰਤਾਰਾ ਹੈ ਇਹ ਕਿੱਦਾਂ ਇੰਪੈਕਟ ਕਰ ਰਿਹਾ ਪੂਰੇ ਮੁਲਕ ਨੂੰ? ਪ੍ਰਵਾਸ ਤਾਂ ਮਨੁੱਖ ਦਾ ਸ਼ੁਰੂਆਤੀ ਇੱਕ ਕਰਮ ਹੈ, ਠੀਕ ਹੈ ਨਾ। ਬੰਦਾ ਜਿੱਥੇ ਉਹਨੂੰ ਰੋਜੀ ਮਿਲਦੀ ਹੈ, ਰੋਟੀ ਮਿਲਦੀ ਹੈ, ਉੱਥੇ ਜਾਂਦਾ ਹੈ। ਇਹਨੂੰ ਕੋਈ ਰੋਕ ਨਹੀਂ ਸਕਦਾ। ਜੇ ਆਜ਼ਾਦੀ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਹੋਣੀ, ਜਾਂ ਉਦੋਂ ਜਿਹੜੇ ਅਕਾਲ ਦੇ ਪੀੜਿਤ ਕਿਸਾਨ ਹੈ ਜਿਨ੍ਹਾਂ ਦੀਆਂ ਫਸਲਾਂ ਮਰ ਜਾਂਦੀਆਂ ਸੀ ਸੋਕੇ ਕਰਕੇ, ਡੋਬੇ ਕਰਕੇ, ਉਹ ਇੰਡੋਨੇਸ਼ੀਆ, ਬਰਮਾ, ਲੰਕਾ, ਮਲਾਇਆ, ਕੈਨੇਡਾ, ਇਹਨਾਂ ਮੁਲਕਾਂ 'ਚ ਆਏ, ਪ੍ਰਵਾਸ ਕੀਤਾ, ਇੰਗਲੈਂਡ ਤੱਕ ਵੀ ਗਏ, ਉੱਥੇ ਪ੍ਰਵਾਸ ਕੀਤਾ, ਉੱਥੋਂ ਦੇ ਜੰਪਲ ਬਣ ਗਏ, ਉੱਥੋਂ ਦੇ ਵਾਸੀ ਬਣ ਗਏ, ਪੱਕੇ ਵਸਿੰਦੇ ਬਣ ਗਏ। ਇਹ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਹੈ। ਜੇ ਦੁਨੀਆ ਲੱਭੀ, ਕੋਲੰਬਸ ਨੇ, ਵਾਸਕੋ ਡਾ ਗਾਮਾ ਨੇ ਇਸੇ ਕਰਕੇ ਲੱਭੀ। ਜੇ ਹੁਣ ਚੰਦ 'ਤੇ ਜਾਣ ਨੂੰ ਫਿਰਦਾ, ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਜੇ ਸਾਡੇ ਦੇਸ਼ ਦੇ ਅੰਦਰ ਸਾਡੀਆਂ ਸਰਕਾਰਾਂ ਜਾਂ ਸਾਡਾ ਸਿਸਟਮ ਸਾਡੇ ਨੌਜਵਾਨਾਂ ਨੂੰ ਫਰੀ ਐਜੂਕੇਸ਼ਨ ਨਹੀਂ ਦਿੰਦਾ, ਕੋਈ ਰੁਜ਼ਗਾਰ ਦਾ ਹੱਕ ਨਹੀਂ ਦਿੰਦਾ, ਤਾਂ ਅਲਟੀਮੇਟਲੀ ਤਾਂ ਬਾਹਰ ਆਉਣਗੇ। ਇਹਨੂੰ ਕਿਵੇਂ ਰੋਕਿਆ ਜਾ ਸਕਦਾ? ਸਵਾਲ ਇਹ ਹੈ ਜੀ, ਇਹਨੂੰ ਕਿਵੇਂ ਰੋਕਿਆ ਜਾ ਸਕਦਾ? ਸਵਾਲ ਇਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋ ਰਿਹਾ। ਸਵਾਲ ਇਹ ਹੈ ਵੀ ਇਹਨੂੰ ਰੋਕ ਕੇ ਜਿਹੜਾ ਬ੍ਰੇਨ ਡਰੇਨ ਹੈ, ਉੱਥੋਂ ਦਾ ਡਾਕਟਰ ਪੜ੍ਹਿਆ ਲਿਖਿਆ, ਠੀਕ ਹੈ ਨਾ, ਇੱਥੇ ਆ ਕੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ, ਕਿਉਂਕਿ ਇੱਥੋਂ ਦੀ ਕਰੰਸੀ ਤੇ ਉੱਥੋਂ ਦੀ ਕਰੰਸੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਅਸੀਂ ਇਹ ਸਮਝਦੇ ਹਾਂ ਕਿ ਜੇ ਉੱਥੇ ਵਾਜਬ ਤਨਖਾਹਾਂ ਹੋਣਗੀਆਂ,
ਰੁਜ਼ਗਾਰ ਵਧੀਆ ਹੋਊਗਾ, ਹਰੇਕ ਨੂੰ ਰੁਜ਼ਗਾਰ ਦਾ ਹੱਕ ਹੋਊਗਾ, ਤਾਂ ਇਹ ਹਾਲਤ ਬਦਲ ਸਕਦੀ ਹੈ। ਇਹ ਹਾਲਤ ਬਦਲੂ ਤਾਂ ਜੇ ਉੱਥੇ ਰੁਜ਼ਗਾਰ ਦੇਣ ਵਾਲਾ ਕੋਈ ਸਿਸਟਮ ਅਸੀਂ ਖੜਾ ਕਰ ਸਕਾਂਗੇ। ਉਹ ਸਿਸਟਮ ਤਾਂ ਖੜਾ ਹੋਊਗਾ ਜੇ ਉੱਥੇ ਕੋਈ ਲੋਕ ਪੱਖੀ ਸਰਕਾਰ ਬਣ ਸਕੂ, ਇਨਕਲਾਬੀ ਸਰਕਾਰ ਬਣ ਸਕੂ। ਹੁਣ ਇਨਕਲਾਬੀ ਸਰਕਾਰ ਤਾਂ ਬਣੂਗੀ ਜੇ ਉੱਥੇ ਦੇ ਲੋਕ ਯੂਨਾਈਟ ਹੋ ਕੇ ਇਨਕਲਾਬੀ ਲਹਿਰ ਖੜੀ ਕਰਨਗੇ। ਇਹ ਸਵਾਲ ਵੱਡਾ ਹੈ, ਇਹ ਉਦੋਂ ਹੀ ਹੱਲ ਹੋਣਾ ਪੱਕੇ ਤੌਰ ਦੇ ਉੱਤੇ। ਅਸੀਂ ਚੇਤਨਾ ਦੇ ਰਹੇ ਹਾਂ, ਪਰ ਅਸੀਂ ਇਹ ਸਮਝਦੇ ਹਾਂ ਕਿ ਜਿੰਨੀ ਦੇਰ ਤੱਕ ਬੱਚਿਆਂ ਨੂੰ ਇੱਧਰ ਪੜ੍ਹ ਕੇ, ਹੁਣ ਆਉਂਦੇ ਤਾਂ ਇੱਥੇ ਪੜ੍ਹਨਾ। ਇਹ ਟੋਰਾਂਟੋ ਮੀਟਿੰਗ ਹੋਈ ਸਾਡੀ, ਉਹ ਮਾਈਸੋ ਨੇ ਆਰਗੇਨਾਈਜ਼ ਕੀਤੀ ਸੀ, ਜਿਨ੍ਹਾਂ ਨੇ ਮੌਂਟਰੀਅਲ ਦੇ ਅੰਦਰ ਸਟੂਡੈਂਟਾਂ ਦਾ ਜਿਹੜਾ ਰਾਈਟ ਲਈ ਉਹ ਲੜੇ। ਤਾਂ ਉੱਥੇ ਵੀ ਇਹ ਸਵਾਲ ਉੱਠਿਆ ਸੀ। ਕੀ ਉੱਠਿਆ ਸੀ ਕਿ ਸਾਨੂੰ 20 ਘੰਟੇ ਕੰਮ ਜਿਹੜਾ ਇੱਥੇ ਦਿੱਤਾ ਜਾਂਦਾ, ਸਾਨੂੰ 40 ਘੰਟੇ ਦਿੱਤਾ ਜਾਣਾ ਚਾਹੀਦਾ। ਤੇ ਇੱਕ ਚਿੰਤਕ ਨੇ ਕਿਹਾ ਕਿ ਤੁਸੀਂ ਇੱਥੇ ਕੰਮ ਦੇ ਤੌਰ ਤੇ ਥੋੜਾ ਆਉਂਦੇ ਹੋ, ਸਟੂਡੈਂਟ ਦੇ ਤੌਰ ਤੇ ਆਉਂਦੇ ਹੋ। ਠੀਕ ਹੈ ਨਾ, ਸਰਕਾਰ ਦੀ ਦਲੀਲ ਇਹ ਹੈ। ਸਵਾਲ ਇਹ ਹੈ ਵੀ ਜੇ ਇੱਥੇ ਸਰਵਾਈਵ ਕਰਨਾ ਤਾਂ 40 ਘੰਟੇ ਕੰਮ ਵੀ ਦਿਓ। ਇਹ ਵੀ ਸਰਕਾਰ ਦੀ ਡਿਊਟੀ ਬਣਦੀ ਹੈ। ਹੁਣ ਇਹਦੇ ਲਈ ਇੱਥੋਂ ਦੇ ਸਟੂਡੈਂਟ ਲੜਨਗੇ। ਜਿਹੜੇ ਉੱਥੋਂ ਦੇ ਸਟੂਡੈਂਟ ਹੈ ਉਹ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਲੜੇ ਆ, ਤੇ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਇਸ ਗੱਲ 'ਚ ਕਿ ਉਹਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਸੀ। ਇਹ ਛੋਟੀਆਂ ਛੋਟੀਆਂ ਲੜਾਈਆਂ ਜਿੱਤਦੇ ਅਸੀਂ ਜਿਹੜੀਆਂ ਸਾਡੇ ਹੱਕ ਹੈ ਉਹਨਾਂ ਨੂੰ ਬਰਕਰਾਰ ਰੱਖ ਸਕਾਂਗੇ। ਅਸੀਂ ਆਸਵੰਦ ਹਾਂ, ਸਾਨੂੰ ਪੂਰਾ ਵਿਸ਼ਵਾਸ ਹੈ ਆਪਣੀ ਸੰਵਿਧਾਨ ਦੇ ਉੱਤੇ, ਆਪਣੀ ਸਮਝਦਾਰੀ ਦੇ ਉੱਤੇ, ਆਪਣੀ ਸਿਆਸਤ ਦੇ ਉੱਤੇ। ਔਰ ਤੁਹਾਡੀਆਂ ਸ਼ੁਭ ਇਛਾਵਾਂ ਦੇ ਨਾਲ, ਕੈਨੇਡਾ ਵਾਸੀਆਂ ਦੀ ਸ਼ੁਭ ਇਛਾਵਾਂ ਦੇ ਨਾਲ ਅਸੀਂ ਇਹ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ। ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ, ਹਮੇਸ਼ਾ ਰਹਿੰਦੀਆਂ। ਅਤੇ ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਿਆ, ਅੱਜ ਗੱਲਬਾਤ ਕੀਤੀ। ਥੈਂਕ ਯੂ ਜੀ। ਇਹ ਸਨ ਜੀ ਕਮਲਜੀਤ ਖੰਨਾ ਜੀ। ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਇਸ ਗੱਲਬਾਤ ਤੋਂ ਸਾਨੂੰ ਬਹੁਤ ਕੁਝ ਜਿਹੜੀ ਤਸਵੀਰ ਹੈ ਪੰਜਾਬ ਦੀ ਉਹ ਸਪਸ਼ਟ ਹੋਈ ਹੋਏਗੀ। ਕੋਈ ਫੀਡਬੈਕ ਦੇਣੀ ਹੋਵੇ ਮੈਨੂੰ navjot@sherpunjabradio.ca 'ਤੇ ਈਮੇਲ ਕਰ ਸਕਦੇ ਹੋ।